मैं कहा इदां जी जे अडवाणी जी प्रधानमंत्री बन गए, मैं अपनी बिजली बोर्ड की नौकरी छड्ड के जनानी बच्चे त्याग के तुहाडे घर बिना तनख्वाह का नौकर रहूँगा मरदे दम तक। जे मनमोहन सिंह जी दूजी वारी प्रधानमंत्री बन गए, तुसीं कुछ नहीं करना, तुसीं अपनी अखबार छपनी बंद करनी आ। ਜਿਹੜੇ ਤੁਹਾਡੇ ਚਮਚੇ ਦੰਦ ਕੱਢਣ ਡੇ ਆ, ਮੇਰਾ ਮਜ਼ਾਕ ਉਡਾਉਣ ਡੇ ਆ, ਇਹਨਾਂ ਦੀ ਸਟਾਂਪ ਪੇਪਰ ਤੇ ਸਾਈਨ ਕਰਾਓ, ਇਹਨਾਂ ਦੇ ਦੋਹੀਆਂ ਪਾਓ ਤੇ ਮੈਨੂੰ ਵਿਸ਼ਵਾਸ ਆ ਮਨਮੋਹਨ ਸਿੰਘ ਦੂਜੀ ਵਾਰੀ ਪ੍ਰਧਾਨ ਮੰਤਰੀ ਬਣੂਗਾ। ਉਹ ਬੰਬੇ ਤੋਂ ਸਪੈਸ਼ਲ ਇੱਕੋ ਸਵਾਲ ਪੁੱਛਣ ਆਇਆ ਸਿਰਫ, ਭਾਈ ਯਾਰ ਕਹਿੰਦਾ ਜੀ ਮੇਰਾ ਦੱਸੋ ਜੀ ਮੈਂ ਸ਼ੇਅਰ ਮਾਰਕੀਟ ਪੈਸੇ ਕਮਾ ਲੂੰਗਾ। ਮੈਂ ਉਹਨੂੰ ਕਿਹਾ ਵੀ 0 1 ਰੁਪਇਆ ਨਹੀਂ ਕਮਾ ਸਕਦਾ। ਉਸ ਬੰਦੇ ਨੇ ਮੈਨੂੰ ਬਾਅਦ 'ਚ ਸਟੋਰੀ ਦੱਸੀ ਵੀ ਮੈਂ 2 ਕਰੋੜ ਰੁਪਇਆ ਕਿਤੇ ਜੋਸ਼ੀ ਦੇ ਕਹਿਣ ਤੇ ਲਾ ਬੈਠਾ। ਭਾਜੀ ਮੈਂ ਤਾਂ ਲੋਕਾਂ ਦੀ ਮਦਦ ਕਰਦਾ, ਬਚਾਨਾ ਮੈਂ। ਉਹਨੇ 2 ਕਰੋੜ ਦਾ ਲੋਸ ਕਰ ਲਿਆ, ਅਗਲੇ ਪੈਸੇ ਉਹਦੇ ਬਚਾਤੇ ਮੈਂ। ਪਾਏ ਦਾ ਮਤਲਬ ਕੀ ਹੁੰਦਾ? ਉਹ ਪਾਏ ਦਾ ਮਤਲਬ ਹੁੰਦਾ ਵੀ ਅਸੀਂ ਸੁਪਰ ਪਾਵਰ ਨੂੰ ਚੈਲੰਜ ਕਰ ਰਹੇ ਹਾਂ ਵੀ ਤੂੰ ਇਹਦੀ ਕਿਸਮਤ ਖਰਾਬ ਬਣਾਈ ਹੈ ਤੇ ਮੈਂ ਉਹ ਪਾਏ ਨਾਲ ਠੀਕ ਕਰ ਦੇਣੀ ਹੈ। ਇੱਕ ਆਮ ਜੋਸ਼ੀ ਆਪਣੇ ਆਪ ਨੂੰ ਰੱਬ ਤੋਂ ਵੱਡਾ ਸਮਝਦਾ, ਪਰ ਮੈਂ ਨਹੀਂ ਭਾਜੀ ਹੈਗਾ। ਮੈਂ ਤਾਂ ਦੱਸ ਸਕਦਾ ਵੀ ਕੰਮ ਬਣਨਾ ਕਿ ਨਹੀਂ ਬਣਨਾ। ਕਹਿੰਦਾ ਆਪਣੀ ਬੇਟੀ ਦੀ ਮੈਂ ਸ਼ਾਦੀ ਕਰਨੀ। ਮੈਂ ਉਹਨੂੰ ਕਿਹਾ ਵੀ ਯਾਰ ਤੇਰੀ ਬੇਟੀ ਦਾ ਮਹੱਤਵ ਦੇਖਿਆ ਵੀ ਉਹਦਾ ਵਿਆਹ ਕਾਮਯਾਬ ਨਹੀਂ ਹੈਗਾ ਤੇ ਤੂੰ ਵਿਆਹ ਦਾ ਪੰਗਾ ਨਾ ਲੈ, ਇਹਦਾ ਵਿਆਹ ਦਾ ਸੁੱਖ ਨਹੀਂ ਹੈਗਾ। ਕਹਿੰਦਾ ਜੀ ਮੁਸ਼ਕਿਲ ਹੈ ਯਾਰ, ਵਿਆਹਣਾ ਤਾਂ ਪੈਣਾ ਹੀ ਹੈ। ਮੈਂ ਕਿਹਾ ਦੇਖ ਲਾ ਵੀ। ਉਹ ਚਲਾ ਗਿਆ ਕਿਤੇ ਜੋਸ਼ੀ ਕੋਲ, ਉਹਨੇ ਉਹਨੂੰ ਪੁਖਰਾਜ ਨਾ ਕਰਵਾ। ਭਾਜੀ ਪਹਿਲਾ ਵਿਆਹ ਕੀਤਾ ਤਲਾਕ ਹੋ ਗਿਆ, ਦੂਜਾ ਕੀਤਾ ਤਲਾਕ ਹੋ ਗਿਆ, ਤੀਜਾ ਕੀਤਾ ਮੁੰਡਾ ਅਬਨੋਰਮਲ ਪੈਦਾ ਹੋ ਗਿਆ, ਮੰਦਬੁੱਧੀ ਬੱਚਾ। ਉਹਦਾ ਘਰ ਵਾਲਾ ਬਿਨਾਂ ਦੱਸੇ ਗਾਇਬ ਹੋ ਗਿਆ। ਅੱਜ ਉਹ ਕੁੜੀ ਅਬਨੋਰਮਲ ਬੱਚੇ ਲੈ ਕੇ ਆਪਣੇ ਪਿਓ ਦੇ ਘਰ ਬੈਠੀ ਆ। ਭਾਜੀ ਮੈਂ ਵੀ ਤਾਂ ਇਹੀ ਗੱਲ ਕਹੀ ਸੀ ਜਦੋਂ ਮੇਰੇ ਕੋਲ ਆਇਆ ਸੀ ਮੇਰਾ ਯਾਰ। ਉਹ ਕੋਲ ਮੈਂ ਪੈਸੇ ਨਾ ਲਈ ਸੀ, ਫ੍ਰੀ ਦੱਸਿਆ ਜੀ ਨਾ, ਫ੍ਰੀ ਦੀ ਭਾਜੀ ਵੈਲਿਊ ਨਹੀਂ ਪੈਂਦੀ। ਅਕਸ਼ੇ ਕੁਮਾਰ ਦਾ ਟਾਈਮ ਲੰਘ ਗਿਆ ਭਾਜੀ। ਹੁਣ ਅਕਸ਼ੇ ਕੁਮਾਰ ਦਾ ਟਾਈਮ ਇਸ ਵੇਲੇ ਕਿਉਂ ਖਰਾਬ ਚੱਲ ਰਿਹਾ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਇਹ ਅਕਸ਼ੇ ਕੁਮਾਰ ਮੇਰੇ ਨਾਲ ਗੱਲ ਕਰੂਗਾ, ਉਹ ਦੱਸੂਗਾ ਵੀ ਉਹਦੇ ਕਿਹੜੇ ਕਰਮਾਂ ਕਰਕੇ ਉਹਦਾ ਕੰਮ ਖਰਾਬ ਹੋਇਆ। ਇਹ ਮੇਰੀ ਪ੍ਰੈਡਿਕਸ਼ਨ ਆ ਜੀ। 13 ਮਾਰਚ ਨੂੰ ਵਰਲਡ ਕੱਪ ਸ਼ੁਰੂ ਹੋਇਆ 2007 ਦਾ। 2007 ਦਾ ਹਾਂਜੀ। ਮੈਂ 10 ਮਾਰਚ ਨੂੰ ਪ੍ਰੈਡਿਕਸ਼ਨ ਕਰ ਦਿੱਤੀ ਇੰਡੀਆ ਵਰਲਡ ਕੱਪ ਚੋਂ ਬਾਹਰ। ਫਿਰ ਮੈਂ ਪ੍ਰੈਡਿਕਸ਼ਨ ਕੀਤੀ 13 ਅਪ੍ਰੈਲ ਨੂੰ ਤੇ ਵਰਲਡ ਕੱਪ ਫਾਈਨਲ ਹੋਇਆ 28 ਅਪ੍ਰੈਲ ਨੂੰ। 15 ਦਿਨ ਪਹਿਲੇ ਪ੍ਰੈਡਿਕਸ਼ਨ ਕੀਤੀ ਆਸਟ੍ਰੇਲੀਆ ਵਰਲਡ ਕੱਪ ਜਿੱਤੂਗਾ। ਆ ਪੜ੍ਹ ਕੇ ਸੁਣਾਓ ਸਾਡੇ। ਤੁਸੀਂ ਆ ਸਬੂਤ ਦੀ ਗੱਲ ਕੀਤੀ ਨਾ। ਆਉਣ ਵਾਲਾ ਸਮਾਂ ਸੋਨੀਆ ਗਾਂਧੀ ਅਤੇ ਕਾਂਗਰਸ ਦਾ ਹੋਵੇਗਾ। ਸੁਖਬੀਰ ਸਿੰਘ ਬਾਦਲ ਕਦੇ ਵੀ ਆਪਣੀ ਪਿਤਾ ਦੀ ਥਾਂ ਨਹੀਂ ਲੈ ਸਕਣ। ਇਹ ਭਾਜੀ 5 ਚ ਕਿਹਾ ਸੀ 19 ਸਾਲ ਪਹਿਲੇ 2005 ਵੀ ਸੁਖਬੀਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਆਪਣੇ ਪਿਓ ਦੇ ਜਿੰਦੇ ਜੀ। ਉਹ ਬਣ ਸਕਿਆ? ਹੁਣ ਤਾਂ ਚਾਂਸ ਹੀ ਖਤਮ ਹੋਦਾ, ਮਤਲਬ ਹੀ ਕੋਈ ਨਹੀਂ ਬਣਦੀ। ਅਗਲੀ ਪੜੋ, ਅੱਗੇ ਪੜੋ, ਪੜੋ ਪੜੋ। 1-2 ਬੰਦੇ ਆਣਾ ਫ੍ਰੀ ਨਾਮ ਬੁੱਕ ਕਰਾ ਦਿੱਤਾ। ਮੇਰੇ ਕੋਲ ਉਹਨਾਂ ਦਾ ਫਿੰਗਰਪ੍ਰਿੰਟ ਆ ਗਿਆ। ਮੈਂ ਕਿਹਾ ਵੀ ਤੁਸੀਂ ਫ੍ਰੀ ਪੁੱਛਣਾ? ਕਹਿੰਦੇ ਹਾਂਜੀ। ਪਰ ਮੈਂ ਕਿਹਾ ਤੁਹਾਡੇ ਫਿੰਗਰਪ੍ਰਿੰਟ ਕਹਿੰਦੇ ਤੁਹਾਡੇ ਕੋਲ ਪੈਸੇ ਹੈਗੇ ਆ। ਮੈਂ ਕਿਹਾ ਮੈਂ ਤੁਹਾਨੂੰ ਦੱਸਣਾ ਹੀ ਨਹੀਂ, ਤੁਹਾਡੇ ਕੋਲ ਪੈਸੇ ਹੈਗੇ ਆ। ਉਹ ਹੈਰਾਨ ਹੋ ਗਏ। ਕੋ ਤੁਹਾਨੂੰ ਯਾਦ ਹੋਗਾ ਰਣਵੀਰ ਕਪੂਰ ਦਾ ਜਦੋਂ ਦੀਪਿਕਾ ਪਾਦੂਕੋਣ ਨਾਲ ਉਹਦਾ ਅਫੇਅਰ ਚੱਲਦਾ ਸੀ, ਲੋਕੀ ਕਹਿੰਦੇ ਸੀ ਇਹਦਾ ਵਿਆਹ ਹੋਊਗਾ। ਮੈਂ ਕਿਹਾ ਨਹੀਂ ਕਰੂਗਾ। ਉਹਦੇ ਕਹਿੰਦੇ ਬਿਲਕੁਲ। ਮੈਂ ਕਿਹਾ ਆਲੀਆ ਭੱਟ ਨਾਲ ਵਿਆਹ ਕਰੋ। ਆਲੀਆ ਭੱਟ ਤਾਂ ਉਦੋਂ ਆਈ ਵੀ ਨਹੀਂ ਸੀ, ਉਹਦੀ ਜ਼ਿੰਦਗੀ ਚਾਹੀ ਨਹੀਂ ਸੀ। ਮੈਂ ਪਹਿਲੇ ਦੱਸਦਾ ਸੀ ਆਲੀਆ ਭੱਟ ਨਾਲ ਵਿਆਹ ਕਰੋ। ਮੈਂ ਗੱਲ ਕਰਨਾ ਵੀ 80% ਲੋਕਾਂ ਦੇ ਕੰਮ ਹੀ ਨਹੀਂ ਬਣਦੇ, 20% ਕੰਮ ਬਣਦੇ ਲੋਕਾਂ 'ਚ। ਅਤੇ ਮੈਂ 20 ਦੀ ਗਰੰਟੀ ਲੈਂਦਾ। 80% ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਮੈਂ ਫ੍ਰੀ ਦੱਸ ਦਿੰਦਾ। ਉਹਨਾਂ ਕੋਲ ਲੈਂਦਾ ਹੀ ਕੁਛ ਨਹੀਂ। ਮੈਂ ਜਿਹਨਾਂ ਦੇ ਕੰਮ ਨਹੀਂ ਬਣਨੇ, ਮੈਨੂੰ ਪਤਾ ਕੰਮ ਨਹੀਂ ਬਣਦਾ। ਕਾਹਦੇ ਪੈਸੇ ਭਾਜੀ, ਕਾਹਦੇ ਲੈਣੇ? ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਮਿੱਟੀ ਦੇ ਨਾਲ। ਮੈਂ ਹਾਂ ਕੁਵਰਜੋਤ ਸਿੰਘ। ਤਾਂ ਇਸ ਸਮੇਂ ਮੇਰੇ ਨਾਲ ਕੁਮਾਰ ਅਸ਼ਵਨੀ ਮੌਜੂਦ ਹੈ। ਤਾਂ ਇੱਕ ਸਾਇੰਸ ਹੈ, ਕਿਹਾ ਜਾਂਦਾ ਵੀ ਲੋਕ ਤੁਹਾਡੀ ਸ਼ਕਲ ਤੋਂ ਤੁਹਾਡੇ ਹਾਵ ਭਾਵ ਪਛਾਣ ਜਾਂਦੇ। ਲੋਕ ਤੁਹਾਡੀ ਸ਼ਕਲ ਦੇਖ ਕੇ ਦੱਸ ਦਿੰਦੇ ਆ ਵੀ ਤੁਹਾਡੇ ਅੰਦਰ ਕੀ ਚੱਲ ਰਿਹਾ, ਤੁਸੀਂ ਕੀ ਸੋਚ ਰਹੇ ਹੋ। ਅਤੇ ਕਈ ਤਾਂ ਤੁਹਾਡੇ ਮਾਤਾ ਪਿਤਾ ਬਾਰੇ ਅਤੇ ਤੁਹਾਡੇ ਪਿਆਰ ਬਾਰੇ ਵੀ ਸਿਰਫ ਸ਼ਕਲ ਦੇਖ ਕੇ ਦੱਸ ਦਿੰਦੇ ਆ। ਇਸ ਦੇ ਪਿੱਛੇ ਇੱਕ ਵੱਡੀ ਸਾਇੰਸ ਵੀ ਹੈ। ਪਰ ਮੇਰੇ ਨਾਲ ਇਸ ਸਮੇਂ ਜਿਹੜੇ ਸ਼ਖਸ ਮੌਜੂਦ ਹੈ ਉਹ ਇਹ ਗੱਲ ਕਹਿੰਦੇ ਆ, ਉਹ ਫੇਸ ਰੀਡਿੰਗ ਵੀ ਕਰਦੇ ਆ, ਉਹ ਵੌਇਸ ਰੀਡਿੰਗ ਵੀ ਕਰਦੇ ਆ ਅਤੇ ਉਹ ਫਿੰਗਰਪ੍ਰਿੰਟ ਰੀਡਿੰਗ ਵੀ ਕਰਦੇ ਆ। ਅਤੇ ਨਾਲ ਦੇ ਨਾਲ ਇਹਨਾਂ ਨੇ ਕਾਫੀ ਭਵਿੱਖਬਾਣੀਆਂ ਵੀ ਕੀਤੀਆਂ ਹੋਈਆਂ। ਜ਼ਰੂਰ ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ, ਮੈਂ ਜਦੋਂ ਵੀ ਇਹਨਾਂ ਦੀ ਇੰਟਰਵਿਊ ਕੀਤੀ ਆ, ਮੈਂ ਇਹ ਗੱਲ ਕਹਿੰਦਾ ਵੀ ਮੈਂ ਜਿਹੜੀਆਂ ਗੱਲਾਂ ਕਰਦੇ ਆ, ਗੱਲਾਂ 'ਤੇ ਯਕੀਨ ਆ, ਪਰ ਇੱਕ ਗੱਲ ਇਹ ਵੀ ਹੈ ਵੀ ਅਸੀਂ ਅੰਧ ਵਿਸ਼ਵਾਸ 'ਤੇ ਯਕੀਨ ਨਹੀਂ ਰੱਖਦੇ। ਕੀ ਇਹ ਸੱਚੀ ਇੱਕ ਅੰਧ ਵਿਸ਼ਵਾਸ ਹੈ ਕਿ ਕੁਮਾਰ ਅਸ਼ਵਨੀ ਅੰਧ ਵਿਸ਼ਵਾਸਾਂ ਦੇ ਵਿੱਚ ਲੋਕਾਂ ਨੂੰ ਪਾਉਂਦੇ ਆ, ਜਾਂ ਇਸ ਦੇ ਪਿੱਛੇ ਇੱਕ ਸਾਇੰਸ ਹੈ, ਜਾਂ ਇਸ ਦੇ ਪਿੱਛੇ ਕੋਈ ਇਹੋ ਜਿਹੀ ਤਾਕਤ ਹੈ ਜਿਹੜੀ ਰੱਬ ਨੇ ਬਖਸ਼ੀ ਹੈ? ਤਾਂ ਜ਼ਿਆਦਾ ਸਮਾਂ ਨਹੀਂ ਲੈਂਦੇ, ਕੁਮਾਰ ਅਸ਼ਵਨੀ ਮੇਰੇ ਨਾਲ ਇਸ ਸਮੇਂ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ।
ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕੁਮਰ ਜੀ, ਤੁਸੀਂ ਮੈਨੂੰ ਆਪਣੇ ਚੈਨਲ ਤੇ ਆਉਣ ਦਾ ਮੌਕਾ ਦਿੱਤਾ। ਕਿੱਦਾਂ ਦਾ ਲੱਗ ਰਿਹਾ? ਵਧੀਆ ਲੱਗ ਰਿਹਾ? ਬਹੁਤ ਵਧੀਆ। ਮੈਂ ਤਾਂ ਤੁਹਾਡੇ ਨਾਲ ਪਹਿਲੇ ਵੀ 3 ਐਪੀਸੋਡ ਕਰ ਚੁੱਕਾ, ਮੈਂ ਪਬਲਿਕ ਦੇ ਵਿੱਚ ਵੀ ਕਰ ਚੁੱਕਾ। ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾ ਐਪੀਸੋਡ ਕੀਤਾ ਸੀ ਤਾਂ ਲੋਕੀ ਕਮੈਂਟ ਲਿਖਦੇ ਸੀ ਵੀ ਇਹ ਪਬਲਿਕ 'ਚ ਆ ਕੇ ਦਿਖਾਵੇ। ਅਸੀਂ ਪਬਲਿਕ 'ਚ 2 ਐਪੀਸੋਡ ਕੀਤੇ ਆ ਤੇ ਤੁਹਾਨੂੰ ਪਤਾ ਹੀ ਪਬਲਿਕ ਦਾ ਕਿੰਨਾ ਰਿਸਪੌਂਸ ਵਧੀਆ ਮਿਲਿਆ, ਤੁਹਾਨੂੰ ਕਿੰਨਾ ਪਿਆਰ ਮਿਲਿਆ, ਠੀਕ ਨਹੀਂ? ਅੱਜ ਮੈਂ ਤੁਹਾਨੂੰ ਸਟੂਡੀਓ ਦੇ ਵਿੱਚ ਪਤਾ ਕਿਉਂ ਲੈ ਕੇ ਆਇਆ? ਹਾਂਜੀ। ਕਿ ਕੁਮਾਰ ਅਸ਼ਵਨੀ ਮੈਨੂੰ ਹਰ ਵਾਰੀ ਕਹਿੰਦੇ ਸੀ ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦਾ, ਮੈਂ ਕੁਝ ਦੱਸਣਾ ਚਾਹੁੰਦਾ, ਮੇਰੇ ਕੋਲ ਜਿਹੜੀ ਚੀਜ਼ ਹੈ ਲੋਕਾਂ ਨੂੰ ਉਸ ਬਾਰੇ ਪਤਾ ਲੱਗੇ, ਪਰ ਉਹ ਗੱਲ ਪਬਲਿਕ ਦੇ ਵਿੱਚ ਨਹੀਂ ਹੋ ਪਾਉਂਦੀ ਸੀ। ਤਾਂ ਅੱਜ ਕੁਮਾਰ ਅਸ਼ਵਨੀ ਕੋਲ ਪੂਰਾ ਮੌਕਾ ਵੀ ਅਸਲ ਦੇ ਵਿੱਚ ਤੁਸੀਂ ਕਹਿੰਦੇ ਕੀ ਹੋ, ਤੁਸੀਂ ਕਰਦੇ ਕੀ ਹੋ। ਤੁਸੀਂ ਕਹਿੰਦੇ ਹੋ ਵੀ ਤੁਸੀਂ ਫਿੰਗਰਪ੍ਰਿੰਟ ਰੀਡ ਕਰਦੇ ਹੋ, ਤਾਂ ਇਸ ਦੇ ਪਿੱਛੇ ਸਾਇੰਸ ਕੀ ਹੈ ਇਹਦੇ ਪਿੱਛੇ ਵੀ ਤੁਸੀਂ ਕਹਿੰਦੇ ਹੋ ਵੀ ਤੁਸੀਂ ਬੰਦੇ ਨੂੰ ਦੇਖ ਕੇ ਉਹਦੇ ਬਾਰੇ ਸਭ ਕੁਝ ਦੱਸ ਦਿੰਦੇ ਹੋ? ਦੇਖੋ ਗੱਲ ਇੱਦਾਂ ਜੀ, ਇਹ ਜਿਹੜੀ ਸਾਇੰਸ ਨੇ ਇਹ ਹੈ ਡਿਵਾਈਨ ਸਾਇੰਸ, ਰੱਬ ਦੀ ਸਾਇੰਸ ਹੈ ਇਹ, ਠੀਕ ਆ। ਕੁਦਰਤ ਹਰ ਬੰਦੇ ਨੂੰ ਕੁਝ ਨਾ ਕੁਝ ਗਿਫਟ ਕਰਦੀ ਆ। ਜਿੱਦਾਂ ਰਫੀ ਸਾਹਿਬ ਨੂੰ ਕੁਦਰਤ ਨੇ ਗਾਣਾ ਗਿਫਟ ਕੀਤਾ, ਠੀਕ ਆ। ਕਿਸ਼ੋਰ ਕੁਮਾਰ ਨੂੰ ਗਾਣਾ ਗਿਫਟ ਕੀਤਾ। ਮੈਨੂੰ ਗੱਲ ਦੱਸੋ ਵੀ ਬੱਬੂ ਮਾਨ ਗਾਣੇ ਲਿਖਦਾ ਵੀ ਆ ਤੇ ਗਾਣੇ ਗਾਉਂਦਾ ਵੀ ਆ, ਗੈਰੀ ਸੰਧੂ ਗਾਣੇ ਲਿਖਦਾ ਵੀ ਆ ਤੇ ਗਾਣੇ ਗਾਉਂਦਾ ਵੀ ਆ। ਬੱਬੂ ਮਾਨ ਨੇ, ਗੈਰੀ ਸੰਧੂ ਨੇ ਜਾਂ ਗੁਰਦਾਸ ਮਾਨ ਨੇ ਕਿਸੇ ਸਕੂਲ 'ਚ ਸਿੱਖਿਆ ਸੀ ਵੀ ਕਿੱਦਾਂ ਗਾਣੇ ਲਿਖਣੇ? ਇਹ ਦੱਸੋ ਪਹਿਲਾਂ ਤੁਸੀਂ ਮੈਨੂੰ। ਕਿਤਾਬਾਂ ਤਾਂ ਪੜ੍ਹੀਆਂ ਨਾ, ਗਿਆਨ ਤਾਂ ਹਾਸਲ ਕੀਤਾ ਨਾ। ਕਿੱਥੋਂ ਸਿੱਖਿਆ? ਕਿਹੜੀ ਸਕੂਲ ਤੋਂ ਸਿੱਖਿਆ? ਦੱਸੋ ਨਾ ਭਾਜੀ ਮੈਨੂੰ। ਰੱਬੀ ਗਿਆਨ ਆ ਉਹਨਾਂ ਕੋਲੋਂ। ਗੁਰਦਾਸ ਮਾਨ ਨੇ ਜੇ ਗਾਣਾ ਲਿਖਿਆ, ਆਪ ਲਿਖਦਾ ਤੇ ਆਪ ਗਾਉਂਦਾ। ਉਹਨੇ ਕਿਸੇ ਸੰਸਥਾ ਕੋਈ ਬਣੀ ਆ ਜਿਹੜੀ ਇਹ ਸਿਖਾਉਂਦੀ ਹੋਵੇ ਵੀ ਗਾਣਾ ਕਿੱਦਾਂ ਲਿਖਿਆ ਜਾਂਦਾ? ਦੱਸੋ ਪਹਿਲੇ ਮੈਨੂੰ। ਦੁਨੀਆ 'ਚ ਕੋਈ ਸੰਸਥਾ ਨਹੀਂ ਬਣੀ, ਤੁਹਾਨੂੰ ਰੱਬ ਦਵੇ। ਇਹ ਸਾਰਾ ਖੇਡ ਪਿਛਲੇ ਜਨਮਾਂ ਦਾ। ਕੁਮਰ ਜੀ, ਬਾਬਾ ਨਾਨਕ ਜੀ ਕਹਿ ਗਏ ਨੇ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਠੀਕ ਆ। ਵੀ ਜਿਹੜਾ ਰੱਬ ਦਾ ਹੁਕਮ ਆ ਨਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਏਦਾਂ ਹੀ ਭਗਤ ਕਬੀਰ ਜੀ ਕਹਿੰਦੇ ਆ, ਪ੍ਰਾਰਬਧ ਪਹਿਲੇ ਬਣਾ। ਪ੍ਰਾਰਬਧ ਮਤਲਬ ਹੁੰਦਾ ਕਿਸਮਤ, ਪਾਛੇ ਬਣਾ ਸਰੀਰ। ਕਬੀਰ ਅਚੰਬਾ ਹੈ ਜਹੀ ਮਨ ਨਹੀਂ ਬਾਂਦੇ ਦੀਰ। ਕਬੀਰ ਜੀ ਕਹਿੰਦੇ ਵੀ ਰੱਬ ਤੁਹਾਨੂੰ ਕਿਸਮਤ ਤੁਹਾਡੀ ਪਹਿਲੇ ਲਿਖਦਾ ਤੇ ਤੁਹਾਨੂੰ ਸਰੀਰ ਬਾਅਦ ਚੋਂ ਦਿੰਦਾ, ਠੀਕ ਆ। ਜਦੋਂ ਬੱਚਾ ਮਾਂ ਦੇ ਢਿੱਡ 'ਚ ਹੁੰਦਾ ਨਾ, 4 ਮਹੀਨੇ ਦਾ ਬੱਚਾ, ਤੇ ਡਾਕਟਰ ਕਹਿੰਦਾ ਅਸੀਂ ਇਹਨੂੰ ਅਬੋਰਟ ਨਹੀਂ ਕਰ ਸਕਦੇ। ਬੱਚੇ ਦਾ ਚਿਹਰਾ, ਉਹਦੇ ਫਿੰਗਰਪ੍ਰਿੰਟ, ਉਹਦਾ ਹੱਥ, ਪੂਰੀ ਬੋਡੀ ਉਹਦੀ ਕੰਪਲੀਟ ਹੋ ਜਾਂਦੀ ਹੈ। ਬਾਕੀ 5 ਮਹੀਨੇ ਉਹਨੂੰ ਵੱਡਾ ਹੋਣ 'ਚ ਲੱਗਦੇ, ਠੀਕ ਆ। ਇਹਦਾ ਮਤਲਬ ਰੱਬ ਨੇ ਲਿਖ ਦਿੱਤਾ, ਫਿੰਗਰਪ੍ਰਿੰਟ ਬਣਾਤੇ। ਤੇ ਸਾਇੰਸ ਤਾਂ ਇਹ ਗੱਲ ਕਹਿੰਦੀ ਨਾ, ਫਿੰਗਰਪ੍ਰਿੰਟ ਕਦੀ ਬਦਲਦੇ ਨਹੀਂ, ਚਿਹਰਾ ਕਦੀ ਬਦਲਦਾ ਨਹੀਂ, ਆਵਾਜ਼ ਉਹ ਰੱਬ ਨੇ ਦੇਤੀ ਉਹ ਵੀ ਕਦੀ ਬਦਲਦੀ ਨਹੀਂ, ਠੀਕ ਆ। ਹੁਣ ਮਹਾਰਿਸ਼ੀ ਵਿਆਸ ਕੀ ਕਹਿੰਦੇ ਆ? ਮਹਾਰਿਸ਼ੀ ਵਿਆਸ ਜੀ ਕਹਿੰਦੇ ਨੇ, ਮਿਹਨਤ ਕਰਨ ਦੇ ਬਾਵਜੂਦ ਜਿਨ੍ਹਾਂ ਦੇ ਕੰਮ ਨਹੀਂ ਬਣਦੇ ਉਹ ਕਿਸਮਤ ਦੇ ਮਾਰੇ ਆ। ਹੁਣ ਦੇਖੋ ਕਈ ਬੰਦਿਆਂ ਨੇ M.Tech ਕੀਤੀ ਹੁੰਦੀ ਆ, ਵੱਡੀਆਂ ਪੜ੍ਹਾਈਆਂ ਕੀਤੀਆਂ, PhD ਕੀਤੀ ਹੁੰਦੀ ਆ, ਉਹਨਾਂ ਨੂੰ ਸਰਕਾਰੀ ਛੱਡੋ ਪ੍ਰਾਈਵੇਟ ਨੌਕਰੀ ਨਹੀਂ ਮਿਲਦੀ। ਉਹ ਵੀ ਲੋਕ ਤਾਂ ਹੈਗੇ ਨਹੀਂ ਹੈਗੇ। ਤਾਂ ਕਈ ਬੰਦੇ ਸਿੰਪਲ BA ਕੀਤੀ ਹੁੰਦੀ ਆ ਤੇ ਚੰਗੇ ਪੈਸੇ ਕਮਾ ਰਹੇ ਹੁੰਦੇ ਆ। ਇੱਕ ਅਨਪੜ੍ਹ ਬੰਦੇ ਨੇ ਰੇਹੜੀ ਲਾਈ ਹੁੰਦੀ ਆ, ਚੰਗੇ ਪੈਸੇ ਕਮਾ ਰਿਹਾ ਹੁੰਦਾ। ਸਾਰੀ ਖੇਡ ਆ ਵੀ ਤੁਹਾਡੇ ਭਾਗਾਂ 'ਚ ਪੈਸਾ ਹੈਗਾ, ਪੜ੍ਹਾਈ ਨੂੰ ਕੀ ਕਰਨਾ? ਪੜ੍ਹਾਈ ਦਾ ਪੈਸਾ ਨਾਲ ਕੋਈ ਲੈਣਾ ਦੇਣਾ ਨਹੀਂ ਆ, ਸਾਰਾ ਖੇਡ ਪਿਛਲੇ ਜਨਮਾਂ ਦਾ। ਫੇਰ ਗੱਲ ਕਹਿੰਦੇ ਨੇ स्वामी विवेकानंद जी, वो कहते हैं मैं जो वर्तमान जीवन जी रहा हूँ वो मेरे पूर्व जन्म के संचित कर्मों का प्रतिफल आ। भी जेडे मैं पिछले जन्म किए ना ਉਹਦਾ ਮੈਨੂੰ ਫਲ ਮਿਲ ਰਿਹਾ। ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਣਾ ਕਿੱਦਾਂ। ਹੁਣ ਦੱਸੋ ਵੀ ਇੱਕ ਬੱਚਾ ਸਕੂਲ 'ਚ ਪੜ੍ਹਦੇ ਜਦੋਂ ਬੱਚੇ, ਟੀਚਰ ਆਂਦਾ, ਟੀਚਰ ਲੈਕਚਰ ਦਿੰਦਾ 40 ਬੱਚਿਆਂ ਨੂੰ, ਉਹ 40 ਬੱਚਿਆਂ ਨੂੰ ਬਰਾਬਰ ਪੜ੍ਹਾਉਂਦਾ ਨਾ, ਉਹ ਵਿਤਕਰਾ ਨਹੀਂ ਕਰਦਾ ਵੀ ਤੇ 40 ਬੱਚੇ ਫਿਰ ਸਾਰੇ ਹੁਸ਼ਿਆਰ ਕਿਉਂ ਨਹੀਂ ਨਿਕਲਦੇ, ਸਾਰੇ ਫਸਟ ਕਿਉਂ ਨਹੀਂ ਆਉਂਦੇ? ਕੋਈ ਬੱਚਾ ਟੋਪਰ ਨਿਕਲਦਾ, ਕੋਈ ਬੱਚਾ ਫੇਲ ਹੋ ਜਾਂਦਾ, ਕੋਈ ਬੱਚਾ ਮੰਡੋਕਰ ਨਿਕਲਦਾ, ਕੋਈ ਫਸਟ ਵੀ ਲੈਂਦਾ। ਜਦ ਕਿ ਟੀਚਰ ਨੇ ਪੜਾਇਆ ਤਾਂ ਸਭ ਨੂੰ ਬਰਾਬਰ ਸੀ। ਜਿਹੜਾ ਧਿਆਨ ਜ਼ਿਆਦਾ ਦਿੰਦਾ ਉਹ ਨੰਬਰ ਜ਼ਿਆਦਾ ਲੈ ਜਾਂਦਾ, ਜਿਹੜਾ ਮਿਹਨਤ ਜ਼ਿਆਦਾ ਕਰਦਾ ਉਹ ਨੰਬਰ ਜ਼ਿਆਦਾ ਲੈ ਜਾਂਦਾ। ਗੱਲ ਤਾਂ ਉਹੀ ਆ ਗਈ ਨਾ, ਫਿਰ ਕਿਸਮਤ ਦੀਆਂ ਗੱਲਾਂ ਨੇ ਨਾ। ਟੀਚਰ ਨੇ ਸਭ ਨੂੰ ਬਰਾਬਰ ਪੜਾਇਆ ਲੇਕਿਨ ਸਾਰੇ ਬਰਾਬਰ ਹੁਸ਼ਿਆਰ ਨਹੀਂ ਨਿਕਲਦੇ। ਹੁਣ ਮਾਂ ਨੇ ਆਪਣੇ 3 ਪੁੱਤ ਜੰਮੇ, ਉਹ ਤਿੰਨੇ ਪੁੱਤ ਉਹਦੇ ਨਿਕਲਦੇ ਵਧੀਆ। ਇੱਕ ਪੁੱਤ ਅਫਸਰ ਲੱਗਾ ਹੁੰਦਾ, ਇੱਕ ਪੁੱਤ ਚਪੜਾਸੀ ਲੱਗਾ ਹੁੰਦਾ ਆ, ਇੱਕ ਪੁੱਤ ਵਿਹਲਾ ਤੁਰਿਆ ਫਿਰਦਾ ਹੁੰਦਾ। ਪੁੱਤ ਤਾਂ ਇੱਕੋ ਹੀ ਮਾਂ ਨੇ ਤਿੰਨੇ ਜੰਮੇ ਨਾ। ਮਾਂ ਬਾਪ ਸਿਰ ਜਨਮ ਦੇ ਅਧਿਕਾਰੀ ਆ, ਕਰਮ ਦੇ ਅਧਿਕਾਰੀ ਨਹੀਂ। ਸਾਰੀ ਖੇਡ ਪਿਛਲੇ ਜਨਮਾਂ ਦੇ ਕਰਮਾਂ ਦੀ ਆ। ਜੇ ਪਿਛਲੇ ਜਨਮਾਂ ਦੇ ਕਰਮਾਂ ਦੀ ਆ ਸਾਰੀ ਖੇਡ, ਤਾਂ ਤੁਸੀਂ ਕੀ ਦੱਸਦੇ ਹੋ? ਤੁਸੀਂ ਕੀ ਇਹੋ ਜਿਹਾ ਉਹਨਾਂ ਨੂੰ ਦੱਸ ਦਿੰਦੇ ਹੋ, ਜਾਂ ਤੁਸੀਂ ਕਿਹੜਾ ਉਪਾਅ ਦੱਸ ਦਿੰਦੇ ਹੋ ਉਹਨਾਂ ਨੂੰ? ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ। ਜੇ ਸਾਰੀ ਖੇਡ ਕਰਮਾਂ, ਜਿਹੜੇ ਤੁਹਾਡੇ ਫਿੰਗਰਪ੍ਰਿੰਟ ਕਦੀ ਬਦਲਦੇ ਆ? ਨਹੀਂ। ਤੁਹਾਡਾ ਚਿਹਰਾ ਬਦਲਦਾ? ਨਹੀਂ। ਚਿਹਰਾ ਬਦਲਦਾ, ਉਮਰ ਦੇ ਨਾਲ ਨਾਲ ਢਲਦਾ, ਵੱਡਾ ਹੋ ਜਾਂਦਾ ਹਨਾ,
ਵੱਡਾ ਵੀ ਹੈ ਹੁੰਦਾ ਫਿਰ ਢਲਦਾ ਵੀ ਹੈ। ਆਵਾਜ਼ ਵੀ ਨਹੀਂ ਬਦਲਦੀ ਨਾ, ਹੂੰ ਜੋ ਰੱਬ ਨੇ ਦੇਤੀ ਆਪਾਂ ਨੂੰ। ਤੇ ਮੈਂ ਭਾਜੀ ਇਹਨਾਂ ਨੂੰ ਰੀਡ ਕਰਦਾ, ਮੈਂ ਇਹਨਾਂ ਨੂੰ, ਮੈਨੂੰ ਗਿਫਟ ਕੀਤਾ ਰੱਬ ਨੇ, ਹੂੰ ਗਿਫਟਡ ਨੈਚੁਰਲ ਹੈ ਮੈਨੂੰ। ਜਿੱਦਾਂ ਰਫੀ ਸਾਹਿਬ ਨੂੰ ਕੁਦਰਤ ਨੇ ਗਾਣਾ ਦਿੱਤਾ, ਗੁਰਦਾਸ ਮਾਨ ਆਪਣੇ ਵੱਲੋਂ ਗਾਣਾ ਲਿਖਦਾ, ਨੇਹਾ ਕੱਕੜ 4 ਸਾਲ ਦੀ ਉਮਰ ਤੋਂ ਗਾਣਾ ਗਾ ਰਹੀ ਹੈ, ਸੁਨੀਧੀ ਚੌਹਾਨ 5 ਸਾਲ ਦੀ ਉਮਰ 'ਚ ਗਾਣਾ ਸ਼ੁਰੂ ਕਰਦਾ, ਗਾਣਾ ਉਹਨੇ 13 ਸਾਲ ਦੀ ਉਮਰ 'ਚ ਉਹਨੂੰ ਟਾਈਟਲ ਜਿੱਤ ਲਿਆ ਮੇਰੀ ਆਵਾਜ਼ ਸੁਣਨ ਵਿੱਚ, ਸੁਨੀਧੀ ਚੌਹਾਨ ਨੇ। ਇਹ ਜੋ ਕੁਛ ਰੱਬ ਦਿੰਦਾ ਸਾਨੂੰ ਗਿਫਟ ਕਰਦਾ। ਤੁਸੀਂ ਆਪਣੇ ਆਪ ਨੂੰ ਆਪ ਹੀ ਕਹਿ ਦਿੰਦੇ ਹੋ ਵੀ ਰੱਬ ਨੇ ਗਿਫਟ ਦਿੱਤਾ। ਤੁਹਾਡੇ ਕੋਲ ਕੀ ਸਬੂਤ ਹੈ ਵੀ ਰੱਬ ਨੇ ਤੁਹਾਨੂੰ ਇੰਨਾ ਵੱਡਾ ਗਿਫਟ ਦੇ ਦਿੱਤਾ? ਮੇਰੇ ਵਰਗੇ ਨੂੰ ਕਿਉਂ ਨਹੀਂ ਦਿੱਤਾ? ਆਡੀਅנס ਜਿਹੜੀ ਦੇਖ ਰਹੀ ਆ ਉਹਨਾਂ ਵਿੱਚੋਂ ਕਿਸੇ ਨੂੰ ਕਿਉਂ ਨਹੀਂ ਦਿੱਤਾ ਰੱਬ ਨੇ? ਇਹ ਤਾਂ ਭਾਜੀ ਰੱਬ ਦੀ ਮਰਜ਼ੀ ਨਾ, ਰੱਬ ਨੇ ਕਿਹਨੂੰ ਦੇਣਾ? ਰੱਬ ਨੇ ਗੁਰਦਾਸ ਮਾਨ ਨੂੰ ਦਿੱਤਾ, ਬੱਬੂ ਮਾਨ ਨੂੰ ਗਾਣਾ ਦਿੱਤਾ ਲਿਖਣਾ, ਕਿਸੇ ਹੋਰ ਨੂੰ ਦਿੱਤਾ, ਉਹਦੇ ਘਰ 'ਚ ਕਿੰਨੇ ਭਰਾ ਹੋਣਗੇ, ਕਿ ਸਭ ਨੂੰ ਕਿਉਂ ਨਹੀਂ ਦਿੱਤਾ? ਇਹ ਰੱਬ ਦੀ ਮਰਜ਼ੀ ਨਾ ਜਿਹਨੂੰ ਦੇਣਾ ਉਹਨੇ। ਸਬੂਤ, ਪੱਤਰਕਾਰ ਸਬੂਤ ਮੰਗਦਾ। ਦੇਖੋ ਜੀ ਲੋਕੀ ਜੇ ਮੀਡੀਆ ਦੇ ਵਿੱਚ ਕੋਈ ਵੀਡੀਓ ਚੱਲ ਰਹੀ ਆ, ਅਸੀਂ ਵੀ ਪ੍ਰੋਪਰਲੀ ਸਬੂਤ ਤੇ ਗੱਲ ਕਰਾਂਗੇ। ਤੁਸੀਂ ਕਹਿੰਦੇ ਹੋ ਵੀ ਰੱਬ ਨੇ ਤੁਹਾਨੂੰ ਇੰਨਾ ਕੁਝ ਦੇਤਾ, ਤਾਂ ਸਬੂਤ ਦਿਖਾਓ ਨਾ ਕੋਈ। ਤੁਸੀਂ ਗੱਲ ਪ੍ਰੂਫ ਕਰਕੇ ਦਿਖਾਓ। ਸਬੂਤ ਦੀ ਗੱਲ ਸੁਣੋ। ਤੁਸੀਂ ਮੇਰੇ ਨਾਲ 3 ਐਪੀਸੋਡ ਕੀਤੇ, ਲੋਕਾਂ 'ਚ ਆਪਾਂ ਗੱਲਾਂ ਕੀਤੀਆਂ, ਲੋਕਾਂ ਨੇ ਕਿਹਾ ਵੀ ਤੁਸੀਂ ਸਹੀ ਦੱਸ ਰਹੇ ਹੋ। ਹਾਂਜੀ, ਉਹ ਲੋਕਾਂ ਨੇ ਕਿਹਾ ਨਾ, ਮੈਂ ਤਾਂ ਨਹੀਂ ਕਿਹਾ। ਤੇ ਲੋਕਾਂ ਨੂੰ ਮੇਰੀਆਂ ਗੱਲਾਂ ਠੀਕ ਲੱਗ ਰਹੀਆਂ ਨਾ ਭਾਜੀ। ਮੈਂ ਤਾਂ ਇਹ ਗੱਲ ਕਹਿਣਾ ਵੀ ਦੁਨੀਆ ਦੇ ਵਿੱਚ ਕੋਈ ਐਸਾ ਉਪਾਅ ਨਹੀਂ ਹੈਗਾ ਤੁਹਾਡਾ ਭਾਗੇ ਬਦਲ ਦੇ। ਤੁਹਾਨੂੰ ਕੋਈ ਦੱਸ ਸਕਦਾ ਤੁਹਾਡੇ ਬਾਰੇ, ਮੈਂ ਲੋਕਾਂ ਨੂੰ ਦੱਸਦਾ ਆ, ਠੀਕ ਨਹੀਂ? ਮੇਰੀਆਂ ਪ੍ਰੈਡਿਕਸ਼ਨਾਂ ਸੱਚ ਹੋਈਆਂ ਨੇ, ਮੇਰੇ ਕੋਲ ਸਬੂਤ ਆ। ਦਿਖਾਓ। ਲਓ ਅੱਜ ਕੁਮਾਰ ਜੀ ਏਦਾਂ ਜਾਣ ਨਹੀਂ ਦੇਣਾ, ਅੱਜ ਮੈਂ ਸਾਰੇ ਸਵਾਲ ਪੁੱਛਣੇ ਆ। ਮੈਂ ਕਿਹਾ ਜੀ ਆ ਪਹਿਲੀ ਗੱਲ ਤੇ ਦੇਖੋ, ਆ ਤੁਸੀਂ ਆ ਮੇਰੀ ਅਖਬਾਰ ਆ ਅੱਜ ਦੀ ਆਵਾਜ਼, ਭਾਈ ਜਸਵੀਰ ਸਿੰਘ ਰੋਡੇ ਜੀ ਦੀ ਅਖਬਾਰ ਆ। 2005 ਚ ਉਹਨਾਂ ਨੇ ਮੇਰੀ ਇੰਟਰਵਿਊ ਕੀਤੀ ਸੀ। ਤੁਸੀਂ ਹੈਡਿੰਗ ਪੜ੍ਹ ਕੇ ਤੇ ਆ ਥੱਲੇ ਜਿਹੜੀ ਆ ਪ੍ਰੈਡਿਕਸ਼ਨਾਂ ਕੀਤੀਆਂ ਆ, ਉਹ ਪੜ੍ਹ ਕੇ ਸੁਣਾ ਦਿਓ। ਆਪ ਹੀ ਪੜ੍ਹ ਲਓ, ਪੰਜਾਬੀ ਤੁਹਾਨੂੰ ਪੜ੍ਹਨੀ ਆਉਂਦੀ ਹੈ, ਤੁਸੀਂ ਆਪ ਹੀ ਪੜ੍ਹਾ ਦਿਓ। ਚਲੋ ਹੈਡਿੰਗ ਪੜ੍ਹ ਕੇ ਸੁਣਾਓ ਲੋਕਾਂ ਨੂੰ। ਜਲੰਧਰ ਦਾ ਅਸ਼ਵਨੀ ਕੁਮਾਰ ਚਿਹਰਾ ਦੇਖ ਕੇ ਦੱਸ ਦਿੰਦਾ ਹੈ ਜਨਮਾਂ ਦੇ ਲੇਖ। 2005 ਚ ਇਹ ਮੇਰੀ ਇੰਟਰਵਿਊ ਛਪੀ ਸੀ ਤੇ ਪ੍ਰੈਡਿਕਸ਼ਨਾਂ ਕੀਤੀਆਂ, ਪੜ੍ਹੋ ਕਿਹੜੀ ਕੀ ਲਿਖਿਆ ਉਹਦੇ ਚ। ਮੈਂ ਪ੍ਰੈਡਿਕਸ਼ਨ ਵੀ ਇਹ ਦੇਖੀਆਂ ਹੋਈਆਂ। ਪਹਿਲਾਂ ਤਾਂ ਇਹ ਲਿਖਿਆ ਵੀ ਫੇਸ ਰੀਡਿੰਗ ਦਾ ਸ਼ੌਂਕ ਕਿੱਥੋਂ ਪਿਆ? ਨਹੀਂ, ਤੁਸੀਂ ਪ੍ਰੈਡਿਕਸ਼ਨਾਂ ਪੜ੍ਹ ਕੇ ਸੁਣਾਉਣਾ, ਮੈਂ ਕੀਤੀਆਂ ਨੇ 5 ਚ। ਅੱਛਾ, ਇਹਦੇ ਕਿੱਥੇ ਲਿਖਿਆ, ਕਿੱਥੇ ਹੋਇਆ ਪ੍ਰੈਡਿਕਸ਼ਨ? ਉਹ ਗੋਲਾ ਮਾਰਿਆ ਹੈ, ਚੌਰਸ ਚੌਰਸ ਮਾਰਿਆ ਕਿ ਆ ਜਿਹੜਾ ਟਿਕ ਕੀਤਾ ਹੈ? ਹਾਂ ਇਹ। ਕੀ ਤੁਸੀਂ ਆਉਣ ਵਾਲੇ ਸਮੇਂ ਲਈ ਕੀ ਭਵਿੱਖਬਾਣੀ ਕੀਤੀ ਹੈ? ਯੈਸ, ਹੁਣ ਭਵਿੱਖਬਾਣੀ ਮੈਂ ਪੜ੍ਹ ਕੇ ਸੁਣਾਉਣਾ। ਮੇਰੇ ਆਉਣ ਵਾਲੇ ਸਮੇਂ ਲਈ ਭਵਿੱਖਬਾਣੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਆਪਣੇ ਜੀਵਨ ਕਾਲ 'ਚ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ। 5 ਚ ਕਿਹਾ ਸੀ ਭਾਜੀ, 2005। ਅੱਗੇ ਪੜੋ, ਅੱਗੇ ਪੜੋ, ਅੱਗੇ ਪੜੋ। ਮੈਂ ਟਾਈਮ ਪਹਿਲਾਂ ਦੇਖ ਲਾ ਵੀ ਇੱਥੇ ਟਾਈਮ ਮੈਂਸ਼ਨ ਹੈਗਾ। ਅਖਬਾਰ ਆ 2005 ਦੀ, ਮੇਰੇ ਕੋਲ ਪਈ ਹੋਈ ਆ ਓਰੀਜਨਲ। ਮੈਂ ਦੇਖ, ਨਹੀਂ ਥੱਲੇ ਹੈ। ਆਉਣ ਵਾਲਾ ਸਮਾਂ ਸੋਨੀਆ ਗਾਂਧੀ ਅਤੇ ਕਾਂਗਰਸ ਦਾ ਹੋਵੇਗਾ। ਸੁਖਬੀਰ ਸਿੰਘ ਬਾਦਲ ਕਦੇ ਵੀ ਆਪਣੀ ਪਿਤਾ ਦੀ ਥਾਂ ਨਹੀਂ ਲੈ ਸਕਣਗੇ। ਇਹ ਭਾਜੀ 5 ਚ ਕਿਹਾ ਸੀ, 19 ਸਾਲ ਪਹਿਲੇ 2005। ਸੁਖਬੀਰ ਬਾਦਲ ਮੁੱਖ ਮੰਤਰੀ ਨਹੀਂ ਬਣ ਸਕਦਾ ਆਪਣੇ ਪਿਓ ਦੇ ਜਿੰਦੇ ਜੀ। ਉਹ ਬਣ ਸਕਿਆ, ਹੁਣ ਤਾਂ ਚਾਂਸ ਹੀ ਖਤਮ ਆਉਂਦਾ, ਮਤਲਬ ਹੀ ਕੋਈ ਨਹੀਂ ਬਣ ਜਾਵੇ। ਅਗਲੀ ਪੜੋ, ਅੱਗੇ ਪੜੋ, ਪੜੋ ਪੜੋ ਪੜੋ। ਤੁਸੀਂ ਸਬੂਤ ਦੀ ਗੱਲ ਕਰਦੇ ਆ, ਤੁਹਾਨੂੰ ਸਬੂਤ ਹੀ ਦੇ ਰਿਹਾ ਫਿਰ ਮੈਂ। ਪੜੋ ਅੱਗੇ। ਕਰੀਨਾ ਕਪੂਰ ਫਿਲਮਾਂ ਦੇ ਵਿੱਚ ਕ੍ਰਿਸ਼ਮਾ ਕਪੂਰ ਨਾਲੋਂ ਲੰਬੀ ਸਫਲਤਾ ਹਾਸਲ ਕਰੇਗੀ। ਕੀਤੀ ਨਹੀਂ ਉਹਨੇ, ਅੱਜ ਵੀ ਕੰਮ ਕਰ ਰਹੀ ਆ ਉਹ। ਅੱਗੇ ਪੜੋ। ਅਭਿਸ਼ੇਕ ਬੱਚਨ ਕਦੇ ਵੀ ਆਪਣੇ ਪਿਤਾ ਅਮਿਤਾਭ ਬੱਚਨ ਦੀ ਤਰ੍ਹਾਂ ਅਭਿਨੇਤਾ ਵਜੋਂ ਨਹੀਂ ਉੱਭਰ ਸਕਿਆ ਉਹ ਭਾਜੀ। ਸਬੂਤ ਉਹ ਹੁੰਦਾ ਜਿਹੜਾ ਤੁਹਾਡੇ ਸਾਹਮਣੇ ਆ। ਹੋਰ ਸੁਣੋ, ਇਹਦਾ ਮੈਂ ਹੋਰ ਦਿਖਾਉਂਦਾ ਮੈਂ। ਇਹ ਥੋੜੀ ਗੱਲ ਕੋਈ। ਅੱਛਾ, ਇਹ ਮੇਰੀ ਪ੍ਰੈਡਿਕਸ਼ਨ ਆ ਜੀ, ਤੁਹਾਨੂੰ ਦੱਸਦਾ ਮੈਂ। ਇੱਕ ਮੈਂ ਪ੍ਰੈਡਿਕਸ਼ਨ ਕੀਤੀ 13 ਮਾਰਚ ਨੂੰ ਵਰਲਡ ਕੱਪ ਸ਼ੁਰੂ ਹੋਇਆ 2007 ਦਾ। 2007 ਦਾ, ਹਾਂਜੀ। ਮੈਂ 10 ਮਾਰਚ ਨੂੰ ਪ੍ਰੈਡਿਕਸ਼ਨ ਕਰ ਦਿੱਤੀ ਇੰਡੀਆ ਵਰਲਡ ਕੱਪ ਚੋਂ ਬਾਹਰ। ਫਿਰ ਮੈਂ ਪ੍ਰੈਡਿਕਸ਼ਨ ਕੀਤੀ 13 ਅਪ੍ਰੈਲ ਨੂੰ, ਤੇ ਵਰਲਡ ਕੱਪ ਫਾਈਨਲ ਹੋਇਆ 28 ਅਪ੍ਰੈਲ ਨੂੰ। 15 ਦਿਨ ਪਹਿਲੇ ਪ੍ਰੈਡਿਕਸ਼ਨ ਕੀਤੀ ਆਸਟ੍ਰੇਲੀਆ ਵਰਲਡ ਕੱਪ ਜਿੱਤੂਗਾ। ਆ ਪੜ੍ਹ ਕੇ ਸੁਣਾਓ ਹੈਡਿੰਗ। ਤੁਸੀਂ ਆ ਸਬੂਤ ਦੀ ਗੱਲ ਕੀਤੀ ਨਾ, ਲੋ ਫੋਟੋ ਸਬੂਤ। ਆ ਦੇਖ ਲਓ ਜੀ, ਪਹਿਲਾਂ ਕੈਮਰੇ ਤੇ ਦਿਖਾ ਦਈਏ ਆ ਪ੍ਰੈਡਿਕਸ਼ਨਸ ਨੇ, ਫਿਰ ਮੈਂ ਪੜ੍ਹ ਕੇ ਵੀ ਸੁਣਾ ਦਿੰਦਾ। ਸਬੂਤ ਅੱਜ ਇਹਨਾਂ ਕੋਲ ਲੈ ਕੇ ਜਾਵਾਂਗੇ। ਅੱਜ ਇਹਨਾਂ ਨੂੰ ਵੀ ਨਹੀਂ ਏਦਾਂ ਜਾਣ ਦਿੰਦੇ ਅਸੀਂ ਵੀ। ਮੈਂ ਕਿਹਾ ਭਾਜੀ ਦੇਖੋ ਕਰ ਜੀ। ਤੇ ਵਾਹ, ਪੌਂਟਿੰਗ ਦਾ ਭਾਗਯ ਫਿਰ ਬਣਾਏਗਾ ਆਸਟ੍ਰੇਲੀਆ ਕੋ ਵਿਸ਼ਵ ਵਿਜੇਤਾ। 13 ਅਪ੍ਰੈਲ ਨੂੰ ਮੈਂ ਪ੍ਰੈਡਿਕਸ਼ਨ ਕਰਦੀ। 28 ਅਪ੍ਰੈਲ ਨੂੰ ਵਰਲਡ ਕੱਪ ਫਾਈਨਲ ਹੋਇਆ ਤੇ 13 ਮਾਰਚ ਨੂੰ ਵਰਲਡ ਕੱਪ ਸ਼ੁਰੂ ਹੋਇਆ।
ਮੈਂ 10 ਮਾਰਚ ਨੂੰ ਪਹਿਲੇ ਕਹਤਾ, ਸ਼ੁਰੂ ਹੋਣ ਤੋਂ ਪਹਿਲੇ ਇੰਡੀਆ ਵਰਲਡ ਕੱਪ ਚੋਂ ਬਾਹਰ। सहवाग पठान बच्ची कुंबले नहीं कर पाएंगे बेहतरीन प्रदर्शन। बताओ टॉप 16 नहीं आए हो 7 ਵਿੱਚ। ਉਹ ਪ੍ਰੈਡਿਕਸ਼ਨਾਂ ਮੈਂ ਜੀ, ਮੈਂ ਪ੍ਰੈਡਿਕਸ਼ਨ ਕਰਦਾ, ਮੈਂ ਕੋਈ ਨਗ ਨਹੀਂ ਵੇਚ ਰਿਹਾ, ਕੋਈ ਮੈਂ ਯੰਤਰ ਨਹੀਂ ਦੇ ਰਿਹਾ। ਮੈਂ ਲੋਕਾਂ ਨੂੰ ਕਹਿੰਦਾ ਵੀ ਮੇਰੀ ਗੱਲ ਗਲਤ ਨਿਕਲੇ ਨਾ, ਪੈਸੇ ਵਾਪਸ ਲੈ ਜਾਓ। ਤੁਹਾਨੂੰ ਇੱਕ ਹੋਰ ਘਟਨਾ ਸੁਣਾਉਣਾ, ਸੱਚੀ ਘਟਨਾ ਸੁਣੋ ਫਿਰ। ਪੰਜਾਬ ਗਤੀ ਅਖਬਾਰ ਨੂੰ ਜਾਣਦੇ ਹੋ ਤੁਸੀਂ? ਸਾਡੇ ਜਲੰਧਰ ਸ਼ਹਿਰ ਦੀ ਨਾਮੀ ਗ੍ਰਾਮੀ ਅਖਬਾਰ ਆ ਉਹ। ਮੈਂ ਜਦੋਂ ਉਹਨਾਂ ਨੂੰ ਮਿਲਣ ਗਿਆ, ਸਾਡੇ ਦੇਵੀ ਤਲਾ ਮੰਦਿਰ ਆ ਜਲੰਧਰ ਸ਼ਹਿਰ ਦੇ ਵਿੱਚ ਨਾ, ਉਹਨਾਂ ਦੇ ਜਨਰਲ ਸੈਕਟਰੀ ਹੈਗੇ ਆ ਰਜੇਸ਼ ਵਿਜ ਜੀ, ਉਹਨਾਂ ਨਾਲ ਮੇਰਾ ਬੜਾ ਪਿਆਰ ਆ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇੱਕ ਪ੍ਰੈਡਿਕਸ਼ਨ ਲਵਾਉਣੀ ਆ ਤੇ ਮੈਨੂੰ ਤੁਸੀਂ ਦੱਸੋ ਮੈਂ ਅਖਬਾਰ 'ਤੇ ਲਵਾਉਣੀ ਆ। ਉਹ ਕਹਿੰਦੇ ਵੀ ਤੁਸੀਂ ਜਾਓ ਆਪਣੇ ਪੰਜਾਬ ਗਤੀ 'ਚ, ਅਵਿਨਾਸ਼ ਚੋਪੜਾ ਜੀ ਨੂੰ ਮਿਲਿਆ, ਮੇਰਾ ਨਾਮ ਲੈ ਲਿਓ। ਮੈਂ ਅਵਿਨਾਸ਼ ਚੋਪੜਾ ਜੀ ਨੂੰ ਮਿਲਿਆ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਜੀ ਵੱਡੇ ਬਾਊ ਜੀ ਨੂੰ ਮਿਲੋ। ਮੈਂ ਵਿਜੇ ਚੋਪੜਾ ਜੀ ਕੋਲ ਚਲਾ ਗਿਆ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਦੱਸੋ ਜੀ ਕਿੱਦਾਂ ਆਏ? ਮੈਂ ਕਿਹਾ ਜੀ ਇੱਕ ਪ੍ਰੈਡਿਕਸ਼ਨ ਲਵਾਉਣੀ ਹੈ। ਮੈਨੂੰ ਰਜੇਸ਼ ਬਾਈ ਜੀ ਨੇ ਭੇਜਿਆ, ਕਹਿੰਦੇ ਕੀ ਲਵਾਉਣੀ ਆ? ਮੈਂ ਇੱਕ ਪ੍ਰੈਡਿਕਸ਼ਨ ਇਹ ਲਵਾਉਣੀ ਆ ਵੀ ਅਡਵਾਨੀ ਪ੍ਰਧਾਨ ਮੰਤਰੀ ਨਹੀਂ ਬਣੂਗਾ ਤੇ ਮਨਮੋਹਨ ਸਿੰਘ ਜੀ ਦੂਜੀ ਵਾਰੀ ਪ੍ਰਧਾਨ ਮੰਤਰੀ ਬਣਨਗੇ। ਉਹ ਮੈਨੂੰ ਕਹਿੰਦੇ ਵੀ ਤੁਹਾਡੀ ਤਾਂ ਭਵਿੱਖਬਾਣੀ ਗਲਤ ਨਿਕਲਣੀ ਆ ਤੇ ਮੈਂ ਆਪਣੀ ਅਖਬਾਰ ਦਾ ਨਾਂ ਨਹੀਂ ਖਰਾਬ ਕਰਨਾ। ਮੈਂ ਕਿਹਾ ਜੀ ਤੁਹਾਡੇ ਹਿਸਾਬ ਨਾਲ ਕੌਣ ਬਣੂਗਾ ਪ੍ਰਧਾਨ ਮੰਤਰੀ? ਉਹ ਕਹਿੰਦੇ ਜੀ ਅਡਵਾਨੀ ਬਣੂਗਾ। ਮੈਂ ਕਿਹਾ ਮਨਜ਼ੂਰ। ਮੈਂ ਕਿਹਾ ਇੱਦਾਂ ਜੀ, ਜੇ ਅਡਵਾਨੀ ਜੀ ਪ੍ਰਧਾਨ ਮੰਤਰੀ ਬਣ ਗਏ, ਮੈਂ ਆਪਣੀ ਬਿਜਲੀ ਬੋਰਡ ਦੀ ਨੌਕਰੀ ਛੱਡ ਕੇ, ਅੱਛਾ, ਜਨਾਨੀ ਬੱਚੇ ਤਿਆਗ ਕੇ ਤੁਹਾਡੇ ਘਰ ਬਿਨਾਂ ਤਨਖਾਹ ਦਾ ਨੌਕਰ ਰਹੂੰਗਾ ਮਰਦੇ ਦਮ ਤੱਕ, ਜੇ ਅਡਵਾਨੀ ਪ੍ਰਧਾਨ ਮੰਤਰੀ ਬਣ ਗਿਆ। ਜੇ ਮਨਮੋਹਨ ਸਿੰਘ ਜੀ ਦੂਜੀ ਵਾਰੀ ਪ੍ਰਧਾਨ ਮੰਤਰੀ ਬਣ ਗਏ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਆਪਣੀ ਅਖਬਾਰ 'ਚ ਆਪਣੀ ਬੰਦ ਕਰਨੀ ਆ। ਜਿਹੜੇ ਤੁਹਾਡੇ ਚਮਚੇ ਦੰਦ ਕੱਢਣ ਡੇ ਆ, ਮੇਰਾ ਮਜ਼ਾਕ ਉਡਾਉਣ ਡੇ ਆ, ਇਹਨਾਂ ਦੀ ਸਟਾਂਪ ਪੇਪਰ 'ਤੇ ਸਾਈਨ ਕਰਾਓ, ਇਹਨਾਂ ਦੇ ਗਵਾਹੀਆਂ ਪਾਓ ਤੇ ਮੈਨੂੰ ਵਿਸ਼ਵਾਸ ਆ ਮਨਮੋਹਨ ਸਿੰਘ ਦੂਜੀ ਵਾਰੀ ਪ੍ਰਧਾਨ ਮੰਤਰੀ ਬਣੂਗਾ। ਤੇ ਵਿਜੇ ਕੁਮਾਰ ਚੋਪੜਾ ਜੀ ਨੇ ਮੰਗਾਈ ਨਹੀਂ, ਆਪਣੇ ਸਟਾਂਪ ਪੇਪਰ ਨਹੀਂ ਮੰਗਾਇਆ। ਜਦੋਂ ਮੇਰੀ ਸੱਚ ਹੋਈ ਭਵਿੱਖਬਾਣੀ, ਮੈਂ ਕਿਸੇ ਹੋਰ ਅਖਬਾਰ 'ਚ ਲਵਾ ਦਿੱਤਾ ਤੇ ਫਿਰ ਮੈਨੂੰ ਉਹਨਾਂ ਨੇ ਬੁਲਾਇਆ। ਮੈਂ ਉਹਨਾਂ ਨੂੰ ਮਿਲ ਗਿਆ, ਮੈਂ ਕਿਹਾ ਲਓ ਸੱਚ ਹੋ ਗਈ। ਫਿਰ ਮੈਨੂੰ ਕਹਿੰਦੇ ਤੁਹਾਡੀ ਆਪਾਂ ਅਖਬਾਰ 'ਚ ਲਾਇਆ ਕਰਾਂਗੇ। ਭਾਜੀ ਮੈਂ ਤਾਂ ਪੈਸੇ ਵਾਪਸ ਕਰਨ ਦੀ ਗੱਲ ਕਰਦਾ, ਮੈਂ ਤਾਂ ਆਪਣੇ ਨੂੰ ਦਾਤ ਲਾ ਦਿੱਤਾ। ਤੇ ਇੱਕ ਵੀ ਐਗਜ਼ਾਮਪਲ ਦੱਸ ਦਿਓ ਪੂਰੀ ਦੁਨੀਆ 'ਚ ਕਿਤੇ ਜੋਸ਼ੀ ਨੇ ਗੱਲ ਕਹੀ ਹੋਵੇ ਵੀ ਜੇ ਮੇਰੀ ਗੱਲ ਗਲਤ ਨਿਕਲੇ ਮੈਂ ਤੁਹਾਡਾ ਗੁਲਾਮ ਬਣ ਕੇ ਰਹੂੰਗਾ? ਮੈਂ ਤਾਂ ਭਾਜੀ ਕੋਈ ਉਪਾਅ ਨਹੀਂ ਦੱਸਦਾ, ਮੈਂ ਸਿੱਧੀ ਭਵਿੱਖਬਾਣੀ ਕਰਦਾ, ਤੁਹਾਡਾ ਕੰਮ ਬਣਨਾ ਜਾਂ ਨਹੀਂ ਬਣਨਾ। ਮੈਨੂੰ ਰੱਬ ਨੇ ਇੰਨਾ ਕੀ ਗਿਆਨ ਦਿੱਤਾ ਆ ਸਿਰਫ ਦੱਸਣ ਬਾਰੇ। ਜੇ ਮੈਂ ਲੋਕਾਂ ਦਾ ਕੰਮ ਕਰ ਦੂੰਗਾ ਨਾ, ਬਦਲ ਦੂੰਗਾ ਕਿਸਮਤ, ਫਿਰ ਮੈਂ ਰੱਬ ਹੋ ਗਿਆ। ਉਪਾਅ ਦਾ ਮਤਲਬ ਕੀ ਹੁੰਦਾ? ਉਪਾਅ ਦਾ ਮਤਲਬ ਹੁੰਦਾ ਵੀ ਅਸੀਂ ਸੁਪਰ ਪਾਵਰ ਨੂੰ ਚੈਲੰਜ ਕਰ ਰਹੇ ਹਾਂ ਵੀ ਤੂੰ ਇਹਦੀ ਕਿਸਮਤ ਖਰਾਬ ਬਣਾਈ ਆ ਤੇ ਮੈਂ ਉਪਾਅ ਨਾਲ ਠੀਕ ਕਰ ਦੇਣੀ ਆ। ਠੀਕ ਆ? ਇੱਕ ਆਮ ਜੋਸ਼ੀ ਆਪਣੇ ਆਪ ਨੂੰ ਰੱਬ ਤੋਂ ਵੱਡਾ ਸਮਝਦਾ, ਪਰ ਮੈਂ ਨਹੀਂ ਭਾਜੀ ਹੈਗਾ। ਮੈਂ ਤਾਂ ਦੱਸ ਸਕਦਾ ਵੀ ਕੰਮ ਬਣਨਾ ਕਿ ਨਹੀਂ ਬਣਨਾ। ਤੇ ਤੁਸੀਂ ਕਹਿੰਦੇ ਹੋ ਜਿਹੜੇ ਜੋਸ਼ੀ ਨੇ, ਜਿਹੜੇ ਨੱਕ ਪਵਾਉਂਦੇ ਆ, ਜਿਹੜੇ ਕਹਿੰਦੇ ਆ ਵੀ ਤੁਹਾਡੀ ਕੁੰਡਲੀਆਂ ਨਹੀਂ ਠੀਕ ਹੈਗੀਆਂ, ਤੁਸੀਂ ਏਦਾਂ ਕਰ ਲਓ, ਕੋਈ ਇਹ ਉਪਾਅ ਦੱਸਦਾ ਵੀ ਤੂੰ ਸਵੇਰੇ ਉੱਠ ਕੇ ਜਾ ਕੇ ਚੋਗਾ ਪਾ, ਕੋਈ ਕੁਛ ਉਪਾਅ ਦੱਸਦਾ। ਕੋਈ ਕਹਿੰਦਾ ਵੀ 6 ਨੰਬਰ ਜਿਹੜਾ ਬੜਾ ਅਨਲੱਕੀ ਹੈ, ਕੋਈ ਕਹਿ ਦਿੰਦਾ 8 ਨੰਬਰ ਬੜਾ ਅਨਲੱਕੀ ਆ। ਅੱਜ ਕੱਲ੍ਹ ਨੰਬਰਾਂ ਦੀ ਗੇਮ ਚੱਲ ਗਈ ਹੈ। ਕੋਈ ਕਹਿੰਦਾ ਆਪਣਾ ਫੋਨ ਨੰਬਰ ਦੇ ਵਿੱਚ ਜੇ ਨੰਬਰ ਲੈਣਾ ਤਾਂ ਪਿੱਛੇ 8 ਨਹੀਂ ਹੋਣਾ ਚਾਹੀਦਾ, ਕੋਈ ਕਹਿੰਦਾ 6 ਨਹੀਂ ਹੋਣਾ ਚਾਹੀਦਾ, ਕੋਈ ਕਹਿੰਦਾ ਸਾਰਿਆਂ ਦਾ ਟੋਟਲ ਮਿਲਾ ਕੇ 15 ਜਾਂ 20 ਨਹੀਂ ਹੋਣਾ ਚਾਹੀਦਾ। ਇਹ ਸਭ ਫਿਰ ਝੂਠ ਹੈ। ਦੇਖੋ ਜੀ, ਮੈਂ ਕਿਸੇ ਨੂੰ ਮੈਂ ਕੋਈ ਨਹੀਂ ਕਹਿੰਦਾ ਵੀ ਉਹ ਸੱਚ ਬੋਲਦੇ ਝੂਠ ਬੋਲਦੇ, ਉਹਨਾਂ ਦਾ ਆਪਣਾ ਗਿਆਨ ਆ ਭਾਜੀ, ਮੇਰਾ ਆਪਣਾ ਗਿਆਨ ਆ। ਮੈਂ ਇਹ ਗੱਲ ਕਹਿਣਾ ਵੀ ਮੈਂ ਕੋਈ ਉਪਾਅ ਨਹੀਂ ਦੱਸਦਾ ਤੇ ਮੈਂ ਗਰੰਟੀ ਦਿੰਦਾ ਤੁਹਾਡਾ ਕੰਮ ਬਣੂਗਾ ਜਾਂ ਨਹੀਂ ਬਣੂਗਾ ਉਹਦੀ ਮੈਂ ਭਵਿੱਖਬਾਣੀ ਕਰਦਾ। ਨੱਗਾ ਨਾਲ ਕਿਸਮਤ ਬਦਲਦੀ ਹੈ। ਕੋਈ ਕਹਿੰਦਾ ਨੀਲਮ ਪਾ ਲਓ। ਮੈਨੂੰ ਵੈਸੇ ਨੱਗਾ, ਮੈਨੂੰ ਨੌਲੇਜ ਨਹੀਂ ਹੈਗੀ, ਮੈਂ ਸੱਚੀ ਗੱਲ ਦੱਸਾਂ, ਨਾ ਮੈਂ ਲੈਣਾ ਚਾਹੁੰਦਾ ਕਿਉਂਕਿ ਮੈਨੂੰ ਇਸ ਚੀਜ਼ਾਂ ਦਾ ਯਕੀਨ। ਚਲੋ ਤੁਸੀਂ ਕਹਿੰਦੇ ਵੀ ਜੋਸ਼ੀ ਦਾਵਾ ਕਰਦੇ ਆਪਾਂ ਉਪਾਅ ਨਾਲ ਕਿਸਮਤ ਬਦਲਦੀ, ਕਰਦੇ ਉਹ ਭਾਜੀ ਬਦਲਦੇ ਹੋਣਗੇ। ਹੁਣ ਮੈਂ ਭਾਜੀ ਇਹ ਗੱਲ ਕਹਿਣਾ ਵੀ ਸਾਰਿਆਂ ਦੀ ਕਿਸਮਤ ਨਹੀਂ ਬਦਲਦੀ। 80% ਲੋਕਾਂ ਦੇ ਕੰਮ ਨਹੀਂ ਬਣਦੇ ਦੁਨੀਆ ਦੇ ਵਿੱਚ। ਇਹ ਮੇਰਾ ਆਪਣਾ ਨੱਗਾ ਨਾਲ ਨਾ, ਮੇਰਾ ਆਪਣਾ ਤਜਰਬਾ ਆ। ਵੈਸੇ ਹੀ ਮੇਰਾ ਆਪਣਾ ਤਜਰਬਾ 45 ਸਾਲ ਦਾ, 15 ਸਾਲ ਦੀ ਉਮਰ ਤੋਂ ਮੈਂ ਕਰ ਰਿਹਾ ਇਹ ਕੰਮ। ਮੈਂ 35 ਸਾਲ ਨੌਕਰੀ ਕੀਤੀ ਆ ਬਿਜਲੀ ਬੋਰਡ 'ਚ ਤੇ 45 ਸਾਲ ਦਾ ਤਜਰਬਾ। ਮੈਂ 20 ਸਾਲ ਬੱਚੇ ਫ੍ਰੀ ਪੜ੍ਹਾਏ ਆ ਗਰੀਬ ਘਰਾਂ ਦੇ। ਮੈਂ ਨੈਚੁਰਲ ਟੀਚਰ ਆ। ਮੈਂ ਕੋਈ ਟੀਚਿੰਗ ਦੀ ਕੋਈ B.Ed ਨਹੀਂ ਕੀਤੀ ਹੋਈ, ਗਿਫਟਡ ਆ ਮੈਨੂੰ। ਬੱਚੇ ਵੀ ਮੈਂ ਨੈਚੁਰਲ ਪੜ੍ਹਾਏ ਆ, ਕੋਈ ਮੈਂ B.Ed ਨਹੀਂ ਕੀਤੀ।
ਠੀਕ ਆ, ਐਮਕਾਮ ਕੀਤੀ ਹੋਈ ਆ, ਉਹ ਬੱਚੇ ਪੜਾਏ, ਉਹ ਚ ਗਰੀਬ ਘਰਾਂ ਦੇ ਫ੍ਰੀ ਪੜਾਏ, ਅੱਛਾ ਔਰ ਮੇਰੇ ਪੜਾਏ ਬੱਚੇ ਟੋਪਰ ਬਣੇ ਆ। ਗਰੀਬ ਘਰਾਂ ਦੇ ਬੱਚੇ ਮੇਰੇ ਪੜਾਏ ਵੱਡੇ ਵੱਡੇ ਅਫਸਰ ਲੱਗੇ ਹੋਏ ਆ, ਮੇਰੇ ਪੜਾਏ ਹੋਏ ਬੱਚੇ ਸਿਰਫ ਫ੍ਰੀ ਪੜਾਏ ਭਾਜੀ। ਸ਼ਾਹੂਕਾਰਾਂ ਕੋ ਪੈਸੇ ਲਿੱਤੇ ਆ, ਗਰੀਬਾਂ ਕੋ ਪੈਸੇ ਨਹੀਂ ਲਿੱਤੇ। ਮੈਂ ਰੱਬ ਨੇ ਮੈਨੂੰ ਗਿਫਟ ਕੀਤਾ ਨਾ, ਤੇ ਮੈਂ ਉਸ ਗਿਆਨ ਦਾ ਕਦੀ ਨਜਾਇਜ਼ ਫਾਇਦਾ ਨਹੀਂ ਚੱਕਿਆ ਮੈਂ, ਠੀਕ ਆ। ਤੇ ਮੈਂ ਕਹਿੰਦਾ ਵੀ ਜੇ ਕਿਸੇ ਉਪਾਏ ਦੇ ਵਿੱਚ ਇੰਨਾ ਦਮ ਆ, ਤੇ ਸਚਿਨ ਦਾ ਮੁੰਡਾ ਫੇਲ ਆ, ਸੰਨੀ ਦਿਓਲ ਦੇ ਦੋਨੇ ਮੁੰਡੇ ਫੇਲ ਆ, ਠੀਕ ਆ। ਕਈ ਸਟਾਰ ਸਾਮ ਦੇ ਬੱਚੇ ਫੇਲ ਆ, ਉਹਨਾਂ ਦੀ ਕਿਸਮਤ ਬਦਲ ਕੇ ਦਿਖਾ ਦਿਓ। ਜੇ ਕੋਈ ਕਹਿੰਦਾ ਜੀ ਅਮਿਤਾਭ ਦਾ ਨੀਲਮ ਪਾਇਆ, ਉਹਦੀ ਕਿਸਮਤ ਚਮਕ ਗਈ, ਤੇ ਮੁੰਡੇ ਉਹਦੇ ਨੂੰ ਕਿਉਂ ਨੱਕ ਨਹੀਂ ਪੋਇਆ ਕਿਸੇ ਨੇ? ਉਹਦੇ ਮੁੰਡੇ ਦਾ ਨੰਬਰ ਕਿਉਂ ਨਹੀਂ ਬਦਲਿਆ? ਜੇ ਆਪਾਂ ਕਹਿੰਦੇ ਨੰਬਰ ਬੜਾ ਵਧੀਆ ਹੁੰਦਾ, ਉਹਦਾ ਨਾਮ ਬਦਲ ਦਿਓ, ਉਹਦਾ ਨੰਬਰ ਦੱਸ ਦਿਓ ਕਿਹੜਾ ਪਾਣਾ ਆ, ਉਹਦੀ ਕਿਸਮਤ ਚਮਕ ਜੇ ਵਿਚਾਰੇ ਦੀ। ਅਮਿਤਾਭ ਬੱਚਨ ਬੁਢਾਪੇ 'ਚ ਪੈਸੇ ਕਮਾ ਰਿਹਾ, ਉਹਦਾ ਮੁੰਡਾ ਤੈਨੂੰ ਘਰ ਬੈਠੇ ਹੋਏ ਆ। ਕਿਹੜੀ ਫਿਲਮ ਆ ਰਹੀ ਉਹਨਾਂ ਦੀ ਦੱਸੋ ਪਹਿਲੇ? ਅੱਜ ਅਭਿਸ਼ੇਕ ਬੱਚਨ ਦੀ ਕਿਹੜੀ ਫਿਲਮ ਆ ਰਹੀ ਹੈ? ਕਿਹੜੀਆਂ ਉਹਦੀਆਂ ਫਿਲਮਾਂ ਸੁਪਰ ਹਿੱਟ ਗਈਆਂ? ਇੱਕ ਵੀ ਨਾਂ ਲਾ ਦਿਓ ਮੈਨੂੰ ਆਪਣੇ ਦਮ ਤੇ। ਸੋਲੋ ਫਿਲਮ ਉਹਦੀਆਂ ਜਿੰਨੀਆਂ ਆਈਆਂ ਸਾਰੀਆਂ ਫਲੋਪ ਗਈਆਂ। ਨਹੀਂ, ਕੁਝ ਤਾਂ ਫਿਲਮਾਂ ਉਹਦੀਆਂ ਚੱਲੀਆਂ। ਗੁਰੂ ਆਈ ਫਿਲਮ ਉਹ ਚੱਲੀ ਹੈ, ਇੱਕੋ ਚੱਲੀ ਬਸ ਮਾੜੀ ਮੋਟੀ। ਉਹ ਦੱਸੋ ਕਿਹੜੀ ਚੱਲੀ? ਤਾਂ ਦੱਸੋ ਨਾ ਲਓ। ਚਲੋ ਇਹ ਤੋਂ ਇਲਾਵਾ ਚਲੋ ਮੰਨ ਲਈ ਗੱਲ। ਧੂਮ ਚੱਲੀ ਸੀ, ਬਟ ਉਹ ਮਲਟੀ ਸਟਾਰਰ ਸੀ ਭਾਜੀ। ਮਲਟੀ ਸਟਾਰ ਤੁਸੀਂ ਵੀ ਚੱਲ ਸਕਦੇ ਹੋ, ਮੈਂ ਵੀ ਚੱਲ ਸਕਦਾ ਆ। ਮਲਟੀ ਸਟਾਰ ਤੇ ਸਾਰੇ ਬੰਦੇ ਚੱਲ ਸਕਦੇ ਆ। ਮਲਟੀ ਸਟਾਰ ਤੇ ਜਸ ਚੋਪੜਾ ਦਾ ਮੁੰਡਾ, ਉਹਦੇ ਚੋਪੜਾ ਵੀ ਸੀਗਾ, ਉਹ ਵੀ ਚੱਲ ਗਿਆ। ਮਜ਼ਾ ਹੁੰਦਾ ਸੋਲੋ ਵੀ ਆਪਣੇ ਦੰਬ ਤੇ ਫਿਲਮ ਖਿੱਚ ਕੇ ਲੈ ਜਾਣੀ, ਉਹ ਆ। ਹੁਣ ਅਡਵਾਨੀ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ, ਹੁਣ ਆਹ ਦੇਖੋ, ਮੈਂ ਕਦੀ ਬਰਾਕ ਓਬਾਮਾ ਨੂੰ ਨਹੀਂ ਮਿਲਿਆ, ਬਰਾਕ ਓਬਾਮਾ ਰਾਸ਼ਟਰਪਤੀ ਬਣੂਗਾ। ਆਹ ਦੇਖੋ, ਕਦੀ ਪਹਿਲੀ ਵਾਰੀ ਬਣਨ ਤੋਂ ਪਹਿਲਾਂ। ਹਾਂ, ਇੱਕ ਮਿੰਟ ਪ੍ਰੈਡਿਕਸ਼ਨ ਆ ਚੈੱਕ ਕਰਦੇ ਆ, ਨੈਟ ਤੋਂ ਚੈੱਕ ਕਰਦੇ ਦਿਓ ਆ, ਗੂਗਲ ਕਰਕੇ ਦੇਖਦੇ ਆ ਹੁਣ। ਨਹੀਂ ਬਰਾਕ, ਨਹੀਂ 2012 ਦੇ ਵਿੱਚ ਬਰਾਕ ਓਬਾਮਾ ਬਣेंगे अमेरिका के राष्ट्रपति। ਬਰਾਕ ਓਬਾਮਾ ਉਹ ਪਹਿਲੀ ਵਾਰੀ ਬਣੇ ਸੀ? ਦੂਜੀ ਵਾਰੀ ਅੱਛਾ, ਦੂਜੀ ਵਾਰੀ ਬਣੇ ਸੀ। ਤੇ ਆਪਾਂ ਡੇਟ ਕੱਢ ਲੈਂਦੇ ਆ, ਬਰਾਕ ਓਬਾਮਾ ਦੂਜੀ ਵਾਰੀ ਕੱਢ ਲਓ, ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ। ਹਲੋ ਆ ਦੇਖੋ ਅਡਵਾਨੀ, ਅੱਧਾ ਦੇਖੋ ਅਡਵਾਨੀ ਨਹੀਂ ਮਨਮੋਹਨ ਸਿੰਘ ਹੋਣਗੇ ਅਗਲੇ ਪ੍ਰਧਾਨ ਮੰਤਰੀ। ਬਰਾਕ ਓਬਾਮਾ ਦੂਜੀ ਵਾਰੀ ਬੜਾ ਰਾਸ਼ਟਰਪਤੀ ਕਦੋਂ ਬਣਾ ਦੇਖ ਲਓ, ਸੈਕੰਡ ਟਾਈਮ ਪ੍ਰੈਜ਼ੀਡੈਂਟ। ਤੁਸੀਂ 5 ਨਵੰਬਰ ਨੂੰ ਕੀਤੀ ਸੀ ਉਹ ਰਿਜ਼ਲਟ ਕਦੋਂ ਆਇਆ? 20 ਜਨਵਰੀ 2013। ਤੇ ਮੈਂ ਕਦੋਂ ਕੀਤੀ? ਪਹਿਲੇ ਕੀਤੀ ਨਾ ਭਾਜੀ। ਫਿਰ 5 ਨਵੰਬਰ 2012। ਦੱਸੋ ਭਾਜੀ। 5 ਨਵੰਬਰ। ਚਲੋ ਜੇ ਨਹੀਂ ਦੇਖਦੇ ਹੁਣ ਤੇ ਆਪਾਂ ਵੀਡੀਓ ਦੇ ਵਿੱਚ ਚੱਜ ਨਾਲ ਦਿਖਾ ਵੀ ਦੇਵਾਂਗੇ। ਆ ਦਿਖਾ ਦਿਓ ਇੱਥੇ। ਚਲੋ ਇਸ ਕੈਮਰੇ ਦੇ ਵਿੱਚ ਇਹਨਾਂ ਨੇ ਕੀਤੀ 5 ਨਵੰਬਰ। ਤੇ ਰਿਜ਼ਲਟ ਕਦੋਂ ਆਇਆ? ਜਨਵਰੀ 'ਚ, 20 ਜਨਵਰੀ 2013। ਠੀਕ ਆ ਭਾਜੀ ਤੁਸੀਂ ਗੈਸ ਤਾਂ ਨਹੀਂ, ਗੈਸ ਨਹੀਂ, ਤੁਹਾਡੇ ਗੈਸ ਨਹੀਂ ਚੱਲਦੇ ਵੇ? ਤੁਹਾਨੂੰ ਐ ਨਹੀਂ ਲੱਗਦਾ ਭਾਜੀ? ਏਦਾਂ ਕਰੋ, ਜੇ ਗੈਸ ਚੱਲਦੇ ਆ ਤਾਂ ਤੁਸੀਂ ਮੈਨੂੰ ਪਬਲਿਕ 'ਚ ਲੈ ਗਏ ਸੀ, ਉੱਥੇ ਮੇਰੀ ਕੋਈ ਭੂਆ ਦੇ ਮੁੰਡੇ ਆਏ ਸੀ ਮੈਨੂੰ ਮਿਲਣ, ਆਮ ਪਬਲਿਕ ਸੀ ਨਾ ਉਹ। ਤੇ ਦੱਸੋ। ਅੱਛਾ ਦੱਸੋ, ਜਦੋਂ ਆਪਾਂ ਪਹਿਲੇ ਐਪੀਸੋਡ ਤੁਹਾਡੇ ਨਾਲ ਕੀਤਾ ਸੀ, ਮੈਂ ਤੁਸੀਂ ਉਦੋਂ ਮਤਲਬ ਮੋਦੀ ਬਾਰੇ ਪੁੱਛਿਆ ਸੀ ਕਿ ਨਹੀਂ ਪੁੱਛਿਆ? ਦੱਸੋ ਪਹਿਲੇ। ਫਿਰ ਤੁਹਾਨੂੰ ਮੈਂ ਕੀ ਆਖਿਆ ਸੀ? ਤੁਸੀਂ ਮੈਨੂੰ ਕੀ ਪੁੱਛਿਆ ਸੀ ਵੀ 2024 'ਚ ਮੋਦੀ ਜੀ ਦਾ ਕੀ ਹੋਊਗਾ? ਇਹੀ ਪੁੱਛਿਆ ਸਵਾਲ ਮੈਨੂੰ। ਤੇ ਮੈਂ ਤੁਹਾਨੂੰ ਕਿਹਾ ਸੀ ਵੀ 2019 ਵਾਲਾ ਜਿਹੜਾ ਜਾਦੂ ਆ ਮੋਦੀ ਦਾ 24 'ਚ ਨਹੀਂ ਚੱਲੂਗਾ। ਚੱਲਿਆ? 2019 'ਚ ਆਈਆਂ ਉਹਨਾਂ ਦੀ 303 ਸੀਟਾਂ, ਠੀਕ ਆ। ਤੇ 2024 'ਚ ਆਈਆਂ 240। 303 ਚੋਂ 100 ਪਿਛਲੀਆਂ ਸੀਟਾਂ ਜਿਹੜੀ ਸੀਟਿੰਗ ਸੀ ਉਹ ਹਾਰ ਗਏ, 40 ਨਵੀਆਂ ਜਿੱਤੀਆਂ ਨੇ, 100 ਪੁਰਾਣੀਆਂ ਹਾਰੇ ਨੇ। ਜਾਦੂ ਨਹੀਂ ਚੱਲਿਆ। ਫਿਰ ਤੁਹਾਨੂੰ ਆਪ ਬਾਰੇ ਪੁੱਛਿਆ ਸੀ ਮੈਨੂੰ, ਮੈਂ ਕਿਹਾ ਆਪ ਦਾ ਵੀ ਜਾਦੂ ਨਹੀਂ ਚੱਲਣਾ ਲੋਕ ਸਭਾ ਦੇ ਵਿੱਚ। ਤੇ ਭਗਵੰਤ ਮਾਨ ਜੀ ਕਹਿੰਦੇ ਸੀ 13-0 ਨਾਲ ਜਿੱਤਾਂਗੇ ਅਸੀਂ, ਇਹੀ ਕਹਿੰਦੇ ਸੀ। ਰੱਬ ਨੇ ਅੱਗੋਂ ਇੱਕ ਆੜਾ ਆਤਾ ਭਾਜੀ। ਮੈਂ ਆੜਾਇਆ? ਮੈਂ ਤਾਂ ਭਵਿੱਖਬਾਣੀ ਕੀਤੀ ਸੀ 2023 'ਚ, ਮਾਰਚ 2023 'ਚ, ਤੇ ਇਲੈਕਸ਼ਨ 24 'ਚ ਹੋਏ ਭਾਜੀ। ਭਵਿੱਖਬਾਣੀ ਮਤਲਬ ਕੀ ਹੁੰਦਾ? ਵੀ ਘਟਨਾ ਘਟਣ ਤੋਂ ਪਹਿਲੇ ਕੀਤੀ ਜਾਵੇ। ਪਰ ਗੱਲ ਹੈ ਹੁਣ ਪੰਜਾਬ 'ਚ ਦੁਬਾਰਾ ਜਿਮਨੀ ਚੋਣਾਂ ਆ ਰਹੀਆਂ। ਉਹ ਭਾਜੀ ਜਦੋਂ ਹੁਣ 27 'ਚ ਇਲੈਕਸ਼ਨ ਹੋਣੇ ਨਾ, ਆਪਾਂ ਉਦੋਂ ਗੱਲ ਕਰਾਂਗੇ ਇਹਦੇ ਬਾਰੇ। ਜਿਮਨੀ ਛੋਟੀ ਮੋਟੀ ਚੋਣਾਂ ਤੇ ਗੱਲ ਯਾਰ ਛੱਡ ਤੂੰ, ਆਪਾਂ ਵੱਡੀ ਗੱਲ ਕਰਿਆ ਕਰ ਮੇਰੇ ਨਾਲ। ਜਦੋਂ ਇਲੈਕਸ਼ਨ ਆਉਣਗੇ 27 'ਚ, ਉਦੋਂ ਫਿਰ ਆਪਾਂ ਪ੍ਰੋਗਰਾਮ ਕਰਾਂਗੇ, ਟੈਨਸ਼ਨ ਨਾ ਲੈ। ਹਾਲੇ ਨਹੀਂ ਦੱਸਣਾ, ਉਦੋਂ ਕਰਾਂਗੇ ਹਾਲੇ ਕੁਛ ਉਦੋਂ ਪਟਾਕਾ ਪਾਵਾਂਗੇ ਨਾ ਫਿਰ।
ਉਦੋਂ ਲੋਕਾਂ ਨੂੰ ਨਾਲੇ ਲੋਕਾਂ ਨੂੰ ਨਵਾਂ ਯਾਦ ਰਹੂਗਾ। ਠੀਕ ਨਹੀਂ? ਹੁਣ ਦੱਸੋ ਮੋਦੀ ਦੀ ਗੱਲ ਠੀਕ ਨਿਕਲੀ ਕਿ ਨਹੀਂ ਨਿਕਲੀ? ਲੋਕੀ ਕੀ ਕਮੈਂਟ ਪਾਉਂਦੇ ਸੀ, ਦੇਖਾਂਗੇ ਇਹਦੀ ਮੋਦੀ ਵਾਲੀ ਗੱਲ ਠੀਕ ਨਿਕਲਦੀ ਵੀ ਨਹੀਂ ਨਿਕਲਦੀ। ਕਮੈਂਟ ਪਾਏ ਨੇ ਲੋਕਾਂ ਨੇ, ਫਿਰ ਠੀਕ ਨਹੀਂ ਨਿਕਲੇ। ਨਹੀਂ, ਤੁਸੀਂ ਅਸਲ ਦੇ ਵਿੱਚ ਲੋਕੀ ਕਹਿੰਦੇ ਨੇ, ਕੋਈ ਤੁਹਾਨੂੰ ਬਾਬਾ ਕਹਿਣ ਲੱਗ ਗਿਆ, ਕੋਈ ਤੁਹਾਨੂੰ ਕਹਿਣ ਲੱਗ ਗਿਆ ਇਹ ਅੰਧ ਵਿਸ਼ਵਾਸ ਨਾਲ ਜੋੜਦਾ, ਇਹ ਕਿਉਂ ਏਦਾਂ ਕਰਦਾ। ਅੰਧ ਵਿਸ਼ਵਾਸ ਨਾਲ ਜੋੜ ਰਹੇ ਹੋ, ਜੋੜ ਕਿਹਦੇ ਨਾਲ ਰਹੇ ਹੋ? ਅੰਧ ਵਿਸ਼ਵਾਸ ਪਤਾ ਕੀ ਹੁੰਦਾ? ਆ ਸੁਣੋ, ਅੰਧ ਵਿਸ਼ਵਾਸ ਹੁੰਦਾ ਵੀ ਮੈਂ ਤੁਹਾਨੂੰ ਕੋਈ ਨੱਗ ਦੇ ਰਿਹਾ, ਤੁਹਾਨੂੰ ਮੈਂ ਕੋਈ ਯੰਤਰ ਦੇ ਰਿਹਾ, ਤੁਹਾਨੂੰ ਮੈਂ ਕੋਈ ਕਹਿ ਰਿਹਾ ਵੀ ਤੁਸੀਂ ਆਹ ਪੂਜਾ ਪਾਠ ਕਰੋ, ਪੂਜਾ ਪਾਠ ਕਰਾਓ, ਜਲ ਪ੍ਰਵਾਹ ਕਰੋ, ਆਹ ਕਰੋ, ਉਹ ਕਰੋ। ਉਹ ਅੰਧ ਵਿਸ਼ਵਾਸ। ਮੈਂ ਤਾਂ ਭਾਜੀ ਅੰਧ ਵਿਸ਼ਵਾਸ ਲੋਕਾਂ ਨੂੰ ਕੱਢਦਾ, ਮੈਂ ਤਾਂ ਅੰਧ ਵਿਸ਼ਵਾਸ ਲੋਕਾਂ ਨੂੰ ਕੱਢਦਾ ਭਾਜੀ, ਮੈਂ ਪਾਉਂਦਾ ਨਹੀਂ ਹੈਗਾ। ਅੰਧ ਵਿਸ਼ਵਾਸ ਉਹ ਹੁੰਦਾ ਵੀ ਜਿਹੜਾ ਤੁਸੀਂ ਕਿਸੇ ਨੂੰ ਮਿਸਗਾਈਡ ਕਰੋ ਵੀ ਤੂੰ ਆਹ ਪਾਏ ਕਰ, ਤੇਰਾ ਕੰਮ ਬਣ ਜਾਊਗਾ, ਪਰ ਗਰੰਟੀ ਕੋਈ ਨਹੀਂ। ਜੋਸ਼ੀ ਗਰੰਟੀ ਨਹੀਂ ਦਿੰਦਾ ਕੋਈ ਵੀ। ਮੈਂ ਕਹਿੰਦਾ ਭਰਾਵਾ ਤੂੰ ਕੋਈ ਉਪਾਏ ਕਰਨਾ ਹੀ ਨਹੀਂ, ਤੇਰਾ ਕੰਮ ਬਣੂਗਾ ਜਾਂ ਨਹੀਂ ਬਣੂਗਾ, ਇਸ ਗੱਲ ਦੀ ਗਰੰਟੀ ਆ। ਮੈਂ ਇਹ ਨਹੀਂ ਕਹਿੰਦਾ ਕੰਮ ਬਣੂਗਾ, ਮੈਂ ਗੱਲ ਕਹਿੰਦਾ ਵੀ 80% ਲੋਕਾਂ ਦੇ ਕੰਮ ਹੀ ਨਹੀਂ ਬਣਦੇ, 20% ਕੰਮ ਬਣਦੇ ਲੋਕਾਂ 'ਚ, ਤੇ ਮੈਂ 20 ਦੀ ਗਰੰਟੀ ਲੈਣਾ। 80% ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਮੈਂ ਫ੍ਰੀ ਦੱਸ ਦਿੰਦਾ, ਉਹਨਾਂ ਕੋਲ ਲੈਂਦਾ ਹੀ ਕੁਛ ਨਹੀਂ। ਮੈਂ ਜਿਹਨਾਂ ਦੇ ਕੰਮ ਨਹੀਂ ਬਣਨੇ, ਮੈਨੂੰ ਪਤਾ ਕੰਮ ਨਹੀਂ ਬਣਨੇ, ਕਾਹਦੇ ਪੈਸੇ ਭਾਜੀ, ਕਾਹਦੇ ਲੈਣੇ? ਕੁੰਵਰ ਜੀ, ਮੇਰਾ ਮਕਸਦ ਨਹੀਂ ਆ ਲੋਕਾਂ ਕੋਲੋਂ ਪੈਸੇ ਕਮਾਉਣ ਦਾ। ਮੈਂ ਇੱਕ ਨੋਬਲ ਕਾਜ਼ ਕਰ ਰਿਹਾ। ਮੈਂ ਟਰਸਟ ਖੋਲਿਆ, ਉਹਦਾ ਨਾਂ ਹੈਗਾ ਪਰਹਿਤ ਟਰਸਟ। ਠੀਕ ਆ? ਉਹਦੇ 'ਚ ਮੈਂ ਗਰੀਬ ਬੱਚੇ ਜਿਹੜੇ ਇੰਟੈਲੀਜੈਂਟ ਆ ਉਹਨਾਂ ਨੂੰ ਸਾਡੀ ਸੰਸਥਾ ਫ੍ਰੀ ਪੜ੍ਹਾਏਗੀ। ਠੀਕ ਆ? ਉਹ ਜਿਹੜਾ ਲੋਕੀ ਮੈਨੂੰ ਪੈਸੇ ਦਿੰਦੇ ਆ, ਉਹ ਡੋਨੇਸ਼ਨ ਐਜ ਏ ਡੋਨੇਸ਼ਨ ਆਉਂਦਾ, ਉਹ ਮੇਰੀ ਟਰਸਟ ਵਿੱਚ ਆਉਂਦਾ। ਅਤੇ ਟਰਸਟ ਵਿੱਚ ਸਰਕਾਰ ਕੋਲ ਮੈਂ ਸਰਟੀਫਿਕੇਟ ਲਿਆ ਆ ਵੀ ਤੁਸੀਂ ਅਗਰ ਮੈਨੂੰ ਫੀਸ ਦਿੰਦੇ ਹੋ ਅਤੇ ਤੁਸੀਂ ਮੇਰੇ ਕੋਲ ਸਰਟੀਫਿਕੇਟ ਲੈ ਸਕਦੇ ਹੋ ਅੰਡਰ ਸੈਕਸ਼ਨ 80G। ਤੁਸੀਂ ਇਨਕਮ ਟੈਕਸ ਦੀ ਰਿਬੇਟ ਲੈ ਸਕਦੇ ਹੋ। ਆ ਲਓ ਪੜ੍ਹੋ, ਆ ਦਿਖਾਓ। ਫੀਸ ਦੇਵਾਂਗੇ, ਦਿਖਾ ਦਾਂਗੇ, ਕੈਮਰੇ ਦਿਖਾ ਦਾਂਗੇ, ਬੜੇ ਠੀਕ ਨਹੀਂ ਨਾਲ ਸ਼ਾਰਟ ਕਰਾਂਗੇ। ਨਹੀਂ, ਕਹਿਣ ਦਾ ਮਤਲਬ ਇਹ ਆ ਵੀ ਮੈਂ ਬਕਾਇਦਾ ਟਰਸਟ ਖੋਲਿਆ ਭਾਜੀ। ਮੈਂ ਪੈਸੇ ਆਪਣੇ ਲਈ ਨਹੀਂ ਕਮਾ ਰਿਹਾ, ਮੈਨੂੰ ਪੈਸੇ ਚਾਹੀਦੇ ਨਹੀਂ ਹੈਗੇ। ਮੈਂ ਲੋਕਾਂ ਕੋਲ ਪੈਸੇ ਲੈਣੇ ਆ ਤੇ ਸੁਸਾਇਟੀ ਕੋਲ ਲੈਣੇ ਆ, ਸੁਸਾਇਟੀ ਨੂੰ ਹੀ ਵਾਪਸ ਕਰ ਦੇਣੇ ਆ। ਬਟ ਲੋਕੀ ਤਾਂ ਥੱਲੇ ਕਮੈਂਟ ਕਰਨ ਲੱਗ ਜਾਂਦੇ ਆ ਪੈਸੇ ਬਹੁਤ ਲੈਂਦੇ ਆ। ਅੱਛਾ ਭਾਜੀ, ਗੱਲ ਪੈਸੇ ਲੁੱਟਦੇ ਬਹੁਤ ਨੇ ਲੋਕੀ, ਇਹ ਕਹਿਣ ਲੱਗ ਜਾਂਦੇ। ਗੱਲ ਇੱਦਾਂ ਆ ਵੀ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਠੀਕ ਆ, ਮੈਂ ਤੁਹਾਨੂੰ ਫ੍ਰੀ ਦੇ ਦਾਂਗਾ। ਪਰ ਜੇ ਤੁਹਾਡੇ ਕੋਲ ਪੈਸੇ ਹੈਗੇ ਆ, ਉਹ ਤੁਸੀਂ ਕਹਿੰਦੇ ਮੈਂ ਗਰੀਬ ਹਾਂ, ਮੈਂ ਤਾਂ ਬੰਦਾ ਮਿੰਟ 'ਚ ਫੜ ਲੈਣਾ। ਮੇਰੇ ਕੋਲ ਇੱਕ ਬੰਦਾ ਆ ਗਿਆ ਮਿਲਣ ਵਾਸਤੇ, ਕਹਿੰਦਾ ਭਾਜੀ ਮੈਂ ਗਰੀਬ ਹਾਂ। ਮੈਂ ਕਿਹਾ ਠੀਕ ਆ, ਪਰ ਤੇਰੇ ਫਿੰਗਰਪ੍ਰਿੰਟ ਕਹਿੰਦੇ, ਤੇਰਾ ਚਿਹਰਾ ਕਹਿੰਦਾ ਤੂੰ ਗਰੀਬ ਨਹੀਂ ਹੈਗਾ, ਤੈਨੂੰ ਪੈਸੇ ਤੰਗੀ ਹੈ ਨਹੀਂ ਬਚਪਨ ਤੋਂ ਹੀ, ਤੂੰ ਝੂਠ ਬੋਲਦਾ। ਸੱਚ ਬੋਲੇਗਾ ਤੇਰੇ ਨਾਲ ਗੱਲ ਕਰਨੀ ਤਾਂ ਦਰਵਾਜ਼ਾ ਖੁੱਲ੍ਹਾ ਜਾ। ਕਹਿੰਦਾ ਹਾਂਜੀ ਪੈਸੇ ਹੈਗੇ। ਤੇ ਮੈਂ ਕਿਹਾ ਵੀ ਮੈਨੂੰ ਝੂਠ ਕੋ ਬੋਲਦਾ? ਭਾਜੀ ਮੇਰੇ ਅੱਗੇ ਬੰਦਾ ਝੂਠ ਨਹੀਂ ਬੋਲ ਸਕਦਾ। ਨਹੀਂ ਬੋਲ ਸਕਦਾ। ਮੈਂ ਕਰ ਜਿਹੜਾ ਮਰਜ਼ੀ ਲਿਆਓ, ਮੈਂ ਦੱਸ ਦੂੰਗਾ ਫਿੰਗਰਪ੍ਰਿੰਟ ਦੇਖ ਕੇ ਤੇ ਕੋਈ ਪੈਸੇ ਆਏ ਕਿ ਨਹੀਂ ਹੈਗੇ। ਇਹੀ ਤਾਂ ਰੱਬ ਨੇ ਮੈਨੂੰ ਗਿਆਨ ਦਿੱਤਾ ਆ। ਮੈਂ ਗਰੰਟੀ ਕਿਉਂ ਦਿੰਦਾ? ਮੈਨੂੰ ਵਿਸ਼ਵਾਸ ਆ ਵੀ ਇਹਦਾ ਕੰਮ ਬਣੂਗਾ ਜਾਂ ਨਹੀਂ ਬਣੂਗਾ, ਮੈਂ ਗਰੰਟੀ ਦਿੰਦਾ। ਮੈਂ ਤਾਂ ਕਹਿੰਦਾ ਭਰਾਵਾ ਤੇਰਾ ਕੰਮ ਨਹੀਂ ਬਣੂਗਾ, ਪੈਸੇ ਵਾਪਸ ਲੈ ਜਾ। ਅਗਰ ਜੇ ਤੁਸੀਂ ਕੁਝ ਬਦਲ ਹੀ ਨਹੀਂ ਸਕਦੇ ਤਾਂ ਤੁਸੀਂ ਫੀਸ ਕਾਹਦੀ ਲੈ ਰਹੇ? ਭਾਜੀ ਮੈਂ ਲੋਕਾਂ ਨੂੰ ਗਾਈਡ ਕਰ ਰਿਹਾ। ਇੱਕ ਬੰਦਾ ਮੇਰੇ ਕੋਲ ਆਇਆ, ਉਹਨੂੰ ਕਿਤੇ ਜੋਸ਼ੀ ਨੇ ਕਹਿ ਦਿੱਤਾ, ਬੰਬੇ ਤੋਂ ਆਇਆ ਮੈਨੂੰ ਸਪੈਸ਼ਲ ਮਿਲਣ, ਉਹਨੇ ਕਿਤੇ ਜੋਸ਼ੀ ਦੇ ਕਹਿਣ 'ਤੇ ਸ਼ੇਅਰ ਮਾਰਕੀਟ 'ਚ 2 ਕਰੋੜ ਰੁਪਏ ਲਾ ਦਿੱਤਾ। ਉਹ ਤੁਹਾਡੀ ਠੀਕ ਆ, ਉਹ ਤਾਂ 2 ਕਰੋੜ ਰੁਪਏ ਡੁੱਬ ਗਿਆ। ਉਹ ਬੰਬੇ ਤੋਂ ਮੈਨੂੰ ਸਪੈਸ਼ਲ ਇੱਕੋ ਸਵਾਲ ਪੁੱਛਣ ਆਇਆ, ਸਿਰਫ ਬਾਈ ਏਅਰ। ਕਹਿੰਦਾ ਜੀ ਮੇਰਾ ਦੱਸੋ ਜੀ, ਮੈਂ ਸ਼ੇਅਰ ਮਾਰਕੀਟ 'ਚ ਪੈਸੇ ਕਮਾ ਲੂੰਗਾ। ਮੈਂ ਉਹਨੂੰ ਕਿਹਾ ਵੀ 0, 1 ਰੁਪਇਆ ਨਹੀਂ ਕਮਾ ਸਕਦਾ। ਉਸ ਬੰਦੇ ਨੇ ਮੈਨੂੰ ਬਾਅਦ 'ਚ ਸਟੋਰੀ ਦੱਸੀ ਵੀ ਮੈਂ 2 ਕਰੋੜ ਰੁਪਇਆ ਕਿਤੇ ਜੋਸ਼ੀ ਦੇ ਕਹਿਣ 'ਤੇ ਲਾ ਬੈਠਾ। ਭਾਜੀ ਮੈਂ ਤਾਂ ਲੋਕਾਂ ਦੀ ਮਦਦ ਕਰਦਾ, ਬਚਾਉਣਾ। ਮੈਂ ਉਹਨੇ 2 ਕਰੋੜ ਦਾ ਲੋਸ ਕਰ ਲਿਆ, ਅਗਲੇ ਪੈਸੇ ਉਹਦੇ ਬਚਾਤੇ। ਮੈਂ ਅੱਗੇ ਤੋਂ ਨੁਕਸਾਨ ਬਚ ਗਿਆ ਉਹਦਾ। ਮੈਂ ਭਾਜੀ ਭਲਾ ਕਰਦਾ। ਮੇਰਾ ਇੱਕ ਦੋਸਤ, ਮੇਰਾ ਬਿਜਲੀ ਬੋਰਡ 'ਚ ਮੇਰਾ ਮੁਲਾਜ਼ਮ ਭਰਾ ਮੇਰਾ, ਉਹ ਮੈਨੂੰ ਪੁੱਛਣ ਆ ਗਿਆ ਆਪਣੀ ਬੇਟੀ ਬਾਰੇ। ਕਹਿੰਦਾ ਆਪਣੀ ਬੇਟੀ ਦੀ ਮੈਂ ਸ਼ਾਦੀ ਕਰਨੀ ਆ। ਮੈਂ ਉਹਨੂੰ ਕਿਹਾ ਵੀ ਯਾਰ ਤੇਰੀ ਬੇਟੀ ਦਾ ਮਹੱਤਵ ਦੇਖਿਆ ਵੀ ਉਹਦਾ ਵਿਆਹ ਕਾਮਯਾਬ ਨਹੀਂ ਹੈਗਾ, ਅਤੇ ਤੂੰ ਮੇਰੇ ਹਿਸਾਬ ਨਾਲ ਨਾ ਤੂੰ ਨਾ ਪੰਗਾ ਲੈ। ਤੂੰ ਇੱਕ ਕੰਮ ਕਰ, ਤੁਸੀਂ ਦੋਨੇ ਮੀਆਂ ਬੀਬੀ ਜੋਬ ਕਰਦੇ ਹੋ, ਤੁਹਾਨੂੰ ਚੰਗੇ ਪੈਸੇ ਮਿਲਣੇ ਆ, ਕੁੜੀ ਨਾਂ 'ਤੇ ਪੈਸੇ ਲਵਾ ਦੇ, ਕੋਠੀ ਤੇਰੀ ਹੈਗੀ ਆ, ਆਰਾਮ ਨਾਲ ਵਿਆਜ ਖਾਈ ਜਾਊਗੀ, ਕੁੜੀ ਰਹੀ ਜਾਊਗੀ ਘਰ, ਅਤੇ ਤੂੰ ਵਿਆਹ ਦਾ ਪੰਗਾ ਨਾ ਲੈ, ਇਹਦਾ ਵਿਆਹ ਦਾ ਸੁੱਖ ਨਹੀਂ ਹੈਗਾ। ਕਹਿੰਦਾ ਜੀ ਮੁਸ਼ਕਿਲ ਆ ਯਾਰ, ਵਿਆਹਣਾ ਤਾਂ ਪੈਣਾ ਹੀ ਹੈ। ਮੈਂ ਕਿਹਾ ਦੇਖ ਲਾ ਵੀ। ਉਹ ਚਲਾ ਗਿਆ ਕਿਤੇ ਜੋਸ਼ੀ ਕੋਲ, ਉਹਨੇ ਉਹਨੂੰ ਪੁਖਰਾਜ ਨਾ ਗਵਾਤਾ। ਭਾਜੀ ਪਹਿਲਾ ਵਿਆਹ ਕੀਤਾ, ਤਲਾਕ ਹੋ ਗਿਆ। ਦੂਜਾ ਕੀਤਾ, ਤਲਾਕ ਹੋ ਗਿਆ। ਤੀਜਾ ਕੀਤਾ, ਮੁੰਡਾ ਅਬਨੋਰਮਲ ਪੈਦਾ ਹੋ ਗਿਆ।
ਮੰਦਬੁੱਧੀ ਬੱਚਾ, ਉਹਦਾ ਘਰ ਵਾਲਾ ਬਿਨਾਂ ਦੱਸੇ ਗਾਇਬ ਹੋ ਗਿਆ। ਅੱਜ ਉਹ ਕੁੜੀ ਬਨੋਰਨ ਬੱਚੇ ਨੂੰ ਲੈ ਕੇ ਆਪਣੇ ਪਿਓ ਦੇ ਘਰ ਬੈਠੀ ਆ। ਭਾਜੀ ਮੈਂ ਵੀ ਤਾਂ ਇਹੀ ਗੱਲ ਕਹੀ ਸੀ ਜਦੋਂ ਮੇਰੇ ਕੋਲ ਆਇਆ ਸੀ ਮੇਰਾ ਯਾਰ। ਹੁਕਮ ਮੈਂ ਪੈਸੇ ਨਾ ਲਈ ਸੀ, ਫ੍ਰੀ ਦੱਸਿਆ ਜੀ ਨਾ, ਫ੍ਰੀ ਦੀ ਭਾਜੀ ਵੈਲਿਊ ਨਹੀਂ ਪੈਂਦੀ। ਉਹ ਜੋਸ਼ੀ ਕੋਲ ਗਿਆ, ਨੱਗ ਲਿਆ, ਪੈਸੇ ਦਿੱਤੇ ਨਾ ਉਹਨੇ, ਤਾਂ ਵੀ ਕੁੜੀ ਦੇ ਘਰ ਬੈਠੀ ਪਈ ਆ। ਮੈਂ ਇਹੀ ਤਾਂ ਗੱਲ ਕਹਿਣਾ ਵੀ ਕੋਈ ਨੱਗ, ਕੋਈ ਉਪਾਏ ਤੁਹਾਡੀ ਕਿਸਮਤ ਨਹੀਂ ਬਦਲ ਸਕਦਾ। ਕੋਈ ਨਹੀਂ ਮਿਲਦਾ। ਤੁਸੀਂ ਮੈਨੂੰ ਦੱਸੋ ਕੁੰਵਰ ਜੀ, ਤੁਸੀਂ ਆਪ ਜ਼ਿੰਦਗੀ ਕੋਈ ਉਪਾਏ ਕੀਤਾ? ਨਹੀਂ ਕੀਤਾ। ਵੀ ਤੁਹਾਡੇ ਜਦੋਂ ਕੰਮ ਕਿਤੇ ਤੁਹਾਨੂੰ ਅੜਚਨ ਆਉਂਦੀ ਤੁਹਾਨੂੰ ਰੱਬ ਕੱਢਦਾ ਨਹੀਂ? ਕੱਢਦਾ। ਉਹ ਮੈਂ ਕੱਢਦਾ ਤੁਹਾਨੂੰ? ਤੁਹਾਡੇ ਫਿੰਗਰਪ੍ਰਿੰਟ ਵਧੀਆ ਨੇ, ਉਹ ਤਾਂ ਤੁਹਾਨੂੰ ਰੱਬ ਕੱਢਦਾ। ਤੁਹਾਡੀ ਕਈ ਵਾਰ ਜੇਬ 'ਚ ਪੈਸੇ ਨਹੀਂ ਵੀ ਹੁੰਦੇ ਤੇ ਤੁਹਾਨੂੰ ਅਚਾਨਕ ਲੋੜ ਹੁੰਦੀ ਪੈਸਿਆਂ ਦੀ, ਤੁਹਾਡਾ ਰੱਬ ਇੰਤਜ਼ਾਮ ਨਹੀਂ ਕਰਦਾ? ਦੱਸੋ। ਕਰਦਾ। ਉਹ ਭਾਜੀ ਰੱਬ ਨੇ ਜੁਗਾੜ ਬਣਾਉਣਾ ਹੁੰਦਾ ਬੰਦੇ ਦਾ। ਰੱਬ ਨੇ ਧਰਤੀ ਤੇ ਆਪ ਨਹੀਂ ਆਉਣਾ ਕੰਮ ਕਰਨ ਲਈ, ਉਹਨੇ ਕੋਈ ਨਾ ਤੁਹਾਡਾ ਵਿੱਧ ਬਣਾਉਣੀ ਹੈ। ਕੁਦਰਤ ਨੇ, ਕੁਦਰਤ ਵਿੱਧ ਬਣਾਉਂਦੀ ਆ। ਹੁਣ ਦੱਸੋ, ਭਗਵਾਨ ਰਾਮ ਦੇ ਸਾਹਮਣੇ ਕੁਰਸੀ ਪਈ ਸੀ, ਉਹਨਾਂ ਨੂੰ 14 ਸਾਲ ਬਨਵਾਸ 'ਚ ਜਾਣਾ ਪਿਆ ਗਿਆ। ਜਾਣਾ ਪਿਆ ਕਿ ਨਹੀਂ ਜਾਣਾ ਪਿਆ? ਹੁਣ ਭਗਵਾਨ ਰਾਮ ਦੀ ਗੱਲ ਸੁਣ ਲਓ। ਜਦੋਂ ਭਗਵਾਨ ਰਾਮ ਜੀ 14 ਸਾਲ ਬਨਵਾਸ ਚਲੇ ਗਏ ਤੇ ਉਹਨਾਂ ਦੇ ਗੁਰੂ ਉਹਨਾਂ ਨੂੰ ਜੰਗਲ 'ਚ ਮਿਲਣ ਆਏ। ਉਹ ਦੋਨੇ ਭਰਾ ਰਾਮ ਜੀ ਲਕਸ਼ਮਣ ਜੀ ਉਹਨਾਂ ਦੇ ਪੈਰ ਘੁੱਟ ਰਹੇ ਆ ਗੁਰੂ ਜੀ ਦੇ ਆਪਣੇ। ਤੇ ਗੁਰੂ ਜੀ ਕਹਿ ਰਹੇ ਆ ਵੀ ਰਾਮ ਲਕਸ਼ਮਣ ਵੀ ਜਿਹੜਾ ਲਾਭ ਹਾਨੀ, ਜਸ਼ ਅਪਜਸ਼ ਤੇ ਜੰਮਣ ਮਰਨ, ਇਹ ਸਾਰਾ ਵਿਧੀ ਹੱਥ। ਤੇ ਰਾਮ ਜੀ ਪੁੱਛਦੇ ਆ ਗੁਰੂਵਰ ਵੀ ਜੇ ਸਾਰਾ ਕੁਝ ਵਿਧੀ ਹੱਥ ਆ ਤੇ ਬੰਦੇ ਹੱਥ ਕੀ ਆ? ਉਹ ਕਹਿੰਦੇ ਬੰਦੇ ਹੱਥ ਇਕੱਲਾ ਕਰਮ ਹੈ, ਉਹ ਸਿਰਫ ਕਰਮ ਕਰ ਸਕਦਾ। ਤੇ ਮੈਂ ਵੀ ਭਾਜੀ ਕਰਮ ਦੀ ਗੱਲ ਕਰਦਾ, ਪਿਛਲੇ ਜਨਮਾਂ ਦੇ ਕਰਮਾਂ ਦੀ। ਮੈਂ ਤਾਂ ਹੋਰ ਤਾਂ ਗੱਲ ਹੀ ਕੋਈ ਨਹੀਂ ਕਰਦਾ। ਤੇ ਭਗਵਾਨ ਸ਼੍ਰੀ ਕ੍ਰਿਸ਼ਨ ਵੀ ਇਹੀ ਗੱਲ ਕਹਿੰਦੇ ਆ ਵੀ ਤੇਰਾ ਕਰਮ ਤੇ ਅਧਿਕਾਰ ਆ, ਫਲ ਤੇ ਅਧਿਕਾਰ ਨਹੀਂ ਹੈਗਾ। ਫਲ ਤਾਂ ਉਦਾਂ ਦਾ ਆਊਗਾ ਜਿੱਦਾਂ ਦਾ ਤੂੰ ਕਰਮ ਕਰਨਾ। ਆਪਣਾ ਕਰਮ ਠੀਕ ਕਰੋ। ਮੈਂ ਲੋਕਾਂ ਨੂੰ ਕਹਿੰਦਾ ਆਪਣੇ ਕਰਮ ਬਦਲੋ, ਆਪਣੇ ਆਪ ਨੂੰ ਬਦਲੋ ਜੇ ਆਪਣੀ ਕਿਸਮਤ ਬਦਲਣੀ ਆ ਤਾਂ। ਮੈਂ ਲੋਕਾਂ ਨੂੰ ਵਹਿਮਾਂ 'ਚ ਨਹੀਂ ਪਾਉਂਦਾ। ਮੈਂ ਉਹ ਕਹਿੰਦਾ ਆਪਣੇ ਨੂੰ ਬਦਲੋ। ਜੇ ਮੰਨ ਲਓ ਕਿ ਮੇਰੇ ਤੋਂ ਕੋਈ ਬੰਦਾ ਹੈਲਦੀ ਆ ਗਿਆ, ਭਾਰਾ ਬੰਦਾ ਆ ਗਿਆ ਭਾਜੀ, ਤੇ ਮੈਨੂੰ ਉਹਦੇ ਫਿੰਗਰਪ੍ਰਿੰਟ ਦੇ ਕੇ ਲੱਗਾ ਪਤਾ ਉਹਦੀ ਹੈਲਥ ਆਉਣ ਵਾਲੇ ਸਮੇਂ 'ਚ ਖਰਾਬ ਆ, ਉਹ ਮੈਨੂੰ ਕਹਿ ਵੀ ਰਿਹਾ ਮੈਨੂੰ ਹੈਲਥ ਪ੍ਰੋਬਲਮ ਹੈਗੀ ਆ, ਤੇ ਮੈਂ ਉਹਨੂੰ ਕਹਿੰਦਾ ਭਾਜੀ ਆਪਣਾ ਭਾਰ ਘਟਾਓ, ਠੀਕ ਆ। ਤੇ ਜਦੋਂ ਭਾਜੀ ਉਹ ਭਾਰ ਘਟਾਊਗਾ ਆਪਣਾ ਤੇ ਉਹਦੀ ਹੈਲਥ ਠੀਕ ਨਹੀਂ ਹੋਏਗੀ। ਤੇ ਜੇ ਉਹਨੇ ਆਪਣਾ ਲਾਈਫ ਸਟਾਈਲ ਬਦਲਿਆ ਤਾਂ ਹੀ ਭਾਰ ਘਟਿਆ। ਇਹਦਾ ਮਤਲਬ ਆਪਣੇ ਨੂੰ ਬਦਲਿਆ ਨਾ। ਬਿਲਕੁਲ। ਤੇ ਮੈਂ ਬਦਲਣ ਦੀ ਗੱਲ ਕਰਦਾ ਭਾਜੀ। ਮੈਂ ਲੋਕਾਂ ਨੂੰ ਕਹਾਂ ਤੁਸੀਂ ਇਫ ਯੂ ਆਰ ਇਨ ਦਾ ਡਾਰਕ ਯੂ ਹੈਵ ਟੂ ਲਾਈਟ ਅ ਲੈਂਪ। ਜੇ ਤੁਸੀਂ ਹਨੇਰੇ 'ਚ ਉਹ ਰੋਸ਼ਨੀ ਤੁਹਾਨੂੰ ਆਪ ਕਰਨੀ ਪੈਣੀ ਹੈ, ਬਾਹਰੋਂ ਕਿਸੇ ਨੇ ਨਹੀਂ ਕਰਨਾ ਨਾ। ਮੈਂ ਤਾਂ ਸਿਰਫ ਲੋਕਾਂ ਨੂੰ ਗਾਈਡ ਕਰਦਾ ਭਾਜੀ। ਤੁਸੀਂ ਭਵਿੱਖਬਾਣੀਆਂ ਤਾਂ ਸਾਰੀਆਂ ਦਿਖਾਤੀਆਂ, ਥੋੜੀ ਪੁਰਾਣੀਆਂ ਨੇ, 10 5 ਸਾਲ ਪੁਰਾਣੀਆਂ। ਕੋਈ ਨਵੀਂ ਭਵਿੱਖਬਾਣੀ ਤਾਂ ਦੱਸੋ। ਆ ਮੋਦੀ ਦੀ 2023 'ਚ ਕੀਤੀ, ਕਮਾਲ ਕਰੀ ਜਾਂਦੇ ਯਾਰ। ਹੁਣ ਦੀ ਦੱਸੋ। ਹੁਣ ਦੀ ਗੱਲ ਸੁਣ ਲਓ। ਹੁਣ ਦੱਸੋ ਕੋਈ ਭਵਿੱਖਬਾਣੀ ਅੱਜ ਬੈਠੇ ਔਨ ਰਿਕਾਰਡ ਦੱਸੋ। ਸੁਣੋ ਇੱਕ ਵਾਰੀ ਲੇਟਾ ਦੱਸਦਾ। ਮੈਨੂੰ ਬੰਬੇ ਤੋਂ ਕਿਸੇ ਪ੍ਰੋਡਿਊਸਰ ਦਾ ਫੋਨ ਆਇਆ। ਕਹਿੰਦਾ ਜੀ ਕੁਮਾਰ ਜੀ ਦੇਖੋ ਜਰਾ ਮਾੜਾ ਜਿਹਾ ਵੀ ਆ ਬੜੇ ਮੀਆਂ ਛੋਟੇ ਮੀਆਂ ਅਕਸ਼ੇ ਕੁਮਾਰ ਦੀ ਫਿਲਮ ਆਈ ਆ, ਉਹਦਾ ਮੈਂ ਟ੍ਰੇਲਰ ਭੇਜਿਆ, ਦੇਖੋ ਫਿਲਮ ਚੱਲੂਗੀ। ਅਕਸ਼ੇ ਕੁਮਾਰ ਤੇ ਟਾਈਗਰ ਸ਼ਰੋਫ ਦੀ। ਹਾਂ ਵੀ ਫਿਲਮ ਸੁਪਰ ਹਿੱਟ ਹੈ ਕਿ ਸੁਪਰ ਫਲਾਪ? ਮੈਂ ਕਿਹਾ ਦੇਖਣ ਦੀ ਲੋੜ ਨਹੀਂ ਟ੍ਰੇਲਰ ਮੈਨੂੰ। ਕਹਿੰਦੇ ਕੀ ਮਤਲਬ? ਮੈਂ ਕਿਹਾ ਫਲੋਪ ਆ। ਮੈਂ ਕਿਹਾ ਇਹ ਫਲੋਪ ਨਹੀਂ ਇਕੱਲੀ, ਉਹਦੀ ਆਉਣ ਵਾਲੀਆਂ ਅਗਲੀਆਂ ਫਿਲਮਾਂ ਹੀ ਫਲੋਪ ਆ ਭਾਜੀ। ਇਹ ਲੇਟਰ ਪ੍ਰੈਡਿਕਸ਼ਨ ਆ। ਸਰਫਿਰਾ ਫਲੋਪ ਹੋ ਗਈ, ਖੇਲ ਖੇਲ ਫਲੋਪ ਹੋ ਗਈ, ਆ ਹੁਣ ਲੇਟੈਸਟ ਗੱਲ ਆ। ਇੱਕ ਪਿੱਛੇ ਵੀ ਆਈ ਫਿਲਮ, ਮੈਨੂੰ ਤਾਂ ਉਹਦਾ ਨਾਮ ਵੀ ਨਹੀਂ ਪਤਾ। ਸਰਫਿਰਾ ਫਲਾਪ ਹੋ ਗਈ। ਸਰਫਿਰਾ ਨਾਮ ਫਲਾਪ ਹੋ ਗਈ। ਹਾਂ, ਖੇਲ ਖੇਲ ਫਲਾਪ ਹੋ ਗਈ ਭਾਜੀ, ਹੁਣੇ ਆਈ ਹੈ ਲੇਟੈਸਟ। ਤੁਸੀਂ ਲੇਟੈਸਟ ਦੀ ਗੱਲ ਕਰਦੀ, ਤੁਹਾਨੂੰ ਮੈਂ ਜਵਾਬ ਦੇਣ ਡਿਆ। ਇਹ ਪ੍ਰੈਡਿਕਸ਼ਨ ਮੈਂ ਕਰ ਚੁੱਕਾ ਅਕਸ਼ੇ ਕੁਮਾਰ ਬਾਰੇ ਪਹਿਲੇ ਵੀ। ਅਕਸ਼ੇ ਕੁਮਾਰ ਦਾ ਟਾਈਮ ਲੰਘ ਗਿਆ ਭਾਜੀ, ਮੇਰਾ ਆਪਣਾ ਸਟਾਈਲ ਹੈ। ਹੁਣ ਅਕਸ਼ੇ ਕੁਮਾਰ ਦਾ ਟਾਈਮ ਇਸ ਲਈ ਕਿਉਂ ਖਰਾਬ ਚੱਲ ਰਿਹਾ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਇਹ ਅਕਸ਼ੇ ਕੁਮਾਰ ਮੇਰੇ ਨਾਲ ਗੱਲ ਕਰੂਗਾ, ਉਹ ਦੱਸੂਗਾ ਵੀ ਉਹਦੇ ਕਿਹੜੇ ਕਰਮਾਂ ਕਰਕੇ ਉਹਦਾ ਕੰਮ ਖਰਾਬ ਹੋਇਆ। ਉਹਨੇ ਕੋਈ ਇੱਦਾਂ ਦਾ ਕਰਮ ਕਰ ਬੈਠਾ ਜਿਹਦੇ ਕਰਕੇ ਕੰਮ ਖਰਾਬ ਹੋ ਗਿਆ ਭਾਜੀ। ਪੰਜਾਬੀਆਂ ਦੇ ਨਾਲ ਨਹੀਂ ਖੜਿਆ। ਉਹ ਛੱਡੋ, ਮੈਂ ਉਹਦੀ ਗੱਲ ਨਹੀਂ ਕਰਦਾ। ਮੈਂ ਦੱਸੂਗਾ ਉਹਨੇ ਕੀ ਗਲਤੀ ਕੀਤੀ। ਬੰਦਾ ਆਪਣੀ ਗਲਤੀ ਦਾ ਆਪ ਜ਼ਿੰਮੇਵਾਰ ਆ। ਜਦੋਂ ਵੀ ਤੁਹਾਡੇ ਤੋਂ ਕੋਈ ਮੁਸੀਬਤ ਆਊ ਨਾ ਜ਼ਿੰਦਗੀ 'ਚ, ਜੇ ਤੁਸੀਂ ਇਮਾਨਦਾਰੀ ਨਾਲ ਨਲਸਤ ਕਰੋਗੇ ਤੁਹਾਨੂੰ ਐਂਡ ਤੇ ਲੱਗੂਗਾ ਪਤਾ ਵੀ ਮੇਰੀ ਆਪਣੀ ਗਲਤੀ ਆ। ਅਸੀਂ ਲੋਕਾਂ ਦੀ ਗਲਤੀ ਕੱਢੀ ਜਾਂਦੇ ਆ। ਚਲੋ ਜੇ ਮੈਂ ਕਿਸੇ ਸਟਾਰ, ਤੁਸੀਂ ਅਕਸ਼ੇ ਕੁਮਾਰ ਬਾਰੇ ਤਾਂ ਦੱਸਤਾ, ਜੇ ਮੈਂ ਕਿਸੇ ਸਟਾਰ ਦਾ ਨਾਮ ਲਵਾਂ ਉਹਦੇ ਬਾਰੇ ਦੱਸ ਸਕਦੇ ਹੋ ਮਾੜਾ ਮੋਟਾ? ਦੱਸੋ, ਕਿਹਦਾ ਨਾਮ ਤਾਂ ਲਓ।
ਮੈਂ ਇੱਕੋ ਮੈਂ ਨਾਂ ਲੈ ਦਿੰਦਾ ਜਿਹੜੀ ਵੈਸੇ ਹੀ ਪੰਜਾਬ ਬਾਰੇ ਕਾਫੀ ਕੁਝ ਬੋਲਦੀ ਰਹਿੰਦੀ, ਕੰਗਨਾ ਦਾ ਨਾਂ ਲੈ ਦਿੰਦਾ। ਇਸ ਟਾਈਮ ਤਾਂ ਚਲੋ ਚੜਾਈ ਹੈ, MP ਬਣ ਗਈ ਹੈ, ਬਟ ਉਹ ਹਟਦੀ ਨਹੀਂ। ਭਾਜੀ ਮੈਨੂੰ ਗੱਲ ਦੱਸੋ, ਤੁਸੀਂ ਕੰਗਨਾ ਰਣੌਤ ਦੀ ਗੱਲ ਕਰੀ ਜਾਂਦੇ ਹੋ, ਉਹਦਾ ਫਿਲਮ ਕੈਰੀਅਰ ਕਿੱਥੇ ਆ? ਖਤਮ ਹੋ ਚੁੱਕਾ ਹੈ। ਕਿੱਥੇ ਆ ਉਹਦਾ ਕੈਰੀਅਰ? ਕਿੱਥੇ ਕੈਰੀਅਰ ਦੱਸੋ? ਪਿਛਲੀਆਂ ਜਿੰਨੀਆਂ ਉਹਦੀ ਫਿਲਮਾਂ ਆਈਆਂ ਲਾਸਟ ਸਾਰੀਆਂ ਫਲॉप। ਹੁਣ ਵੀ ਜਿਹੜੀ ਆਣੀ ਉਹਦੀ ਕੋਈ ਫਿਲਮ ਉਹ ਵੀ ਫਲॉप। ਆ ਜਿਹੜੀ ਐਮਰਜੈਂਸੀ ਦਾ ਇਹਨਾਂ ਰੋਲਾ ਫਿਰ ਫਲॉप ਜਾਊਗੀ। ਉਹ ਚੱਲਦੇ ਤਾਂ ਵੀ ਫਲॉप ਹੈ, ਦੇਖਣ ਨਹੀਂ ਆਣਾ ਕਿਸੇ ਨੇ। ਮੈਂ ਕਿਹਾ ਪੱਕੀ ਗੱਲ ਬਿਲਕੁਲ। ਫਿਰ ਉਹੀ ਗੱਲ ਕਰ ਕਮਾਲ ਕਰੀ ਨਾ। ਮੈਂ ਕਿਹਾ ਟਾਈਮ ਲੰਘ ਚੁੱਕਾ ਯਾਰ, ਲੰਘ ਗਿਆ ਟਾਈਮ, ਖਤਮ। ਹਰ ਬੰਦੇ ਦਾ ਟਾਈਮ ਹੁੰਦਾ, ਉਹਦਾ ਟਾਈਮ ਲੰਘ। ਦਲਜੀਤ ਦੋਸਾਂਝ ਯਾਰ ਉਹ ਦੇਖੋ, ਦਲਜੀਤ ਦੋਸਾਂਝ ਬੰਦਾ ਹੰਬਲ ਬੰਦਾ, ਤੁਹਾਨੂੰ ਪਤਾ ਨਹੀਂ ਉਸ ਬੰਦੇ ਬਾਰੇ। ਬਹੁਤ ਸਪਿਰਿਚੁਅਲ ਬੰਦਾ, ਉਹ ਆਮ ਬੰਦਾ ਨਹੀਂ ਹੈਗਾ। ਉਹ ਇਕੱਲਾ ਹੀ ਆ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਿਹਨੇ ਝੰਡੇ ਕੱਢੇ ਆ ਅਲੱਗ। ਉਹ ਗਾਇਕਾਂ ਦੀ ਭੀੜ ਤੋਂ ਅਲੱਗ ਆ ਦਲਜੀਤ ਦੋਸਾਂਝ। ਮੈਂ ਉਹਨੂੰ ਕਦੀ ਮਿਲਿਆ ਨਹੀਂ, ਪਰ ਮੈਂ ਉਹਨੂੰ ਬੰਦੇ ਨੂੰ ਸੁਣਨ ਦਾ ਮੈਨੂੰ ਮੌਕਾ ਮਿਲਿਆ। ਉਹਦੀ ਮੈਂ ਇੱਕ ਇੰਟਰਵਿਊ ਬੜੇ ਧਿਆਨ ਨਾਲ ਸੁਣੀ। ਮੈਨੂੰ ਸੁਣ ਕੇ ਇੱਦਾਂ ਫੀਲ ਹੋਇਆ ਵੀ ਉਹ ਬੰਦਾ ਰੱਬੀ ਬੰਦਾ ਆ, ਅੰਦਰੋਂ ਸਪਿਰਿਚੁਅਲ ਬੰਦਾ ਆ। ਉਹਦਾ ਕੰਮ ਰੱਬ ਆਪ ਕਰਦਾ, ਉਹਦਾ ਕੋਈ ਕੰਮ ਨਹੀਂ ਰੁਕਦਾ, ਉਹਦੀ ਚੜ੍ਹਾਈ ਰਹਿਣੀ ਆ। ਉਹਦਾ ਹਾਲੇ ਹੋਰ ਮਤਲਬ ਕਿ ਉਹ ਆਉਣ ਵਾਲਾ ਸਮਾਂ ਉਹਦਾ ਬਹੁਤ ਚੰਗਾ, ਹੋਰ ਅੱਗੇ ਜਾਣਾ। ਮਤਲਬ ਮੈਂ ਕਹਿੰਦਾ ਉਹਨੇ ਮਾਈਲਸਟੋਨ ਕ੍ਰੀਏਟ ਕਰਨੇ ਆ ਦਲਜੀਤ ਦੋਸਾਂਝ ਨੇ। ਮਤਲਬ ਜੇ ਅੱਜ ਇੰਡੀਆ ਦਾ ਸਭ ਤੋਂ ਵੱਡਾ ਆਰਟਿਸਟ ਆ ਤਾਂ ਵਰਲਡ ਦਾ ਸਭ ਤੋਂ ਵੱਡਾ ਆਰਟਿਸਟ ਬਣੂਗਾ। ਉਹ ਮੈਂ ਕਿਹਾ ਉਹਦੀ ਪੂਰੇ ਵਰਲਡ 'ਚ ਪਛਾਣ ਆ ਭਾਜੀ, ਵਰਲਡ 'ਚ। ਪਿੱਛੇ ਮੈਂ ਆਸਟ੍ਰੇਲੀਆ ਸੀਗਾ, ਤੁਹਾਨੂੰ ਆਸਟ੍ਰੇਲੀਆ ਦਾ ਇੱਕ ਆਪਣਾ ਅਨੁਭਵ ਦੱਸਦਾ ਮੈਂ। ਉੱਥੇ ਮੇਰਾ ਇੱਕ ਸ਼ਰਧਾਲੂ ਆ ਰਵੀ ਸ਼ਰਮਾ, ਤੇ ਉਹਨੂੰ ਇੱਕ ਇੰਗਲਿਸ਼ ਲੇਡੀ ਮਿਲਣ ਆਈ। ਉਸ ਇੰਗਲਿਸ਼ ਲੇਡੀ ਨੇ ਮੇਰੇ ਬਾਰੇ ਦੱਸਿਆ ਉਹਨੂੰ, ਮੁੰਡੇ ਨੇ, ਉਹਨੇ ਵੀ ਇਦਾਂ ਦਾ ਬੰਦਾ ਫਿੰਗਰਪ੍ਰਿੰਟ ਦੇਖਦਾ। ਉਹ ਕਹਿੰਦੀ ਮੇਰੇ ਫਿੰਗਰਪ੍ਰਿੰਟ ਭੇਜ। ਉਹਨੇ ਉਹਦੇ ਫਿੰਗਰਪ੍ਰਿੰਟ ਭੇਜਿਆ ਮੈਨੂੰ, ਠੀਕ ਆ। ਮੈਂ ਉਹਨੂੰ ਇੱਕੋ ਗੱਲ ਦੱਸੀ ਫਿੰਗਰਪ੍ਰਿੰਟ ਦੇਖ ਕੇ। ਮੈਂ ਕਿਹਾ ਇਸ ਲੇਡੀ ਨੂੰ ਪੁੱਛ, ਮੇਰੀ ਤੁਹਾਨੂੰ ਪਤਾ ਪੰਜਾਬੀਆਂ ਦੀ ਜਿਹੜੀ ਅੰਗਰੇਜ਼ੀ ਆ, ਹੱਥ ਤੰਗ ਆ ਸਾਡਾ ਥੋੜਾ ਬਹੁਤਾ, ਨਹੀਂ ਸਾਰਿਆਂ ਦਾ। ਪੰਜਾਬੀ 90% ਪੰਜਾਬੀਆਂ ਦਾ ਅੰਗਰੇਜ਼ੀ 'ਚ ਹੱਥ ਤੰਗ ਹੀ ਆ। ਬਟ ਜਿਹੜੇ ਬੋਲਦੇ ਉਹ ਬੜੇ ਟਿਕਾ ਕੇ, ਉਹ ਬੜੇ ਉਹ ਤਾਂ ਕਮਾਲ ਬੋਲਦੇ ਆ। ਜਿਹੜੇ ਬੋਲਦੇ ਉਹ ਬੜੇ ਘੈਂਟ ਬੋਲਦੇ ਆ, ਬਿਲਕੁਲ ਕੋਈ ਸ਼ੱਕ ਨਹੀਂ ਇਹਦੇ 'ਚ। ਪਰ ਮੈਂ ਕਹਿੰਦਾ ਮੇਰੀ ਬਾਜੀ ਅੰਗਰੇਜ਼ੀ ਤੰਗ ਆ। ਅੱਛਾ, ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਮੈਂ ਉਹਨੂੰ ਪੰਜਾਬੀ 'ਚ ਕਿਹਾ, ਮੁੰਡੇ ਨੂੰ, ਰਵੀ ਨੂੰ, ਮੈਂ ਕਿਹਾ ਇਸ ਬੀਬੀ ਨੂੰ ਪੁੱਛ ਵੀ ਇਹ ਇੱਕ ਬੱਚੇ ਪਾਲ ਰਹੀ ਆ ਜਿਹੜੇ ਇਹਨੇ ਪੈਦਾ ਨਹੀਂ ਕੀਤੇ। ਬੱਚੇ ਪਾਲ ਰਹੀ ਆ ਪਰ ਇਹਨੇ ਪੈਦਾ ਨਹੀਂ ਕੀਤੇ, ਬੱਚੇ ਪਾਲ ਰਹੀ ਆ। ਉਹਨੇ ਨੂੰ ਪੁੱਛਿਆ ਅੰਗਰੇਜ਼ੀ 'ਚ। ਉਹ ਲੇਡੀ ਸਰਪ੍ਰਾਈਜ਼ਡ ਹੋ ਗਈ ਵੀ ਇਹਨੂੰ ਕਿੱਦਾਂ ਪਤਾ ਬੰਦੇ ਨੂੰ ਵੀ ਆ ਬੱਚੇ ਪਾਲ ਰਹੀ ਆ। ਕਹਿੰਦੀ ਮੇਰੀ ਫੈਮਿਲੀ ਦਾ ਕਿਸੇ ਮੈਂਬਰ ਨੂੰ ਨਹੀਂ ਪਤਾ ਮੈਂ ਬੱਚੇ ਪਾਲ ਰਹੀ ਆ। ਕਹਿੰਦੀ ਬਿਲਕੁਲ ਸਹੀ ਗੱਲ ਕਹਿ ਰਿਹਾ, ਮੈਂ ਬੱਚੇ ਪੈਦਾ ਨਹੀਂ ਕੀਤੇ ਪਰ ਬੱਚੇ ਪਾਲ ਰਹੀ ਆ। ਭਾਜੀ ਇਹ ਮੇਰੇ ਕੋਲ ਗਿਆਨ ਆ, ਮੇਰੇ ਕੋਲ ਰੱਬੀ ਗਿਆਨ ਆ। ਰੱਬ ਜਿਹਨੂੰ ਦਿੰਦਾ, ਰੱਬੀ ਗਿਆਨ ਸਮਝਦੇ ਕਿ ਨਹੀਂ ਹੁੰਦਾ, ਡਿਵਾਈਨ ਸਾਇੰਸ ਜਿਹਨੂੰ ਰੱਬ ਗਿਫਟ ਕਰੇ। ਮੈਨੂੰ ਰੱਬ ਨੇ ਗਿਫਟ ਕੀਤਾ ਭਾਜੀ। ਮੈਂ ਗਿਫਟ ਕੀਤਾ ਰੱਬ ਨੇ ਲੋਕਾਂ ਦੀ ਸੇਵਾ ਕਰਨ ਲਈ, ਲੋਕਾਂ ਨੂੰ ਲੁੱਟਣ ਲਈ ਨਹੀਂ ਆ। ਜਿਹੜੇ ਲੋਕੀ ਇਹ ਕਹਿੰਦੇ ਨਾ ਵੀ ਮੈਂ ਫੀਸ ਜ਼ਿਆਦਾ ਲੈਣਾ, ਭਾਜੀ ਜਿਹਦੇ ਕੋਲ ਪੈਸੇ ਮੈਂ ਉਹਦੇ ਕੋਲ ਲੈਣਾ, ਜਿਹਦੇ ਕੋਲ ਨਹੀਂ ਪੈਸੇ ਨਾ ਉਹਨੂੰ ਮੈਂ ਫ੍ਰੀ ਦੱਸਦਾ। ਇਹ ਵੀ ਗੱਲ ਯਾਦ ਰੱਖਿਓ। ਇੱਕ ਬੀਬੀ ਦਾ ਮੇਰੀ ਟੀਮ ਕੋਲ ਆਡੀਓ ਆ ਗਿਆ ਵੀ ਤੁਸੀਂ ਸ਼ਾਹੂਕਾਰਾਂ ਨਾਲ ਹੀ ਗੱਲ ਕਰਨੀ ਹੈ, ਸਾਡੇ ਵਰਗੇ ਗਰੀਬ ਬੰਦੇ ਨਾਲ ਗੱਲ ਨਹੀਂ ਕਰਨੀ। ਮੈਂ ਤੁਹਾਨੂੰ ਆਪਣਾ ਪਰਸਨਲ ਤਜਰਬਾ ਦੱਸਦਾ ਪੁੱਤਰ, ਸੱਚ ਕਹਿ ਰਿਹਾ। ਆ ਲਾਈਟ ਮੱਥੇ ਲੱਗਦੀ ਆ। ਮੈਂ ਕਿਹਾ ਮੇਰੀ ਇਸ ਬੀਬੀ ਨਾਲ ਗੱਲ ਕਰਾਓ। ਟੀਮ ਨੂੰ ਕਿਹਾ, ਮੈਂ ਉਹਦੇ ਨਾਲ ਮੈਂ ਗੱਲ ਕੀਤੀ, ਉਹਨੂੰ ਮੈਂ ਸ਼ਾਂਤ ਕੀਤਾ ਗੱਲਾਂ ਦੱਸ ਕੇ। ਉਹਨੇ ਪੁੱਤਰ ਮੈਨੂੰ ਦੁਆਵਾਂ ਦਿੱਤੀਆਂ, ਸਮਝੇ ਮੇਰੀ ਗੱਲ। ਉਸ ਤੋਂ ਬਾਅਦ ਕੀ ਫਰਕ ਪਿਆ, ਮੈਂ ਫ੍ਰੀ ਵੀ ਦੇਖਦਾ, ਜਿਨ੍ਹਾਂ ਕੋਲ ਨਹੀਂ ਪੈਸੇ ਹੈਗੇ। ਜਿਹੜੇ ਪੈਸੇ ਦਿੰਦੇ ਆ ਉਹਨਾਂ ਕੋਲ ਲੈਣਾ, ਮੈਂ ਆਪਣੀ ਸੰਸਥਾ ਲਈ ਲੈਣਾ, ਮੈਂ ਟਰਸਟ ਵਾਸਤੇ ਲੈਣਾ, ਆਪਣੇ ਲਈ ਨਹੀਂ ਲੈਂਦਾ। ਉਸ ਤੋਂ ਬਾਅਦ ਮੇਰੀ ਕਲੈਕਸ਼ਨ ਆਪਣੇ ਆਪ ਵੱਧ ਗਈ। ਤੂੰ ਹੈਰਾਨ ਹੋਏਗਾ ਪੁੱਤ, ਮੇਰੀ ਟੀਮ ਹੈਰਾਨ ਆ। ਕਿਉਂ? ਕਿਉਂਕਿ ਮੈਂ ਭਲਾ ਕੀਤਾ, ਮੈਂ ਫ੍ਰੀ ਵੀ ਦੇਖਦਾ ਪੁੱਤਰ। ਜੇ ਮੈਂ ਗਰੀਬ ਘਰਾਂ ਦੇ ਬੱਚੇ ਫ੍ਰੀ ਪੜ੍ਹਾਏ ਆ ਤੇ ਭਾਜੀ ਮੈਂ ਫ੍ਰੀ ਵੀ ਦੇਖਦਾ। ਜੇ ਕਿਸੇ ਕੋਲ ਪੈਸੇ ਨਹੀਂ ਆ ਫ੍ਰੀ ਵੀ ਦੇਖ ਦਿੰਦਾ, ਐਸੀ ਗੱਲ ਕੋਈ ਨਹੀਂ। ਹੁਣ ਦੱਸੋ ਕੰਵਰ ਜੀ, ਤੁਸੀਂ ਮੈਨੂੰ ਤੁਹਾਡਾ ਕੋਈ ਬੰਦਾ ਨਾ ਲੈਣਾ ਵੀ ਮੈਂ ਮਿਲਣਾ, ਮੈਨੂੰ ਕੰਵਰ ਜੀ ਨੇ ਭੇਜਿਆ ਤੇ ਮੈਂ ਕਦੀ ਪੈਸੇ ਮੰਗੇ ਕੋ? ਦੱਸੋ ਪਹਿਲੇ। ਤੇ ਫਿਰ ਤੇ ਭਾਜੀ ਮੈਂ ਤੁਹਾਡਾ ਮਾਣ ਨਹੀਂ ਕਰਦਾ? ਇਹ ਥੋੜੀ ਗੱਲ ਬਣਦੀ। ਸਾਰੀ ਦੁਨੀਆ ਕੋਲ ਪੈਸੇ ਲੈਣੇ ਆ ਭਾਜੀ। ਜੇ ਕੋ ਪੈਸੇ ਉਹ ਕੋ ਲੈਣੇ ਨਾ ਭਾਜੀ, ਜੇ ਕੋ ਨਹੀਂ ਲੈਣੇ। ਹੁਣ ਜੇ ਕਿਸੇ ਕੋਲ ਪੈਸੇ ਆ ਉਹ ਕਹਿੰਦਾ ਮੈਂ ਦੇਣੇ। ਬਟ ਮੈਨੂੰ ਕੁਮਾਰ ਜੀ ਇੱਕ ਗੱਲ ਦੱਸੋ, ਅੱਜ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਜੇ ਤੁਹਾਨੂੰ ਕੋਈ ਫੋਨ ਕਰਦਾ, ਤੁਹਾਡੀ ਟੀਮ ਫੋਨ ਚੱਕਦੀ ਆ, ਦੈਨ ਉਹ ਤੁਹਾਡੇ ਨਾਲ ਗੱਲ ਕਰਾਉਂਦੀ ਆ,
ਉਹਨੇ ਗੈਪ ਦੇ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਵੀ ਇਹਦੇ ਕੋਲ ਪੈਸਾ ਹੈਗਾ ਕਿ ਨਹੀਂ ਹੈਗਾ? ਭਾਜੀ ਜਦੋਂ ਉਹਦੇ ਫਿੰਗਰਪ੍ਰਿੰਟ ਮੇਰੀ ਟੀਮ ਕੋ ਆਉਂਦੇ ਆ ਤੇ ਉਸ ਤੋਂ ਫਿੰਗਰਪ੍ਰਿੰਟ ਮੇਰੇ ਕੋਲ ਤਾਂ ਆਉਂਦੇ ਆ, ਫਿਰ ਉੱਥੋਂ ਮੈਨੂੰ ਪਤਾ ਲੱਗ ਜਾਂਦਾ ਨਾ। ਸੁਣੋ ਮੇਰੀ ਗੱਲ, ਇੱਕ ਦੋ ਬੰਦੇ ਆਣਾ ਫ੍ਰੀ ਚ ਨਾਮ ਬੁੱਕ ਕਰਾਤਾ, ਮੇਰੇ ਕੋਲ ਉਹਨਾਂ ਦਾ ਫਿੰਗਰਪ੍ਰਿੰਟ ਆ ਗਏ। ਮੈਂ ਕਿਹਾ ਵੀ ਤੁਸੀਂ ਫ੍ਰੀ ਪੁੱਛਣਾ, ਕਹਿੰਦੇ ਹਾਂਜੀ, ਪਰ ਮੈਂ ਕਿਹਾ ਤੁਹਾਡੇ ਫਿੰਗਰਪ੍ਰਿੰਟ ਕਹਿੰਦੇ ਤੁਹਾਡੇ ਕੋਲ ਪੈਸੇ ਹੈਗੇ ਆ। ਮੈਂ ਕਿਹਾ ਮੈਂ ਤੁਹਾਨੂੰ ਦੱਸਣਾ ਹੀ ਨਹੀਂ, ਮੈਂ ਕਿਹਾ ਮੈਂ ਤਾਂ ਤੁਹਾਨੂੰ ਦੱਸਣਾ ਹੀ ਨਹੀਂ, ਤੁਹਾਡੇ ਕੋਲ ਪੈਸੇ ਹੈਗੇ ਆ। ਉਹ ਹੈਰਾਨ ਹੋ ਗਏ। ਪੁੱਤਰ ਮੈਨੂੰ ਕੋਈ ਜਿਹਨੂੰ ਕਹਿੰਦੇ ਨਾ ਬੇਵਕੂਫ ਨਹੀਂ ਬਣਾ ਸਕਦਾ, ਸਮਝ ਮੇਰੀ ਗੱਲ ਨੂੰ। ਮੈਨੂੰ ਰੱਬ ਨੇ ਅਦਭੁਤ ਗਿਆਨ ਦਿੱਤਾ, ਅਦਭੁਤ ਸਮਝਦਾ ਕਿ ਨਹੀਂ, ਜਿਹੜਾ ਵਿਚਿੱਤਰ, ਜਿਹੜੀ ਆਪਾਂ ਕਹਿੰਦੇ ਵੀ ਅਨੋਖੀ ਚੀਜ਼, ਅਨੋਖੀ ਜੀ ਮੇਰੇ ਕੋਲ ਰੱਬ ਨੇ ਅਨੋਖੀ ਚੀਜ਼ ਦਿੱਤੀ ਆ। ਤੂੰ ਮੈਨੂੰ ਗੱਲ ਦੱਸ ਯਾਰ, ਮੈਂ ਕਦੀ ਬਰਾਕ ਓਬਾਮਾ ਨੂੰ ਨਹੀਂ ਮਿਲਿਆ, ਮੈਂ ਕਦੀ ਜਾਰਜ ਬੁਸ਼ ਨੂੰ ਨਹੀਂ ਮਿਲਿਆ। ਮੈਂ 1 ਨਵੰਬਰ 2004 ਨੂੰ ਪ੍ਰੈਡਿਕਸ਼ਨ ਕੀਤੀ ਜਾਰਜ ਬੁਸ਼ ਦੀ, ਉਹ ਰਾਸ਼ਟਰਪਤੀ ਬਣੂਗਾ 1 ਨਵੰਬਰ 2004 ਚ। ਮੈਂ ਅੱਜ ਤੱਕ ਜਿੰਨੀਆਂ ਵੀ ਅਖਬਾਰਾਂ 'ਚ ਪ੍ਰੈਡਿਕਸ਼ਨਾਂ ਕਢਾਈਆਂ ਨੇ ਨਾ ਪੁੱਤਰ, ਮੈਂ ਇਸ ਗੱਲ ਦਾ ਦਾਅਵਾ ਕਰਦਾ ਵੀ 90% ਮੇਰੀਆਂ ਠੀਕ ਨਿਕਲੀਆਂ। 10% ਮੈਂ ਤਾਂ ਕਹਿੰਦਾ ਵੀ ਮੈਂ ਰੱਬ ਨਹੀਂ ਹੈਗਾ, ਮੇਰੇ ਤੋਂ ਗਲਤੀ ਹੋ ਸਕਦੀ ਆ, ਮੇਰਾ ਮੂਡ ਨਹੀਂ ਹੋਊਗਾ ਗੱਲ ਕਰਨ ਦਾ। ਫਰਕ ਹੁੰਦਾ ਨਾ ਪੁੱਤਰ, ਇਹ ਸਾਰਾ ਗੱਲ ਧਿਆਨ ਦੀ ਆ, ਗੱਲ ਮੂਡ ਦੀ ਆ। ਕਈ ਵਾਰੀ ਲੋਕੀ ਮੈਨੂੰ ਕਹਿੰਦੇ ਤੁਹਾਨੂੰ ਅਸੀਂ ਮਿਲਣਾ, ਤੇ ਮੈਂ ਉਹਨਾਂ ਨੂੰ ਕਹਿ ਦੇਣਾ ਵੀ ਤੁਹਾਡਾ ਮੇਰਾ ਮੇਲ ਹੀ ਹੈ ਨਹੀਂ। ਉਹ ਕਹਿੰਦੇ ਅਸੀਂ ਪੈਸੇ ਦੇਣ ਨੂੰ ਤਿਆਰ ਆ। ਮੈਂ ਕਿਹਾ ਯਾਰ ਤੂੰ ਪੈਸੇ ਦੇਣ ਨੂੰ ਤਿਆਰ ਆ, ਤੇਰਾ ਮੇਰਾ ਮੇਲ ਨਹੀਂ ਲਿਖਿਆ ਮਿਲਣਾ। ਮੈਂ ਲੋਕਾਂ ਨੂੰ ਕਈ ਵਾਰੀ ਮਿਲ ਹੀ ਨਹੀਂ ਪਾਉਂਦਾ। ਹੋਰ ਦੱਸ, ਸੱਚ ਕਹਿ ਰਿਹਾ, ਕਈ ਲੋਕਾਂ ਨੂੰ ਮਿਲ ਹੀ ਨਹੀਂ ਪਾਉਂਦਾ। ਮੈਨੂੰ ਫੀਲ ਹੋ ਜਾਂਦਾ ਵੀ ਇਹਦਾ ਮੇਰਾ ਮੁਲਾਕਾਤ ਨਹੀਂ ਹੋ ਸਕਦੀ। ਕਈ ਬੰਦੇ ਮੈਨੂੰ ਮਿਲਣਾ ਚਾਹੁੰਦੇ ਆ ਪੁੱਤਰ, ਪਰ ਮੇਰਾ ਜਦੋਂ ਮੈਨੂੰ ਅੰਦਰੋਂ ਆਵਾਜ਼ ਆਉਂਦੀ ਵੀ ਮੈਂ ਨਾ ਹਰ ਵਾਰੀ ਕੁਝ ਕੁ ਬੰਦੇ, ਅੱਜ ਵੀ ਤੁਸੀਂ ਚਲੋ ਪੋਡਕਾਸਟ ਕਰਨ ਆਏ ਸੀ, ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਜਿਹੜੀਆਂ ਇੰਨੇ ਟਾਈਮ ਤੋਂ ਨਹੀਂ ਹੋ ਪਾ ਰਹੀਆਂ ਸੀ ਉਹ ਤੁਹਾਡੀਆਂ ਕਢਾਉਣੀਆਂ ਸੀ। ਪਰ ਗੱਲ ਹੈ ਵਾ, ਲੋਕਾਂ ਨੂੰ ਨਾ ਚਾਹੀਦਾ ਹੁੰਦਾ ਵੀ ਸਬੂਤ ਮਿਲੇ, ਲੋਕਾਂ ਨੂੰ ਚਾਹੀਦਾ ਹੁੰਦਾ ਵੀ ਕੁਝ ਮਿਲੇ। ਸਾਡੇ ਦਫ਼ਤਰ ਦੇ 1-2 ਬੰਦੇ ਲੈ ਆਵਾਂ ਮੈਂ। ਭਾਜੀ ਤੁਸੀਂ ਅਖਬਾਰਾਂ ਦੀਆਂ ਪ੍ਰੈਡਿਕਸ਼ਨਾਂ ਮੇਰੀਆਂ ਦੇਖ ਲਈਆਂ ਤੇ ਤੁਹਾਨੂੰ ਹਾਲੇ ਵੀ ਸਬੂਤ ਚਾਹੀਦਾ ਹੈ? ਹੁਣ ਦੱਸੋ ਇੱਕ ਮਿੰਟ। ਨਹੀਂ ਲੋਕਾਂ ਨੂੰ ਤਾਂ ਚਾਹੀਦਾ ਨਾ, ਮੇਰੀ ਤਾਂ ਅਖਬਾਰਾਂ ਦੀ ਕਟਿੰਗ ਸਬੂਤ ਨਹੀਂ ਹੁੰਦਾ। 1-2 ਮੁੰਡਿਆਂ ਨੂੰ ਬੁਲਾ ਲੈਂਦਾ ਤਾਂ ਕੀ ਹੋ ਗਿਆ? ਬੁਲਾ ਲਓ, ਮੈਨੂੰ ਕੀ ਪ੍ਰੋਬਲਮ? ਬੁਲਾ ਵਿਸ਼ੂ ਨੂੰ ਬੁਲਾ, ਤੂੰ ਵੀ ਆ, ਮੇਰਾ ਕੈਮਰਾਮੈਨ ਵੀ ਆਊਗਾ, ਇੱਕ ਸਾਡਾ ਐਡੀਟਰ ਹੈ ਉਹ ਵੀ ਆਊਗਾ। ਬੁਲਾ ਲਓ। ਚੱਲ ਤੇਰਾ ਨਾਂ ਨਹੀਂ ਲੈਂਦੇ, ਠੀਕ ਹੈ? ਵਿਸ਼ੂ ਨੂੰ ਵੀ ਬੁਲਾ। ਦੇਖ ਤੁਸੀਂ ਮੈਨੂੰ ਇਦਾਂ ਕਰੋ, ਕਿਸੇ ਦੇ ਫਿੰਗਰਪ੍ਰਿੰਟ ਮੰਗਾ ਲਓ WhatsApp ਤੇ ਜਿਹਦੇ ਮਰਜ਼ੀ ਫਿੰਗਰਪ੍ਰਿੰਟ, ਜਿਹਦੇ ਮਰਜ਼ੀ ਮੰਗਾ ਲਓ, ਫੋਟੋ ਵੀ ਮੰਗਾ ਲਾ, ਜਿਹਦੇ ਮਰਜ਼ੀ ਮੰਗਾ ਲਓ, ਜਿਹਦੇ ਮਰਜ਼ੀ ਮੰਗਾ ਲਈ। ਪੱਕੀ ਗੱਲ? ਬਿਲਕੁਲ 100%। ਮੈਂ ਆਪ ਹੀ ਜਾ ਕੇ ਆਉਂਦਾ, ਮਾੜਾ ਜਿਹਾ ਕਹਿ ਕੇ ਆਉਂਦਾ ਉਹਨਾਂ ਨੂੰ, ਮੰਗਾ ਲਓ। ਕੋਈ ਨਾ ਆਉਂਦਾ। ਵਿਸ਼ੂ ਵੀਰੇ, ਇਹਨਾਂ ਨੂੰ ਆਪਣੇ ਇੱਕ ਤਾਂ ਫਿੰਗਰਪ੍ਰਿੰਟ ਦਿਖਾਓ। ਸੈਕਿੰਡ ਗੱਲ ਹੈ ਵਾ, ਤੁਹਾਡੇ ਫੋਨ 'ਚ ਕਿਸੇ ਦੀ ਵੀ ਫੋਟੋ ਹੋਵੇ, ਫੋਟੋ ਵੀ ਦੇਖ, ਫੇਸ ਵੀ ਦੇਖ ਲੈਂਦੇ? ਜਿਹੜੇ ਬੰਦੇ ਬਾਹਰ ਬੈਠੇ ਆ ਤੁਹਾਡੇ, ਬੁਲਾ ਲਓ ਉਹਨਾਂ ਨੂੰ ਵੀ। ਬੁਲਾ ਲਓ। ਇੱਕ ਉਹ ਭਾਜੀ ਜਿਹੜਾ ਮੇਰਾ ਮੋਬਾਈਲ ਫੜਾ ਜਰਾ, ਮੈਂ ਆ ਵੀ ਜਵਾਨ ਆ ਜਾ ਕੇ ਮਿੰਟ ਆ ਜਾ ਇੱਧਰ। ਕਿਸ ਦੀ ਫੋਨ ਤੇ ਫਿੰਗਰਪ੍ਰਿੰਟ ਮੰਗਾ ਲਈ ਹੈ ਕਿ ਫੋਟੋ ਹੀ ਸਹੀ ਲੱਗੂਗੀ? ਉਹ ਯਾਰ ਤੇ ਜੋ ਮਰਜ਼ੀ ਮੰਗਾ ਲਾ ਭਰਾਵਾ, ਕਿਸ ਦੀ ਫੋਟੋ ਵੀ ਵੈਸੇ ਦਿਖਾ ਦੀ, ਉਹਨਾਂ ਬਾਰੇ ਵੀ ਦੱਸਣਗੇ। ਆ ਦਿਖਾ ਪੁੱਤ ਨੂੰ ਫਿੰਗਰਪ੍ਰਿੰਟ ਦਿਖਾਓ। ਕੀ ਨਾ ਪੁੱਤਰ ਤੇਰਾ? ਆਪਾਂ ਕਦੀ ਮਿਲੇ ਆ ਪੁੱਤ? ਤੇਰੇ ਫਿੰਗਰਪ੍ਰਿੰਟ ਮੈਂ ਪਹਿਲੀ ਵਾਰ ਦੇਖੇ ਆ। ਤੇਰੇ ਹੱਥ 'ਚ ਪਸੀਨਾ ਆਉਂਦਾ ਨਾ ਪੁੱਤ? ਤੈਨੂੰ ਗੁੱਸਾ ਅਚਾਨਕ ਆਉਂਦਾ? ਕਦੀ ਜਦੋਂ ਆਉਂਦਾ ਖਤਰਨਾਕ ਲੈਵਲ ਤੇ ਆਉਂਦਾ? ਨਹੀਂ ਆਉਂਦਾ। ਗੱਲ ਠੀਕ ਆ ਮੇਰੀ? ਅੱਛਾ, ਛੋਟੀ ਉਮਰ ਤੋਂ ਕੰਮ ਕਰਦਾ ਪਿਆ? ਹਲਕੀ ਉਮਰ ਤੋਂ? ਕਿੰਨੀ ਉਮਰ ਤੋਂ ਕੰਮ ਸ਼ੁਰੂ ਕਰ ਲਿਆ ਸੀ? ਹਲਕੀ ਉਮਰ ਹੀ 17-18। ਠੀਕ ਆ। ਅੱਛਾ, ਤੂੰ ਜ਼ਿੰਦਗੀ 'ਚ ਅੱਜ ਤੱਕ ਕਿਸੇ ਵੀ ਮੁਸੀਬਤ 'ਚ ਫਸਿਆ, ਤੈਨੂੰ ਰੱਬ ਨੇ ਕੱਢਿਆ ਕਿ ਨਹੀਂ ਕੱਢਿਆ ਨਾ? ਤੇਰੀ ਜੇਬ 'ਚ ਪੈਸੇ ਨਹੀਂ ਹੁੰਦੇ, ਤੈਨੂੰ ਚਾਹੀਦੇ ਆ, ਰੱਬ ਤੇਰਾ ਇੰਤਜ਼ਾਮ ਕਰਦਾ ਨਹੀਂ ਕਰਦਾ? ਦੱਸੋ ਭਾਜੀ, ਮੈਂ ਕਿੰਨੀ ਦੇਰ ਲਾਈ ਆ ਲਾਈਵ ਬੰਦਾ ਤੁਹਾਡੇ ਸਾਹਮਣੇ, ਕਿੰਨੀ ਲਾਈ ਆ ਦੱਸੋ ਪਹਿਲੇ ਮੈਨੂੰ। ਲੋਕੀ ਇਹ ਕਹਿੰਦੇ ਕੁਮਾਰ ਅਸ਼ਵਨੀ 4 ਗੱਲਾਂ ਇਹੀ ਬੋਲ ਦਿੰਦਾ ਸਾਰਿਆਂ ਨੂੰ। ਉਹ ਯਾਰ ਕਾਸੋਂ ਨੇ ਕਈ, ਮੈਂ ਦੱਸਦਾ ਵੀ ਬੰਦਾ ਭੁੱਖਾ ਨੰਗਾ ਆ। ਅੱਛਾ, ਹੋਰ ਬੁਲਾ ਕੇ ਤੈਨੂੰ ਆਇਆ ਕਾਕਾ, ਤੂੰ ਉਤਰਾ ਆ ਜਾ। ਵਿਸ਼ੂ ਫੋਟੋ ਲਿਆਓ, ਕੋਈ ਕਿਸੇ ਦੇ ਫਿੰਗਰਪ੍ਰਿੰਟ ਦੀ ਫੋਟੋ ਮੰਗਾ ਲਓ, ਜਾਂ ਫੋਟੋ ਹੀ ਲੈ ਆਈ ਵੈਸੇ। ਉਹ ਯਾਰ ਤੂੰ ਬੋਲਦੀਆਂ ਨਾ ਕਹਾਣੀਆਂ ਪਾ, ਉਹਦੇ ਮੁੰਡੇ ਕੋਲ ਪੈਸੇ ਲੱਗੀ ਨਹੀਂ ਉਹਨੂੰ। ਅੱਛਾ, ਸਾਰੀ ਉਮਰ ਨਹੀਂ ਆਣੀ, ਇਹ ਪ੍ਰੈਡਿਕਸ਼ਨ ਆ। ਇੱਧਰ ਸੁਣ, ਇਹ ਮੁੰਡਾ ਇਮਾਨਦਾਰ ਆ, ਨਾਲ ਸਾਨੂੰ ਵੱਡੀ ਗੱਲ ਆ, ਇਹਦੇ ਦਮਾਂ 'ਚ ਦਇਆ ਭਾਵਨਾ ਬੜੀ ਆ। ਹਾਂਜੀ ਦੱਸੋ।
ਇਹਨਾਂ ਕੀ ਬਾਰੇ ਨਾਮ ਪੁੱਤਰ ਤੇਰਾ? ਅਮਿਤ ਵਿਚਾਰਾ 10 ਰੁਪਏ ਕਮਾਉਂਦਾ ਤਾਂ 11 ਰੁਪਏ ਖਰਚਾ ਆਇਆ ਦਾ ਸ਼ੁਰੂ ਤੋਂ ਹੀ 10 ਰੁਪਏ ਕਮਾਉਂਦਾ ਤਾਂ 11 ਰੁਪਏ ਸ਼ੁਰੂ ਤੋਂ ਹੀ ਔਰ ਅੱਗੇ ਵੀ ਤੇ ਰਹਿਣਾ ਨਥਿੰਗ ਟੂ ਬੀ ਚੇਂਜ। ਓਕੇ। ਦੱਸ ਇਹ 80% ਜਾਂਦਾ ਮੁੰਡਾ, ਉਹ 20% ਜਾਂਦਾ, ਉਹਦਾ ਖਰਚਾ ਪਾਣੀ ਚੱਲੀ ਜਾਣਾ, ਕਦੀ ਨਹੀਂ ਮੁੱਕਣਾ, ਰੱਬ ਨੇ ਦੇ ਹੀ ਜਾਣੇ ਪੈਸੇ। ਜਦੋਂ ਵੀ ਉਹਨੂੰ ਪੈਸੇ ਉਹਨੂੰ ਲੋੜ ਪੈਣੀ ਆ ਰੱਬ ਨੇ ਇੰਤਜ਼ਾਮ ਕਰਨਾ। ਇਹਨੂੰ ਤੰਗ ਹੁੰਦਾ ਵਿਚਾਰਾ ਪੈਸੇ ਇਕੱਠੇ ਕਰਨ ਲੱਗਿਆ। ਆ ਸਾਹਮਣੇ ਬੰਦਾ ਖੜਾ ਜਾਂ ਕਦੇ ਗੱਲ ਗਲਤ ਹੈ ਮੇਰੀ ਸ਼ੁਰੂ ਤੋਂ, ਅਮੇ ਅੱਜ ਠੀਕ ਦੀ ਹੈ, ਗੱਲ ਨਹੀਂ ਕਰਦਾ, ਸ਼ੁਰੂ ਤੋਂ ਪੱਕੀ ਅੱਗੇ ਗੱਲ ਵੀ ਹੈ। ਹਾਲਾਤ ਇਹੀ ਆ, ਅੱਗੇ ਵੀ ਦੇ ਰਹਿਣਾ। 10 ਰੁਪਏ ਕਮਾਈ 11 ਖਰਚਾ। ਪਰ ਤੁਸੀਂ ਤਾਂ ਉਹਨੂੰ ਡਾਊਨ ਕਰੀ ਜਾਂਦੇ ਆ ਗੱਲਾਂ ਕਹਿ ਯਾਰ ਕੇ। ਫਿਰ ਉਹੀ ਗੱਲਾਂ, ਉਹ ਭਰਾਵਾ ਇਹ 80% ਜਾਂਦਾ ਆ, ਉਹ ਮੁੰਡਾ 20% ਜਾਂਦਾ ਆ। ਜਿਹੜਾ 20% ਤੇ ਉਹਨੂੰ 80 ਚ ਕਰ ਦੇਵਾਂ, 80 ਵਾਲੇ 20 ਚ ਕਰ ਦੇਵਾਂ, ਮੈਂ ਰੱਬ ਬਣ ਜਾਵਾਂ। ਕਮਾਲ ਕਰੀ ਜਾਂਦਾ ਯਾਰ, ਠੀਕ ਨਹੀਂ ਹੁੰਦਾ ਕੋਈ ਵੀ। ਮੋਜ ਹੈ। ਮੇਰਾ ਕੰਮ ਹੈ ਦੱਸਣਾ, ਜੇ ਠੀਕ ਕਰੂੰਗਾ ਤੇ ਬਾਬਾ ਨਾ ਬਣ ਜੂਗਾ, ਰੱਬ ਨਾ ਬਣ ਜੂ। ਉਹ ਪਾਏ ਹੁੰਦਾ ਨਹੀਂ ਪੁੱਤਰ, ਏਦਾਂ ਹੀ ਰਹਿਣਾ। ਕੁਛ ਉਹ ਤਾਂ ਦੱਸੋ, ਤੁਸੀਂ ਆਪ ਕੇ ਬੰਦੇ ਨੂੰ ਇਹ ਦੱਸ ਦਿੰਦੇ ਹੋ ਮੋਟਾ ਹੈ ਤਾਂ ਉਹਨੂੰ ਪਤਲਾ ਹੋ ਜਾਓ, ਕੁਝ ਦੱਸੋ ਤਾਂ ਸਹੀ ਉਹਨੂੰ ਨਹੀਂ ਵਿਚਾਰਾ। ਦੇਖੋ ਇਹਦਾ ਲਿਖਿਆ ਵੀ ਇਹਨੇ ਜ਼ਿੰਦਗੀ 'ਚ ਮਿਹਨਤ ਜ਼ਿਆਦਾ ਕਰਨੀ ਆ ਤੇ ਫਲ ਘੱਟ ਮਿਲਣਾ। ਸਮਝ ਮੇਰੀ ਗੱਲ ਨੂੰ, ਤੇਰੀ ਕਿਸਮਤ ਚਮਕਣੀ ਵਿਆਹ ਤੋਂ ਬਾਅਦ। ਤੈਨੂੰ ਯਾਦ ਆ ਇਹ ਗੱਲ ਕਹੀ ਸੀ ਮੈਂ ਤੈਨੂੰ? ਕਹੀ ਸੀ ਪਹਿਲਾਂ, ਗਈ ਸੀ ਬਹੁਤ ਪਹਿਲਾਂ ਗਈ। ਤੇ ਪੁੱਤ ਇਹ ਗੱਲ ਕਹੀ ਨੂੰ ਕਿੰਨੀ ਦੇਰ ਹੋ ਗਈ ਆਪਾਂ ਨੂੰ? ਸੱਚ ਬੋਲ। ਇਹ ਜਦੋਂ ਸਭ ਤੋਂ ਪਹਿਲੇ ਇੰਟਰਵਿਊ ਕੀਤੀ ਉਦੋਂ ਕਿੰਨਾ ਹੋ ਗਿਆ? 1.5 ਸਾਲ ਹੋ ਗਿਆ। 1.5 ਸਾਲ ਹੋ ਗਏ। ਤੇ ਤੂੰ 1.5 ਸਾਲ ਪਹਿਲੇ ਕੀ ਖਾਧਾ ਸੀ ਤੈਨੂੰ ਯਾਦ ਆ? ਨਹੀਂ ਮੈਨੂੰ ਯਾਦ ਆ। ਮੈਂ 10 ਸਾਲ ਪਹਿਲੇ ਕਿਹਨੂੰ ਕੀ ਕਾਕਿਆ ਸੀ, ਮੈਂ 20 ਸਾਲ ਪਹਿਲੇ ਕਿਹਨੂੰ ਕੀ ਪ੍ਰੀਖਣ ਕੀਤੀ ਸੀ, ਮੈਨੂੰ ਉਹ ਯਾਦ ਆ। ਵਿਸ਼ੂ ਫੋਟੋ ਲੈ ਕੇ ਆ ਕੋਈ ਇੱਕ ਫੋਟੋ। ਮੈਨੂੰ ਉਹ ਯਾਦ ਆ ਪੁੱਤਰ, ਮੈਂ 20 ਸਾਲ ਪਹਿਲੇ ਕਿਹਨੂੰ ਕੀ ਆਖਿਆ, 10 ਸਾਲ ਪਹਿਲੇ ਕੀ ਆਖਿਆ, ਤੇ ਤੈਨੂੰ 1.5 ਸਾਲ ਪਹਿਲੇ ਨਹੀਂ ਯਾਦ, ਤੈਨੂੰ ਹਫਤਾ ਪਹਿਲੇ ਨਹੀਂ ਯਾਦ ਤੂੰ ਕੀ ਖਾਧਾ। ਮੇਰੇ ਕੋਲ ਇਹ ਰੱਬ ਨੇ ਗਿਆਨ ਦਿੱਤਾ। ਮੇਰਾ ਜਿਹੜਾ ਮਾਈਂਡ ਹੈ ਨਾ ਸੁਪਰ ਕੰਪਿਊਟਰ ਆ, ਉਹਦੇ ਅੰਦਰ ਰੱਬ ਨੇ ਫਿੱਟ ਕੀਤਾ। ਉਹਦੇ 'ਚ ਮੈਂ ਜਿੰਨੇ ਬੰਦਿਆਂ ਨੂੰ ਮਿਲ ਚੁੱਕਾ, ਜਿੰਨਿਆਂ ਦੀ ਪ੍ਰੋਡਕਸ਼ਨ ਕਰ ਚੁੱਕਾ, ਸਾਰੇ ਮੇਰੇ ਕੰਪਿਊਟਰ 'ਚ ਰਿਕਾਰਡ ਆ ਮੇਰੇ। ਭਾਵੇਂ ਮੈਨੂੰ 20 ਸਾਲ ਬਾਅਦ ਬੰਦਾ ਮਿਲੇ, ਮੈਂ 20 ਸਾਲ ਪਹਿਲੇ ਕੀ ਗੱਲ ਕਹੀ ਸੀ ਮੈਂ ਦੱਸ ਦਿੰਦਾ ਬੰਦੇ ਨੂੰ, ਬੰਦੇ ਹੈਰਾਨ ਹੋ ਜਾਂਦੇ ਆ। ਮੇਰੇ ਕੋਲ ਗਿਆਨ ਜਿਹੜਾ ਅਦਭੁਤ ਆ ਪੁੱਤਰ। ਤੂੰ ਮੈਨੂੰ ਕਿੰਨੀ ਵਾਰੀ ਅਜਮਾ ਚੁੱਕਾ ਆ। ਅਜਮਾਇਸ਼ ਕਰਨ ਦੀ ਇੱਕ ਲਿਮਟ ਹੁੰਦੀ ਪੁੱਤਰ, ਸਮਝ ਮੇਰੀ ਗੱਲ ਨੂੰ। ਤੂੰ 2 ਬੰਦੇ ਦਿਖਾਏ, ਮੈਂ ਦੋਨੇ ਦੱਸ ਦਿੱਤੇ ਲਾਈਵ। ਇਹ ਕੀ ਕਰਦਾ ਮੁੰਡਾ ਵੇਲੇ? ਠੀਕ ਆ, ਇਹ ਹਲਕੀ ਉਮਰ ਤੋਂ ਕੰਮ ਕਰੀ ਜਾਂਦੇ, ਸਿੱਖਿਆ ਨੇ ਕੰਮ ਸ਼ੁਰੂ ਕਰਤਾ। ਇੱਕ ਲੁੱਕ ਦੇਖੀ ਹਲੇ ਮੈਂ, ਇੱਕ ਲੁੱਕ ਦੇਖੀ ਇੱਕ ਮੈਂ। ਇਹਨੇ ਗਾਂ ਮੁੰਡੇ ਨੇ ਆਪਣੀ ਲਾਈਨ ਦੇ ਵਿੱਚ ਝੰਡੇ ਕੱਢਣੇ ਆ, ਆਪਣੇ ਪਿਓ ਨਾਲ ਵੱਧ ਪੈਸੇ ਕਮਾਣੇ ਮੁੰਡੇ ਨੇ। ਹੈ ਹੁਣੇ ਕਮਾਉਂਦਾ ਪਿਆ ਕਹਿੰਦਾ। ਤੂੰ ਦੱਸ, ਮੈਂ ਮਿਲਿਆ ਮੁੰਡੇ ਨੂੰ। ਉਹ ਯਾਰ ਕੁਮਰਜੋਤ ਮੈਨੂੰ ਮੈਂ ਗੱਲ ਕਹਿਣਾ, ਤੁਹਾਡੀ ਚੈਨਲ ਦੀ ਆਡੀਅנס ਇੱਕੋ ਗੱਲ ਕਹਿਣਾ ਵੀ ਤੁਸੀਂ ਮੇਰਾ ਇਮਤਿਹਾਨ ਲੈ ਲਓ ਆ ਕੇ ਮੇਰੇ ਕੋਲ। ਮੈਂ ਇਮਤਿਹਾਨ ਦੇਣ ਤੋਂ ਡਰਦਾ ਹੀ ਨਹੀਂ। ਮੇਰੇ ਕੋਲ ਆ ਜਾਓ, ਜੇ ਮੇਰੀ ਗੱਲਾਂ 'ਚ ਦਮ ਆ ਤੇ ਮੈਨੂੰ ਕੋਈ ਦੇ ਦਿਓ, ਦਮ ਨਹੀਂ ਤੇ ਪੈਸੇ ਵਾਪਸ ਲੈ ਜਾਓ। ਮੈਂ ਤਾਂ ਕਹਿੰਦਾ ਨਹੀਂ, ਮੈਂ ਤਾਂ ਕਹਿੰਦਾ ਮੇਰੀ ਗੱਲ ਗਲਤ ਨਿਕਲੇ ਪੈਸੇ ਵਾਪਸ ਲੈ ਜਾਓ। ਪਰ ਮੁੜ ਕੇ ਮੈਂ ਉਹਨੂੰ, ਜੇ ਬੰਦਾ ਮੇਰੇ ਕੋਲ ਸਪੋਜ਼ ਕਰੋ ਕੋਈ ਬੰਦਾ ਮੇਰੇ ਤੋਂ ਆਉਂਦਾ ਪੈਸੇ ਵਾਪਸ ਲੈ ਜਾਂਦਾ, ਪੁੱਤਰਾ ਮੁੜ ਕੇ ਉਹਨੂੰ ਮੁੜ ਕੇ ਦੇਖਦਾ ਨਹੀਂ ਫਿਰ ਸਾਰੀ ਉਮਰ। ਮੈਂ ਬਲੈਕ ਲਿਸਟ ਕਰ ਦਿੰਦਾ, ਕਿਉਂਕਿ ਮੈਂ ਬੰਦੇ ਨੂੰ ਭੁੱਲਦਾ ਨਹੀਂ। ਮੇਰੇ ਕੰਪਿਊਟਰ 'ਚ ਫੀਡ ਆ ਵੀ ਬੰਦਾ ਮੈਨੂੰ ਮਿਲਿਆ, ਦੁਬਾਰਾ ਆਊਗਾ, ਦੁਬਾਰਾ ਮੈਂ ਨਾਲ ਹੀ ਫੜ ਲੂੰਗਾ ਉਹਨੂੰ ਬੰਦੇ ਨੂੰ। ਤੇ ਇਹ ਦੁਕਾਨ ਜਿਹੜਾ ਸਮਾਨ ਮੇਰੀ ਦੁਕਾਨ ਤੋਂ ਮਿਲਣਾ, ਕਿਸੇ ਹੋਰ ਦੁਕਾਨ ਤੋਂ ਮਿਲਣਾ ਹੀ ਨਹੀਂ, ਪੂਰੀ ਦੁਨੀਆ 'ਚ ਨਹੀਂ ਮਿਲਣਾ। ਮੈਂ ਆਪਣਾ ਸਟਾਰਸ ਦੀ ਗੱਲ ਕਰ ਰਹੇ ਸੀ ਵੀ, ਜਿਵੇਂ ਸਟਾਰਸ ਦੀ ਗੱਲ ਕਰ ਰਹੇ ਸੀ, ਸੈਲੀਬ੍ਰਿਟੀਜ਼ ਦੀ ਗੱਲ ਕਰ ਰਹੇ ਹਾਂ, ਸੀ। ਸੈਲੀਬ੍ਰਿਟੀਜ਼ ਤੇ ਆਈਏ, ਕਿਉਂਕਿ ਮੈਨੂੰ ਕਾਫੀ ਲੱਗ ਰਿਹਾ ਵੀ ਤੁਸੀਂ ਉਹ 'ਤੇ ਹਿੱਟ ਕਰ ਰਹੇ ਹੋ ਸਹੀ ਤਰੀਕੇ ਨਾਲ। ਕੰਗਨਾ ਦੀ ਗੱਲ ਕੀਤੀ, ਦਲਜੀਤ ਦੀ ਗੱਲ ਕੀਤੀ, ਹੋਰ ਜੇ ਆਪਾਂ ਸਿੱਧੂ ਮੂਸੇਵਾਲੇ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ, ਸਿੱਧੂ ਮੂਸੇਵਾਲਾ ਛੋਟੀ ਉਮਰ 'ਚ ਨਾਮ ਕਮਾਇਆ, ਪੈਸੇ ਕਮਾਏ ਤੇ 28 ਸਾਲ ਦੀ ਉਮਰ ਚਲਾ ਗਿਆ। ਪੁੱਤਰ ਇਹ ਰੱਬ ਦੀ ਮਰਜ਼ੀ ਤੋਂ ਬਿਨਾਂ ਹੋ ਸਕਦਾ ਸੀ? ਪੋਸੀਬਲ ਹੈਗਾ ਨਹੀਂ। ਰੱਬ ਨੇ ਸਿਰਫ ਇੱਕ ਜਰੀਆ ਬਣਾਉਣਾ ਜੇ ਤੁਹਾਨੂੰ ਉਹਨੇ ਲੈ ਕੇ ਜਾਣਾ ਦੁਨੀਆ 'ਚੋਂ। ਮੂਸੇਵਾਲੇ ਦੇ ਘਰ ਗੱਡੀ ਖੜੀ ਸੀ, ਬੁਲਟ ਪ੍ਰੂਫ, ਚੱਕਣ ਨਹੀਂ ਦਿੱਤੀ ਰੱਬ ਨੇ, ਬੋਡੀਗਾਰਡ ਲਿਜਾਣ ਨਹੀਂ ਦਿੱਤੇ, ਤੇ ਰਾਹ 'ਚ ਠੋਕ ਦਿੱਤਾ। ਰੱਬ ਦੀ ਮਰਜ਼ੀ ਬਿਨਾਂ ਕੁਛ ਨਹੀਂ ਹੁੰਦਾ। ਬਾਬਾ ਨਾਨਕ ਵੀ ਇਹੀ ਗੱਲ ਕਹਿੰਦਾ, ਹੁਕਮ, ਰੱਬ ਦਾ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ। ਮੈਂ ਗੱਲ ਕਹਿਣਾ ਵੀ ਚਮਕੀਲਾ ਛੋਟੀ ਉਮਰ 'ਚ ਪੈਸੇ ਕਮਾਏ, ਨਾਮ ਕਮਾਇਆ, ਚਲਾ ਗਿਆ, ਸਾਰੀ ਉਮਰ ਲਈ ਅਮਰ ਹੋ ਗਿਆ। ਉਹਦਾ ਨਾਮ ਵੀ ਅਮਰ ਸਿੰਘ ਚਮਕੀਲਾ ਤੋਂ ਅਮਰ ਹੀ ਹੋ ਗਿਆ। ਦੇਖੋ ਠੀਕ ਆ। ਸ਼ਿਵ ਕੁਮਾਰ ਬਟਾਲਵੀ ਛੋਟੀ ਉਮਰ 'ਚ ਚਲਾ ਗਿਆ, ਨਾਮ ਕਮਾਇਆ, ਚਲਾ ਗਿਆ।
ਪੁੱਤਰ ਜਿਹਨੂੰ ਰੱਬ ਨੇ, ਇੱਕ ਮੇਰੀ ਗੱਲ ਯਾਦ ਰੱਖੀ, ਜਿਹੜਾ ਆਂਦੇ ਹੀ ਇੱਕਦਮ ਰੋਕਟ ਦੀ ਤਰ੍ਹਾਂ ਚੜ ਜਾਣਾ ਉੱਪਰ, ਸਮਝੋ ਉਹ ਜਾਣ ਵਾਲਾ ਹੀ ਆ। ਇਹ ਮੇਰਾ ਸਰਚ ਵਰਕ ਹੈ। ਜਿਹੜਾ ਆਂਦੇ ਹੀ ਦਿਨਾਂ 'ਚ ਕਰੋੜਪਤੀ ਅਰਬਪਤੀ ਬਣ ਜਾਏ ਨਾ, ਸਮਝ ਵੀ ਉਹ ਜਾਣ ਵਾਲਾ ਹੀ। ਉਹਨੇ 50 ਸਾਲ ਦੀ ਕਮਾਈ 4-5 ਸਾਲਾਂ 'ਚ ਕਰ ਲੈਣੀ ਆ ਤੇ ਦੁਨੀਆ 'ਚ ਜਾਣ ਵਾਲਾ ਹੀ ਆ। ਜਿਹੜਾ ਹੌਲੀ 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 ਤਰੱਕੀ ਕਰਦਾ ਨਾ, ਉਹ ਲੰਬੀ ਰੇਸ ਦਾ ਘੋੜਾ। ਹੁਣ ਲੰਬੀ ਰੇਸ ਦੇ ਘੋੜੇ ਤੇ ਗੱਲ ਸੁਣ ਲਾ। ਪਰ ਗੱਲ ਆ ਵਾ ਜਿਹੜੀ, ਜਿਵੇਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ, ਜ਼ਿੰਦਗੀ ਛੋਟੀ ਸੀ, ਪਰ ਇਹ ਗੱਲ ਆ ਉਹ 50 ਸਾਲ ਵੀ ਜਿੰਦਾ, 60 ਸਾਲ ਵੀ ਜਿੰਦਾ ਤੇ ਹੋਰ ਉਹਦਾ ਚਲੋ ਬਹੁਤ ਵੱਡਾ ਨਾਮ ਹੋ ਜਾਂਦਾ, ਵੀ ਸੋਚ ਹੀ ਨਹੀਂ ਸਕਦੇ ਕਿੱਥੇ ਤੱਕ ਹੁੰਦਾ। ਪਰ ਇਹ ਗੱਲ ਹੈ ਵੀ ਬਾਕੀਆਂ ਨੇ, ਜਿਹੜੇ ਬਾਕੀ ਸਿੰਗਰਸ ਨੇ 50 ਸਾਲ ਦੇ ਹੋ ਗਏ, 60 ਸਾਲ ਦੇ ਹੋ ਗਏ, ਉਹਨੇ ਉਨੀ ਕੁ ਜ਼ਿੰਦਗੀ ਉਸ ਲੈਵਲ ਤੇ ਜੀ ਲਈ ਨਾ, ਉਹਨੇ ਸਭ ਕੁਝ ਕਮਾਲ ਕਰ ਗਿਆ। ਕਮਾਲ ਕਮਾਲ ਕਮਾਲ। ਹੁਣ ਤਾਂ ਮੈਂ ਲੰਬੀ ਰੇਸ ਦੀ ਗੱਲ ਦੱਸਦਾ। 15 ਸਾਲ ਦੀ ਉਮਰ 'ਚ ਮੈਂ ਪਹਿਲੀ ਭਵਿੱਖਬਾਣੀ ਕੀਤੀ ਸੰਜੇ ਦੱਤ ਬਾਰੇ। ਇਹਦੀ ਫਿਲਮ ਆਈ ਰੋਕੀ ਤੇ ਕੁਮਾਰ ਗੌਰਵ ਦੀ ਆਈ ਲਵ ਸਟੋਰੀ, ਅੱਗੇ ਪਿੱਛੇ ਦੋਨੇ ਫਿਲਮਾਂ ਆਈਆਂ। ਤੇ ਮੈਂ ਆਪਣੇ ਯਾਰਾਂ ਨਾਲ ਫਿਲਮ ਦੇਖਣ ਗਿਆ ਤੇ ਮੇਰੇ ਯਾਰ ਕਹਿੰਦੇ ਵੀ ਸੰਜੇ ਦੱਤ ਲੰਬਾ ਜਿਹਾ ਮੁੰਡਾ, ਬੇਕਾਰ ਜਿਹਾ ਮੁੰਡਾ, ਇਹਨੇ ਚੱਲਣਾ ਨਹੀਂ ਹੈਗਾ। ਤੇ ਮੈਂ ਆਪਣੇ ਯਾਰਾਂ ਨੂੰ ਪਤਾ ਕੀ ਆਖਿਆ, ਪੁੱਤਰ ਲੰਬੀ ਰੇਸ ਦਾ ਘੋੜਾ ਸੰਜੇ ਦੱਤ। ਫਿਲਮ ਫਲॉप ਉਹਦੀ ਰੋਕੀ, ਲੇਕਿਨ ਮੇਰੀ ਪ੍ਰੈਡਿਕਸ਼ਨ ਕੀ ਹੈ, ਲੰਬੀ ਰੇਸ ਦਾ ਘੋੜਾ। ਅੱਜ ਤੱਕ ਚੱਲ ਨਹੀਂ ਰਿਹਾ। ਫਿਰ ਉਹ ਗਿਆ ਟਾਟਾ ਵਿੱਚ। ਮੈਂ ਆਪਣੇ ਯਾਰਾਂ ਨੂੰ ਕਿਹਾ ਟਾਟਾ ਤੋਂ ਬਾਹਰ ਆਊਗਾ, ਟਾਟਾ ਨਹੀਂ ਲੱਗੂਗਾ ਤੇ ਉੱਤੇ ਲੱਗਿਆ ਆਰਮ ਐਕਟ। ਉਹਨੂੰ ਮਿਲੀ 5 ਸਾਲ ਦੀ ਸਜ਼ਾ। ਕੁਝ ਉਹ ਸਜ਼ਾ ਜੇਲ੍ਹ 'ਚ ਕੱਟ ਗਿਆ ਸੀ ਪਹਿਲੇ, ਬਾਕੀ ਉਹਨੇ ਕੱਟਣੀ ਸੀ। ਫਿਰ ਪ੍ਰੈਡਿਕਸ਼ਨ ਕੀਤੀ ਸੰਜੇ ਦੱਤ ਦੀ। ਮੈਂ ਕਿਹਾ ਸਜ਼ਾ ਪੂਰੀ ਹੋਣ ਤੋਂ ਪਹਿਲੇ ਬਾਹਰ ਆ ਜਾਊਗਾ। ਆਇਆ ਨਹੀਂ ਬਾਹਰ, ਸਜ਼ਾ ਪੂਰੀ ਹੋਣ ਤੋਂ ਪਹਿਲੇ। ਇਹ ਪ੍ਰੈਡਿਕਸ਼ਨ ਹੁੰਦੀ ਪੁੱਤਰ। ਹੁਣ ਕੁਮਾਰ ਗੌਰਵ ਦੀ ਸੁਣ ਲਾ। ਕੁਮਾਰ ਗੌਰਵ ਦੀ ਲਵ ਸਟੋਰੀ ਗੋਲਡਨ ਜੁਬਲੀ, ਸੁਪਰ ਡੁਪਰ ਮਿਊਜ਼ੀਕਲ ਹਿੱਟ। ਮੈਂ ਕਿਹਾ ਦੀ ਪਹਿਲੀ ਤੇ ਆਖਰੀ ਹਿੱਟ, ਮੁੜ ਕੇ ਦੀ ਕੋਈ ਫਿਲਮ ਚੱਲੀ ਹੀ ਨਹੀਂ। ਹੋਰ ਦੱਸ, ਉਹਦੀ ਜਿੰਨੀਆਂ ਫਿਲਮਾਂ ਆਈਆਂ ਸਾਰੀਆਂ ਫਲॉप ਗਈਆਂ। ਉਹਦੇ ਪਿਓ ਨੇ ਨਾਮ ਫਿਲਮ ਬਣਾਈ ਆਪਣੇ ਮੁੰਡੇ ਲਈ, ਸਾਰਾ ਕ੍ਰੈਡਿਟ ਸੰਜੇ ਦੱਤ ਲੈ ਗਿਆ। ਪੁੱਤ ਇਹ ਕਿਸਮਤ ਹੁੰਦੀ ਹੈ। ਰੱਬ ਨੇ ਜਦੋਂ ਤੁਹਾਡਾ ਕੰਮ ਬਣਾਉਣਾ ਨਾ, ਉਹਨੇ ਧਰਤੀ ਤੇ ਆਪ ਨਹੀਂ ਆਣਾ, ਤੁਹਾਡਾ ਰਸਤਾ ਬਣਾਉਣਾ, ਤੁਹਾਡੇ ਲਈ ਵਿੱਧ ਬਣਾਉਣੀ ਹੈ। ਮੈਂ ਲੋਕਾਂ ਨੂੰ ਕਹਿੰਦਾ ਵੀ ਜੇ ਤੁਹਾਡੇ ਭਾਗਾਂ 'ਚ ਕੋਈ ਚੀਜ਼ ਹੈਗੀ ਨਾ, ਉਹ ਤੁਹਾਡੇ ਕੋਲ ਚੱਲ ਕੇ ਆਊਗੀ। ਤੁਹਾਨੂੰ ਉਹਦੀ ਮੈਂ ਐਗਜ਼ਾਮਪਲਾਂ ਦਿੰਦਾ ਪੁੱਤ, ਸੱਚੀਆਂ ਤੇ ਸੁੱਚੀਆਂ ਐਗਜ਼ਾਮਪਲਾਂ। ਤੈਨੂੰ ਯਾਦ ਆ ਸਚਿਨ 16 ਸਾਲ ਦੀ ਉਮਰ 'ਚ ਖੇਡ ਰਿਹਾ ਸੀ, ਠੀਕ ਆ। 18 ਸਾਲ ਤੋਂ ਪਹਿਲੇ ਟੀਮ 'ਚ ਨਹੀਂ ਸੀ ਆ ਸਕਦਾ, ਨਹੀਂ ਆ ਸਕਦਾ। BCCI ਦੇ ਉਦੋਂ ਜਿਹੜੇ ਪ੍ਰਧਾਨ ਸੀ ਰਾਜਾ ਸਿੰਘ ਡੂੰਗਰਪੁਰ, ਉਹਨਾਂ ਨੇ BCCI ਦਾ ਸੰਵਿਧਾਨ ਬਦਲਿਆ ਸਚਿਨ ਨੂੰ ਟੀਮ 'ਚ ਲਿਆਉਣ ਲਈ। 16 ਸਾਲ ਦਾ, ਠੀਕ ਆ, ਬਦਲਿਆ ਨਹੀਂ ਸੰਵਿਧਾਨ। ਇੱਦਾਂ ਰੱਬ ਮਦਦ ਕਰਦਾ ਪੁੱਤਰ। BCCI ਸਚਿਨ ਦੇ ਘਰ ਚੱਲ ਕੇ ਗਈ ਵੀ ਤੈਨੂੰ ਖਿਲਾਉਣਾ ਅਸੀਂ। ਹੋਰ ਦੱਸ, ਤੇ ਉਹਦਾ ਮੁੰਡਾ ਕਿੱਥੇ ਅੱਜ? ਜੇ ਕਿਸੇ ਨੱਕ 'ਚ ਇੰਨੀ ਤਾਕਤ ਆ, ਕਿਸੇ ਪਾਈ 'ਚ ਇੰਨੀ ਤਾਕਤ ਆ, ਤਾਂ ਉਹਦੇ ਮੁੰਡੇ ਦੀ ਕਿਸਮਤ ਬਦਲ ਕੇ ਦਿਖਾ ਦੇ। ਮੈਂ ਤਾਂ ਆਪਣੇ ਜੋਸ਼ੀ ਭਰਾਵਾਂ ਨੂੰ ਕਹਿੰਦਾ, ਭਾਈ ਮੇਰਾ ਤਾਂ ਵਿਸ਼ਵਾਸ ਨਹੀਂ ਹੈਗਾ ਪਾਏ ਦੇ ਵਿੱਚ। ਜੇ ਤੁਸੀਂ ਕਹਿੰਦੇ ਵੀ ਨਾਮ ਬਦਲਣ ਨਾਲ, ਸਪੈਲਿੰਗ ਚੇਂਜ ਕਰਨ ਨਾਲ, ਜਾਂ ਨੰਬਰ ਨਾਲ, ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਉਪਾਅ ਕਰਨ ਨਾਲ ਕੰਮ ਬਣਦਾ, ਤੇ ਸਚਿਨ ਦੇ ਮੁੰਡੇ ਦਾ ਬਣਾ ਦਿਓ ਯਾਰ। ਕੋਈ ਐਗਜ਼ਾਮਪਲ ਤਾਂ ਸੈੱਟ ਕਰੋ ਵੀ ਪਾਏ ਕੰਮ ਕਰਦੇ ਆ। ਮੈਂ ਤਾਂ ਇਹ ਨਹੀਂ ਕਹਿੰਦਾ ਵੀ ਨਹੀਂ ਕਰਦੇ, ਕਰਦੇ ਹੋਣਗੇ, ਪਰ ਜਿਨ੍ਹਾਂ ਦੇ ਪਾਏ ਨਾਲ ਕੰਮ ਬਣਦੇ ਉਹ 20% ਆ। ਤੇ ਮੈਂ ਉਹਨਾਂ ਨੂੰ ਕਹਿੰਦਾ ਪਾਏ ਦੀ ਲੋੜ ਹੀ ਨਹੀਂ ਆ, ਠੀਕ ਆ। ਇੱਕ ਹੋਰ ਐਗਜ਼ਾਮਪਲ ਸੁਣੋ। ਜਦੋਂ ਕੋਈ ਤੁਹਾਡੀ ਚੀਜ਼ ਪਾਕਾ ਜਾਂ ਚੱਲ ਕੇ ਤੁਹਾਡੇ ਕੋਲ ਆ ਪਾਣੀ ਆ, ਤੁਹਾਨੂੰ ਲੱਭਣ ਦੀ ਲੋੜ ਨਹੀਂ ਆ। ਪੁਰਾਣੀ ਫਿਲਮਾਂ ਦੇ ਹੀਰੋ, ਠੀਕ ਆ। ਇਹ ਗੱਲ ਹੈਗੀ ਆ ਸਨ 1939 ਦੀ। ਪ੍ਰਾਣ ਜੀ ਉੱਥੇ ਖੜੇ ਸੀ ਪਾਨ ਦੀ ਦੁਕਾਨ ਤੇ ਆਪਣੇ ਯਾਰਾਂ ਨਾਲ ਸਿਗਰਟ ਪੀ ਰਹੇ ਸੀ ਤੇ ਪਾਨ ਖਾ ਰਹੇ ਸੀ ਤੇ ਛੱਲੇ ਉਡਾ ਰਹੇ ਸੀ। ਇੱਕ ਬੰਦਾ ਅਣਜਾਣ ਜਿਹਾ ਬੰਦਾ ਉਹਨਾਂ ਕੋਲ ਆਉਂਦਾ, ਪ੍ਰਾਣ ਨੂੰ ਪੁੱਛਦਾ ਵੀ ਤੁਹਾਡਾ ਨਾਂ ਕੀ ਆ? ਉਹ ਕਹਿੰਦਾ ਤੂੰ ਮੇਰੇ ਨਾਂ ਤੋਂ ਕੀ ਲੈਣਾ ਵੀ? ਉਹ ਕਹਿੰਦਾ ਨਹੀਂ ਯਾਰ, ਮੇਰਾ ਨਾਮ ਬਲੀ ਮੁਹੰਮਦ ਬਲੀ ਆ, ਤੇ ਮੈਂ ਪ੍ਰੋਡਿਊਸਰ ਤਲਸੁਖ ਪੰਚੋਲੀ ਦਾ ਰਾਈਟਰ ਆ। ਮੈਂ ਉਹਦੇ ਲਈ ਫਿਲਮਾਂ ਲਿਖਦਾ ਆ। ਮੈਂ ਉਹਦੇ ਲਈ ਇੱਕ ਫਿਲਮ ਲਿਖੀ ਆ ਜਮਲਾ ਜੱਟ। ਉਹਦੇ 'ਚ ਇੱਕ ਕਰੈਕਟਰ ਆ, ਉਹ ਤੇਰੇ ਵਾਂਗੂ ਪਾਨ ਚਬਾਉਂਦਾ, ਤੇਰੇ ਵਾਂਗੂ ਸਿਗਰਟ ਪੀਂਦਾ, ਤੇਰੇ ਵਾਂਗੂ ਛੱਲੇ ਉਡਾਉਂਦਾ। ਤੂੰ ਫਿਲਮ 'ਚ ਰੋਲ ਕਰੇਂਗਾ? ਪ੍ਰਾਣ ਨੇ ਸੋਚਿਆ ਵੀ ਇਹ ਹਵਾ ਮਾਰਨ ਡਿਆ, ਰਾਤ ਦਾ ਵੇਲਾ, ਬੇਵੜਾ ਆ, ਐਵੇਂ ਫੜਾ ਮਾਰਨ ਡਿਆ। ਪ੍ਰਾਣ ਜੀ ਨੇ ਗੌਰ ਨਹੀਂ ਕੀਤੀ। ਉਹਨੇ ਕਿਹਾ ਵੀ ਤੂੰ ਫਲਾਣੇ ਸਟੂਡੀਓ ਮੇਰੇ ਕੋਲ ਆ ਜੀ।
ਪ੍ਰਾਣ ਜੀ ਗਏ ਨਹੀਂ। ਉਹ ਮਹੀਨੇ ਕੁ ਬਾਅਦ ਫਿਰ ਬੰਦਾ ਉਹਨਾਂ ਨੂੰ ਮਿਲ ਗਿਆ ਕਿਤੇ ਪਲਾਜ਼ਾ ਥੀਏਟਰ ਲਾਹੌਰ ਦੇ ਵਿੱਚ। ਉਹ ਕਹਿੰਦਾ ਯਾਰ ਤੂੰ ਚੰਗਾ ਬੰਦਾ, ਤੂੰ ਆਇਆ ਹੀ ਨਹੀਂ, ਤੂੰ ਮੇਰੀ ਬੇਇੱਜ਼ਤੀ ਕਰਾਤੀ। ਪ੍ਰਾਣ ਜੀ ਨੂੰ ਲੱਗਾ ਵੀ ਨਹੀਂ ਯਾਰ ਇਹ ਬੰਦਾ ਮਜ਼ਾਕ ਨਹੀਂ ਕਰ ਰਿਹਾ, ਸੱਚ ਕਹਿ ਰਿਹਾ। ਉਹ ਕਹਿੰਦਾ ਠੀਕ ਹੈ ਜੀ, ਮੈਂ ਆਉਣ ਨੂੰ ਤਿਆਰ ਹਾਂ। ਕਹਿੰਦਾ ਨਹੀਂ, ਮੈਂ ਤੇਰੇ ਤੇ ਵਿਸ਼ਵਾਸ ਹੀ ਨਹੀਂ, ਤੂੰ ਮੈਨੂੰ ਘਰ ਦਾ ਐਡਰੈਸ ਦੇ। ਪ੍ਰਾਣ ਤੋਂ ਘਰ ਦਾ ਐਡਰੈਸ ਲਿਆ। ਐਡਰੈਸ ਲੈ ਕੇ ਉਹਨਾਂ ਦੇ ਅਗਲੇ ਦਿਨ ਘਰ ਗਏ, ਪ੍ਰਾਣ ਨੂੰ ਲਿਆ, ਸਟੂਡੀਓ ਲੈ ਕੇ ਆਏ, ਉਹਨਾਂ ਦਾ ਸਕਰੀਨ ਟੈਸਟ ਲਿਆ ਅਤੇ ਉਹ ਟੈਸਟ ਪਾਸ ਹੋ ਗਏ। ਅਤੇ ਪ੍ਰਾਣ ਜੀ ਕਹਿੰਦੇ ਵੀ ਮੈਨੂੰ ਪੈਸੇ ਕਿੰਨੇ ਮਿਲਣੇ ਆ? ਉਹ ਕਹਿੰਦੇ 50 ਰੁਪਏ ਮਹੀਨਾ। ਉਹ ਕਹਿੰਦਾ ਮੈਂ ਫੋਟੋਗ੍ਰਾਫਰੀ ਦੁਕਾਨ ਦੇ 200 ਰੁਪਏ ਮਹੀਨਾ ਕਮਾਉਣ ਡੇ ਆ ਅਤੇ ਤੁਸੀਂ ਮੈਨੂੰ 50 ਰੁਪਏ ਦੇਣ ਡੇ। ਕਹਿੰਦੇ ਮੈਂ ਨਹੀਂ ਕੰਮ ਕਰਨਾ। ਉਹ ਪ੍ਰੋਡਿਊਸਰ ਕਹਿੰਦਾ ਕਿਹੜਾ ਬੰਦਾ ਆ ਗਿਆ ਯਾਰ, ਲੋਕੀ ਫਿਲਮਾਂ 'ਚ ਕੰਮ ਕਰਨ ਲਈ ਲੈਣ ਲੱਗੀ ਹੋਈ ਹੈ, ਇਹਨੂੰ ਇਹ ਨਖਰੇ ਕਰਨ ਡੇ ਆ, ਅਸੀਂ ਇਹਨੂੰ ਮੌਕਾ ਦੇਣ ਡੇ ਆ, ਹੈਂ ਇਹ ਮੌਕੇ ਦੀ ਕਦਰ ਨਹੀਂ ਕਰਨ ਡੇ ਆ। ਉਹ ਕਹਿੰਦਾ ਵੀ ਜਿਹਨੇ 50 ਰੁਪਏ ਦਾ ਕੰਮ ਕਰਨਾ ਤਾਂ ਕੰਟਰੈਕਟ ਹੁਣੇ ਸਾਈਨ ਕਰੇ, ਨਹੀਂ ਤਾਂ ਗੇਟ ਖੁੱਲ੍ਹਾ ਬਾਹਰ ਨਿਕਲ ਜਾਵੇ। ਪ੍ਰਾਣ ਜੀ ਟੈਨਸ਼ਨ 'ਚ ਆ ਗਏ ਵੀ ਯਾਰ ਜੋ ਕਰਨਾ ਹੁਣੇ ਕਰਨਾ ਪੈਣਾ। ਚਲੋ ਪ੍ਰਾਣ ਨੂੰ ਅਕਲ ਆ ਗਈ। ਪ੍ਰੋਡਿਊਸਰ ਨੇ ਕਿਹਾ ਵੀ ਤੂੰ ਸੋਚ ਵੀ ਹੁਣ ਤੈਨੂੰ 50 ਰੁਪਏ ਮਿਲਦੇ ਆ, ਆਉਣ ਵਾਲੇ ਸਮੇਂ 'ਚ ਤੂੰ ਲੱਖਾਂ ਕਰੋੜਾਂ ਰੁਪਏ ਕਮਾਏਗਾ। ਅੱਜ 50 ਰੁਪਏ ਮਿਲਦੇ ਪਏ ਆ, ਤੇਰੀ ਕਿਸਮਤ ਬਦਲ ਜੂਗੀ। ਚਲੋ ਪ੍ਰਾਣ ਜੀ ਨੇ 50 ਰੁਪਏ ਦਾ ਐਗਰੀਮੈਂਟ ਸਾਈਨ ਕਰ ਲਿਆ। ਪੁੱਤਰ 50 ਰੁਪਏ ਨਾਲ ਕੰਮ ਸ਼ੁਰੂ ਕੀਤਾ ਪ੍ਰਾਣ ਜੀ ਨੇ, ਲੱਖਾਂ ਕਰੋੜਾਂ ਕਮਾਈ ਨਹੀਂ ਫਿਲਮਾਂ 'ਚ। ਜੇ ਉਹਨਾਂ ਦੇ ਭਾਗਾਂ 'ਚ ਕਰੋੜਾਂ ਰੁਪਏ ਲਿਖੇ ਸੀ ਨਾ, ਤੇ ਬੰਦਾ ਚੱਲ ਕੇ ਪਾਨ ਦੀ ਦੁਕਾਨ 'ਤੇ ਪਹੁੰਚਿਆ, ਫਿਰ ਘਰ ਪਹੁੰਚਿਆ, ਸਟੂਡੀਓ ਲੈ ਕੇ ਆਇਆ ਅਤੇ ਪ੍ਰਾਣ ਜੀ ਐਕਟਰ ਬਣ ਗਏ ਅਤੇ ਕਰੋੜਾਂ ਰੁਪਏ ਕਮਾਏ। ਪੁੱਤਰ ਤੁਹਾਡੇ ਚੀਜ਼ ਭਾਗਾਂ 'ਚ ਕੁਝ ਹੈਗੀ ਹੈ ਨਾ, ਆਪਣੇ ਆਪ ਰੱਬ ਤੁਹਾਡੇ ਕੋਲ ਬੰਦਾ ਭੇਜਦਾ, ਤੁਹਾਨੂੰ ਲੱਭਣ ਦੀ ਲੋੜ ਨਹੀਂ ਹੈ। ਮੈਂ ਇਹੀ ਲੋਕਾਂ ਨੂੰ ਦੱਸਦਾ ਵੀ ਤੁਹਾਡੇ ਭਾਗਾਂ 'ਚ ਚੀਜ਼ ਹੈਗੀ ਆ ਅਤੇ ਤੁਹਾਨੂੰ ਮਿਲਣੀ ਹੈ, ਅਤੇ ਜੇ ਨਹੀਂ ਹੈਗੀ ਤਾਂ ਨਹੀਂ ਮਿਲਣੀ। ਉਹਨੂੰ ਮੈਂ ਦੇ ਨਹੀਂ ਸਕਦਾ। ਜੇ ਮੰਨ ਲਓ ਕਿ ਇਹਦੇ ਭਾਗਾਂ 'ਚ ਰੱਬ ਨੇ ਪੈਸੇ ਲਿਖੇ ਆ ਨਾ ਪੁੱਤ, ਮੈਂ ਖੋ ਨਹੀਂ ਸਕਦਾ। ਅਤੇ ਜੇ ਕਿਸੇ ਦੇ ਭਾਗਾਂ 'ਚ ਪੈਸੇ ਰੱਬ ਨੇ ਨਹੀਂ ਲਿਖੇ ਤਾਂ ਮੈਂ ਦੇ ਨਹੀਂ ਸਕਦਾ। ਮੇਰਾ ਕੰਮ ਆ ਦੱਸਣਾ। ਮੈਨੂੰ ਰੱਬ ਨੇ ਇੰਨਾ ਕੁ ਗਿਆਨ ਦਿੱਤਾ ਵੀ ਲੋਕਾਂ ਨੂੰ ਗਾਈਡ ਕਰਨਾ, ਨਾ ਕਿ ਮਿਸਗਾਈਡ ਕਰਨਾ। ਸ਼ਰਧਾ ਕਪੂਰ ਦੀ ਫਿਲਮ ਦੇਖੀ ਪਿੱਛੇ ਆਈ ਹੈ ਇਸਤਰੀ? ਹਾਂਜੀ ਹਾਂਜੀ। ਕਿੱਦਾਂ ਦੇਖਦੇ ਹੋ ਉਹਦਾ ਅੱਗੇ ਫਿਊਚਰ? ਸ਼ਰਧਾ ਕਪੂਰ ਦਾ ਦੇਖੋ, ਉਹਦੀ ਲੰਬੀ ਭਾਰੀ ਹੈ। ਜਿਹੜਾ ਮੁੰਡਾ ਦੂਜਾ ਨਾਲ ਉਹਦੇ ਹੀਰੋ ਹੈ ਉਹ ਵੀ ਅੱਛਾ ਚੱਲ ਰਿਹਾ। ਕੀ ਨਾਂ ਕੀ ਸੀ ਉਹਦਾ? ਨਾਂ ਦਾ ਮੈਨੂੰ ਵੀ ਰਾਓ ਆ ਮੁੰਡਾ, ਰਾਜਕੁਮਾਰ ਰਾਓ। ਰਾਜਕੁਮਾਰ ਰਾਓ, ਅੱਛਾ ਚੱਲ ਰਿਹਾ ਮੁੰਡਾ। ਉਹ ਮਤਲਬ ਸ਼ਰਧਾ ਕਪੂਰ ਅਜੇ ਕਹਿੰਦੇ ਏਜ ਹੋ ਗਈ ਹੈ ਕਾਫੀ, ਹਜੇ ਪਰ ਉਹਦੀ ਲੁੱਕ 'ਚ ਹਾਲੇ ਵੀ ਫਰੈਸ਼ਨੈਸ ਹੈਗੀ ਚਿਹਰੇ ਤੇ। ਮਤਲਬ ਤੁਸੀਂ ਕਹਿ ਰਹੇ ਹੋ ਹਜੇ ਵੀ ਉਹ ਫਰੈਸ਼ਨੈਸ ਹੈਗੀ ਆ, ਹਾਲੇ ਵੀ ਕੱਢੂਗੀ? ਚੱਲੂਗੀ। ਹਾਲੇ ਵੀ ਚੱਲੂਗੀ। ਆਲੀਆ ਭੱਟ ਦੇਖੋ, ਤੁਹਾਨੂੰ ਯਾਦ ਹੋਵਾ ਰਣਵੀਰ ਕਪੂਰ ਦਾ ਜਦੋਂ ਦੀਪਿਕਾ ਪਾਦੂਕੋਣ ਨਾਲ ਉਹਦਾ ਅਫੇਅਰ ਚੱਲਦਾ ਸੀ, ਲੋਕੀ ਕਹਿੰਦੇ ਸੀ ਇਹਦਾ ਵਿਆਹ ਹੋਊਗਾ। ਮੈਂ ਕਿਹਾ ਨਹੀਂ ਕਰੂਗਾ। ਉਹਦੇ ਕਹਿੰਦੇ ਬਿਲਕੁਲ। ਮੈਂ ਕਿਹਾ ਆਲੀਆ ਭੱਟ ਨਾਲ ਵਿਆਹ ਕਰੂਗਾ। ਆਲੀਆ ਭੱਟ ਤਾਂ ਉਦੋਂ ਆਈ ਵੀ ਨਹੀਂ ਸੀ, ਉਹਦੀ ਜ਼ਿੰਦਗੀ 'ਚ ਆਈ ਨਹੀਂ ਸੀ। ਮੈਂ ਪਹਿਲੇ ਦੱਸਦਾ ਸੀ ਆਲੀਆ ਭੱਟ ਨਾਲ ਵਿਆਹ ਕਰੂਗਾ। ਨਹੀਂ, ਉਦੋਂ ਮੈਨੂੰ ਲੱਗਦਾ ਆਲੀਆ ਭੱਟ ਫਿਲਮਾਂ 'ਚ ਨਹੀਂ ਆਈ ਸੀ। ਨਹੀਂ, ਫਿਲਮਾਂ ਤਾਂ ਸੀਗੀ ਉਦੋਂ, ਲੇਕਿਨ ਮੈਂ ਕਿਹਾ ਰਣਵੀਰ ਕਪੂਰ ਆਲੀਆ ਭੱਟ ਨਾਲ ਵਿਆਹ ਕਰੂਗਾ। ਇਹ ਮੇਰੀ ਪ੍ਰੈਡਿਕਸ਼ਨ ਸੀ ਵੀ ਦੀਪਿਕਾ ਨਾਲ ਵਿਆਹ ਨਹੀਂ ਕਰੂਗਾ। ਕੈਟਰੀਨਾ ਕੈਫ ਨੇ ਵੀ ਕੋਸ਼ਿਸ਼ ਕੀਤੀ ਵਿਆਹ ਕਰਨ ਦੀ, ਦੀਪਿਕਾ ਨੇ ਵੀ ਕੀਤੀ, ਬਹੁਤ ਲੋਕਾਂ ਨੇ ਉਹਨੂੰ ਅਪਰੋਚ ਕੀਤਾ ਵਿਆਹ ਲਈ ਰਣਵੀਰ ਕਪੂਰ ਨੂੰ, ਪਰ ਨਹੀਂ। ਤੁਹਾਨੂੰ ਹੈਰਾਨ ਹੋਏਗੇ ਵੀ 2011 'ਚ ਮੈਂ ਕਿਹਾ ਸੀ, ਇੱਕ ਨਿਊਜ਼ 24 ਚੈਨਲ ਆ, ਉੱਥੇ ਮੇਰਾ ਸ਼ੋਅ ਆਉਂਦਾ ਸੀ, ਹਰ ਚਿਹਰਾ ਕੁਛ ਕਹਿਤਾ ਹੈ। ਮੈਂ 2011 'ਚ ਗਿਆ ਸੀ ਵੀ ਰਣਵੀਰ ਕਪੂਰ ਦਾ ਆਉਣ ਵਾਲਾ ਸਮਾਂ ਜਿਹੜਾ ਨਾ ਵਧੀਆ ਆ। 11 'ਚ ਕਿਹਾ ਸੀ, ਜਦ ਕਿ ਉਦੋਂ ਮੇਰੇ ਖਿਆਲ ਫਲॉप ਚੱਲ ਰਿਹਾ ਸੀ ਉਹ। ਦੇਖ ਲਓ ਤੁਸੀਂ। ਉਹ ਪੁੱਤਰ ਮੈਂ ਪ੍ਰੈਡਿਕਸ਼ਨਾਂ ਕਰਦਾ ਯਾਰ, ਮੈਂ ਤੁਹਾਨੂੰ ਪਹਿਲੇ ਹੀ ਗਿਆ, ਮੈਂ ਪ੍ਰੈਡਿਕਸ਼ਨ ਕਰਦਾ। ਮੈਂ ਕੋਈ ਨੱਗ, ਕੋਈ ਜੰਤਰ ਮੰਤਰ ਨਹੀਂ ਦੱਸਦਾ ਲੋਕਾਂ ਨੂੰ ਵੀ ਤੂੰ ਆਹ ਕਰ ਲਾ। ਮੈਂ ਕਹਿੰਦਾ ਤੂੰ ਕੋਈ ਕੰਮ ਨਹੀਂ ਕਰਨਾ, ਤੇਰਾ ਕੰਮ ਬਣੂਗਾ ਨਹੀਂ ਬਣੂਗਾ ਤਾਂ ਦੱਸ ਦੂੰਗਾ, ਤੇਰੀ ਦੌੜ ਖਤਮ ਹੋ ਜੂਗੀ। ਤੁਸੀਂ, ਮੈਂ ਵਿੱਚ ਰੋਕਣਾ ਚਾਹਾਂਗਾ, ਪੰਜਾਬ ਦੀ ਪੋਲਿਟਿਕਸ ਦੀ ਗੱਲ ਕਰ ਲੈਂਦੇ ਹਾਂ, ਪੰਜਾਬ ਦੇ ਪੋਲੀਟੀਸ਼ੀਅਨਸ ਬਾਰੇ ਪੁੱਛ ਲੈਂਦੇ ਹਾਂ। ਸੁਖਬੀਰ ਸਿੰਘ ਬਾਦਲ ਬਾਰੇ ਤੁਸੀਂ ਕਿਹਾ ਸੀ ਵੀ ਪਿਤਾ ਦੇ ਜਿੰਦੇ ਸੀਐਮ ਨਹੀਂ ਬਣਨਗੇ, ਕੀ ਇਹਨੇ ਨਹੀਂ ਉਹਨਾਂ ਦਾ ਫਿਊਚਰ ਕੀ ਦੇਖਦੇ ਹੋ ਤੁਸੀਂ? ਉਹਨਾਂ ਦੀ ਚਲੋ ਫਿੰਗਰਪ੍ਰਿੰਟ ਨਹੀਂ ਦੇਖੇ ਹੋਣੇ, ਫੇਸ ਤੇ ਆਵਾਜ਼ ਤਾਂ ਦੇਖੀ ਯਾਰ। ਮੈਂ ਬਹੁਤ ਵਾਰੀ ਉਹਦੇ ਫਿੰਗਰਪ੍ਰਿੰਟ ਛੱਡੋ, ਮੈਂ ਉਹਦੀ ਆਵਾਜ਼ ਸੁਣੀ ਆ, ਉਹਦਾ ਚਿਹਰਾ ਦੇਖਿਆ ਆ। ਕੀ ਦੇਖਦੇ ਕੀ ਹੋ? ਕੀ ਨਹੀਂ, ਉਹਦਾ ਨਹੀਂ ਹੈਗਾ, ਖਤਮ ਕਹਾਣੀ, ਖਤਮ। ਕੱਲ ਦੁਬਾਰਾ ਨਹੀਂ ਉੱਠ ਸਕਦਾ। ਮੈਂ ਕਹਿੰਦਾ ਚਾਂਸ ਹੀ ਨਹੀਂ ਯਾਰ, ਜ਼ੀਰੋ। ਫਿਰ ਉਹੀ ਗੱਲਾਂ ਤੂੰ ਯਾਰ ਬੰਨਾ ਉਹ ਗੱਲ ਕਰਨ ਦੇ ਆ। ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜਾ ਚੱਲਣਾ ਜਾਦੂ ਚੱਲ ਗਿਆ, ਬਸ ਉਹਦਾ ਚੱਲ ਗਿਆ, ਬਸ ਹੋਰ ਬਸ ਖਤਮ ਹੈ ਜਿੰਨਾ ਕੁ ਚੱਲਣਾ ਸੀ। ਰਾਜਾ ਵੜਿੰਗ ਦੇਖੋ ਗੱਲ ਪਤਾ ਕੀ, ਦੇਖੋ ਜ਼ਿੰਦਗੀ ਦੇ ਵਿੱਚ ਤੁਹਾਨੂੰ ਸ਼ਾਇਦ ਯਾਦ ਹੋਵੇ, ਮੇਰੇ ਕੋਲ ਤੇਜਿੰਦਰ ਬਿੱਟੂ ਆ, ਸਾਡੇ ਜਲੰਧਰ ਸ਼ਹਿਰ ਦੇ ਚੇਅਰਮੈਨ ਹੈਗੇ ਆ ਇੰਪਰੂਵਮੈਂਟ ਵਾਸਤੇ। ਉਹਨਾਂ ਦਾ ਯਾਰ ਆ ਆਪਣੇ ਰਾਜਕੁਮਾਰ ਸਹਿਗਲ, ਉਹਨਾਂ ਦਾ ਮਿੱਤਰ ਆ।
ਤੇ ਮੈਂ ਉਹਨਾਂ ਦੇ ਘਰ ਬੈਠਾ ਸੀਗਾ ਤੇ ਮੈਂ ਕਦੀ ਬਿੱਟੂ ਨੂੰ ਮਿਲਿਆ ਵੀ ਨਹੀਂ, ਜਿਹੜਾ ਤੇਜਿੰਦਰ ਬਿੱਟੂ ਨੂੰ ਕਦੀ ਮਿਲਿਆ ਨਹੀਂ ਮੈਂ। ਉਦੋਂ ਚੇਅਰਮੈਨ ਸੀ ਇੰਪਰੂਵਮੈਂਟ ਸੈੱਲ ਦਾ। ਮੈਂ ਸਾਈਕਲ ਨੂੰ ਕਿਹਾ ਵੀ ਤੇ ਤੇਜਿੰਦਰ ਬਿੱਟੂ MLA ਦੀ ਟਿਕਟ ਲਊਗਾ ਤੇ ਉੱਥੋਂ ਇਲੈਕਸ਼ਨ ਵੀ ਹਾਰੂਗਾ। ਉਹਨੇ ਟਿਕਟ ਮਿਲੀ, ਹਾਰ ਗਿਆ। ਫਿਰ ਦੂਜੀ ਵਾਰੀ ਫੇਰ ਉਹਨੇ ਟਿਕਟ ਲੈਤੀ। ਮੈਂ ਕਿਹਾ ਨਹੀਂ ਹਾਰਨਾ, ਉਹ ਟਿਕਟ ਹੀ ਖੋਲੀ, ਉਹ ਦੇ ਕੇ ਖੋਲੀ। ਪੁੱਤ ਮੈਂ ਕਦੀ ਮਿਲਿਆ ਨਹੀਂ ਤੇਜਿੰਦਰ ਬਿੱਟੂ ਨੂੰ, ਸੱਚ ਕਹਿ ਰਿਹਾ। ਲੋਕਾਂ ਕੋਈ ਬੰਦਾ ਮੰਨ ਲਓ ਜੇਲ੍ਹ ਚਲਾ ਗਿਆ ਸਪੋਜ਼ ਨਾ, ਤੁਹਾਨੂੰ ਯਾਦ ਹੋਣਾ ਰਾਜੂ ਭਾਜੀ ਫਾਸਟਵੇ ਵਾਲੇ, ਉਹਨਾਂ ਦਾ ਸੀਵੇਜ ਕੇਸ ਚੱਲਦਾ ਸੀ। ਮੈਂ ਭਾਜੀ ਰਾਜੂ ਭਾਜੀ ਨੂੰ ਪ੍ਰੈਡਿਕਸ਼ਨ ਕੀਤੀ ਸੀ, ਰਾਜੂ ਭਾਜੀ ਤੁਸੀਂ ਬਰੀ ਹੋ ਜਾਓਗੇ। ਇਹ ਤੁਸੀਂ ਰਾਜੂ ਭਾਜੀ ਨੂੰ ਪੁੱਛ ਸਕਦੇ ਹੋ, ਇਹ ਗੱਲ ਔਨ ਰਿਕਾਰਡ ਹੈ। ਮੈਨੂੰ ਕਿਸੇ ਨੇ ਕਿਹਾ ਵੀ ਰਾਜੂ ਭਾਜੀ ਕਿਹਦਾ ਫੋਨ ਨਹੀਂ ਚੱਕਦੇ। ਮੈਂ ਕਿਹਾ ਪਹਿਲੀ ਗੱਲ ਤੇ ਫੋਨ ਚੱਕੂਗਾ, ਮੋਬਾਈਲ ਚੱਕ ਲਿਆ ਭਾਜੀ ਨੇ। ਉਹਨਾਂ ਨੂੰ ਫੋਨ ਸੁਣ ਕੇ ਉਹਦੀ ਆਵਾਜ਼ ਸੁਣ ਕੇ 2 ਗੱਲਾਂ ਦੱਸੀਆਂ ਰਾਜੂ ਭਾਜੀ ਨੂੰ। ਉਹ ਕਹਿੰਦਾ ਮੈਂ ਤੁਹਾਨੂੰ ਮਿਲਣਾ। ਉਹ ਅੰਮ੍ਰਿਤਸਰੋਂ ਆਏ, ਲਰੰਗਾ ਹੋਟਲ ਹੈਗਾ ਸਾਡਾ ਜਲੰਧਰ ਸ਼ਹਿਰ 'ਚ, ਉੱਥੇ ਮਿਲੇ ਮੈਨੂੰ। ਉਹਨਾਂ ਨਾਲ ਬੰਦੇ ਬਹੁਤ ਸੀਗੇ। ਮੈਂ ਕਿਹਾ ਭਾਜੀ ਇਕੱਲੇ ਗੱਲ ਕਰਨੀ ਹੈ। ਅਤੇ ਉਹਨੇ ਇੱਕੋ ਸਵਾਲ ਪੁੱਛਿਆ, ਯਾਰ ਮੇਰਾ ਕੇਸ ਚੱਲਦਾ ਕੋਰਟ ਦੇ ਵਿੱਚ ਕਿੱਦਾਂ। ਮੈਂ ਕਿਹਾ ਤੁਸੀਂ 3 ਵਾਰੀ ਜੇਲ੍ਹ ਯਾਤਰਾ ਕਰਨੀ ਹੈ, 3 ਵਾਰੀ ਬਰੀ ਹੋ ਜਾਣਾ। ਉਦੋਂ 1 ਵਾਰੀ ਕੀਤੀ ਸੀ ਜੇਲ੍ਹ ਯਾਤਰਾ, ਦੂਜੀ ਵਾਰੀ ਫਿਰ ਉਹ ਜਦੋਂ ਪੰਗਾ ਪਿਆ ਫਿਰ ਕੀਤੀ, ਫਿਰ ਬਚ ਗਏ। ਭਾਜੀ ਇਹ ਪ੍ਰੈਡਿਕਸ਼ਨ ਹੁੰਦੀ, ਇਹਨੂੰ ਪ੍ਰੈਡਿਕਸ਼ਨ ਕਹਿੰਦੇ ਆ। 1 ਵਾਰੀ ਜਾ ਚੁੱਕੇ ਸੀ, ਦੂਜੀ ਵਾਰੀ ਮੇਰੀ ਪ੍ਰੈਡਿਕਸ਼ਨ ਕਰਨ ਤੋਂ ਬਾਅਦ ਗਏ ਆ। ਤੇ ਮੈਂ ਕਿਹਾ ਤੁਹਾਡਾ 3 ਵਾਰੀ ਜਾਣ ਦਾ ਯੋਗ ਆ, ਪਰ 3 ਵਾਰੀ ਤੁਸੀਂ ਬਰੀ ਹੋ ਜਾਣਾ। ਇਹ ਪ੍ਰੈਡਿਕਸ਼ਨ ਹੁੰਦੀ ਭਾਜੀ। ਮੈਂ ਫਿੰਗਰਪ੍ਰਿੰਟ ਦੇਖ ਕੇ ਫੇਸ ਰੀਡਿੰਗ ਕਰਕੇ ਪ੍ਰੈਡਿਕਸ਼ਨ ਕਰਦਾ। ਮੈਂ ਉਹਨਾਂ ਦਾ ਪੁੱਛਿਆ ਸੀ ਰਾਜਾ ਵੜਿੰਗ ਦਾ, ਉਹ ਕਿੱਦਾਂ ਉਹ ਠੀਕ ਆ, ਵਧੀਆ, ਬਿਲਕੁਲ। ਜਿੱਤਿਆ ਨਹੀਂ ਇਲੈਕਸ਼ਨ, ਹੋਰ ਅੱਗੇ ਜਾਊਗਾ ਸੀਐਮ। ਦੇਖੋ ਜਦੋਂ ਇਲੈਕਸ਼ਨ ਆਉਣਗੇ ਉਦੋਂ ਗੱਲਾਂ ਕਰਾਂਗੇ। ਆਪਾਂ ਇਹ ਗੱਲਾਂ ਆਪਾਂ ਪਹਿਲਾਂ ਨਹੀਂ ਦੱਸਣੀਆਂ। ਨਹੀਂ, ਕੁਝ ਗੱਲਾਂ ਮੈਂ ਜਾਣ ਕੇ ਹੋਲਡ ਰੱਖਦਾ ਵੀ ਮੌਕੇ ਤੇ ਚੌਕਾ ਮਾਰਾਂ। ਮੌਕੇ ਦੀ ਚੌਕਾ ਮਾਰਦਾ ਭਾਜੀ ਫਾਇਦਾ, ਠੀਕ ਨਹੀਂ। ਹੁਣ ਦੇਖੋ ਮੈਂ ਸੁਖਬੀਰ ਬਾਦਲ ਦੀ 5 'ਚ ਗੱਲ ਕਹੀ ਸੀ, ਲੋਕਾਂ ਨੇ ਮੇਰਾ ਮਜ਼ਾਕ ਉਡਾਇਆ ਸੀ। ਉਦੋਂ ਤਾਂ ਲੋਕੀ ਕਹਿੰਦੇ ਸੀ ਵੀ ਹਾਂ ਬਣੇ। ਸੁਣ ਲਓ, ਮੇਰਾ ਕਿਸੇ ਕੋਈ ਕਾਲੀ ਲੀਡਰ ਦਾ ਨਾਂ ਨਹੀਂ ਲੈਣਾ, ਬੜਾ ਮੇਰਾ ਉਹਨਾਂ ਮੇਰੀ ਬਹਿਸ ਹੋ ਗਈ ਸੀ, ਲੈ ਸੁਖਬੀਰ ਬਾਦਲ ਮੁੱਖ ਮੰਤਰੀ ਬਣੂ। ਮੈਂ ਕਿਹਾ ਜਿੱਦਣ ਬਣ ਜੂਗਾ ਉਦੋਂ ਮੇਰੇ ਨਾਲ ਗੱਲ ਕਰ ਲਈ। ਮੈਂ ਕਿਹਾ ਮੈਂ ਤਾਂ ਖਵਾਚ ਕਢਾ ਦਿੱਤਾ, ਤੂੰ ਗਲਤ ਸਾਬਤ ਕਰ ਦੇ। ਭਾਜੀ ਪ੍ਰੈਡਿਕਸ਼ਨ ਉਹ ਹੁੰਦੀ ਜਿਹੜੀ ਪਹਿਲੇ ਕੀਤੀ ਜਾਵੇ। ਮੇਰੇ ਕੋਲ ਔਨ ਰਿਕਾਰਡ ਵੀ ਗੱਲਾਂ ਨੇ। ਮੇਰੇ ਕੋਲ ਮੈਨੂੰ ਦੱਸੋ ਵੀ 15 ਸਾਲ ਦੀ ਉਮਰ 'ਚ ਮੈਂ ਲੋਕਾਂ ਨੂੰ ਦੇਖਣ ਡਿਆ ਆ, ਅਤੇ ਲੋਕੀ ਮੇਰੇ ਕੋਲ ਜੇ ਮੇਰੀ ਦਮ ਆ ਤਾਂ ਹੀ ਲੋਕੀ ਆਉਂਦੇ ਮੇਰੇ ਕੋਲ। ਲੋਕੀ ਪਤਾ ਮੈਨੂੰ ਕੀ ਕਹਿੰਦੇ ਆ, ਕਹਿੰਦੇ ਅਸੀਂ ਸਾਰੇ ਪਾਸੇ ਘੁੰਮ ਆਏ ਆ, ਤੁਸੀਂ ਸਾਡੀ ਆਖਰੀ ਹੋ। ਇਹ ਲੋਕਾਂ ਦੀ ਵਰਡਿੰਗ ਆ, ਮੇਰੀ ਵਰਡਿੰਗ ਨਹੀਂ ਆ, ਸੱਚ ਕਹਿ ਰਿਹਾ। ਅਸੀਂ ਸਾਰੇ ਪਾਸੇ ਘੁੰਮ ਆਏ ਆ, ਨਮਰੋਲੋਜੀ ਵਾਲੇ ਨੂੰ ਮਿਲ ਲਿਆ, ਸਭ ਨੂੰ ਮਿਲ ਲਿਆ, ਛੱਡਿਆ ਕੋਈ ਨਹੀਂ। ਇੱਕ ਬੰਦਾ ਮੇਰੇ ਕੋਲ ਆਇਆ, ਕਹਿੰਦਾ ਜੀ ਮੈਂ 20 ਲੱਖ ਰੁਪਇਆ ਉਹ ਪਾਇਆ ਤੇ ਖਰਚ ਚੁੱਕਾ। 20 ਲੱਖ ਰੁਪਏ? ਹਾਂ। ਔਰ ਜਿਹੜੇ ਕੰਮ ਲਈ ਉਹਨੇ ਪੈਸੇ ਖਰਚੇ ਉਹਦਾ ਕੰਮ ਨਹੀਂ ਬਣਿਆ। ਕੰਮ ਨਹੀਂ ਬਣਿਆ। ਅਖੀਰ ਤੇ ਮੇਰੇ ਕੋਲ ਆਇਆ, ਮੇਰਾ ਕਹਿੰਦਾ ਕੰਮ ਬਣ ਜੂਗਾ, ਕਦੀ ਵੀ ਨਹੀਂ ਬਣੂ। ਬਾਅਦ ਦੱਸਿਆ ਉਹਨੇ ਮੈਨੂੰ 20 ਲੱਖ ਲਾਇਆ ਇਸ ਕੰਮ ਲਈ, ਤੇ ਮੈਂ ਉਹਨੂੰ ਉਹਦੇ ਦੱਸਦਾ ਮੈਂ ਕੋਈ ਕੰਮ ਨਹੀਂ ਬਣਨਾ ਤੇਰਾ। ਹਾਂ ਆਹ ਕੰਮ ਤੇਰੇ ਬਣੂਗਾ, ਆਹ ਕੰਮ ਨਹੀਂ ਬਣੂਗਾ। ਜਿਹੜੇ ਕੰਮ ਬਣਨ ਵਾਲੇ ਉਹ ਦੱਸਦਾ, ਜਿਹੜੇ ਕੰਮ ਨਹੀਂ ਬਣਨ ਵਾਲੇ ਉਹ ਵੀ ਦੱਸ ਦਿੰਦਾ। ਲੋਕਾਂ ਦੇ ਮੈਂ ਭਾਜੀ ਵਹਿਮ ਕੱਢਦਾ, ਠੀਕ ਨਹੀਂ। ਹੁਣ ਮੈਂ ਤੁਹਾਨੂੰ ਲੋਕਾਂ ਨੂੰ ਇਹ ਗੱਲ ਇੱਕੋ ਤੁਹਾਡੀ, ਆਪਾਂ ਵਾਈਂਡ ਅਪ ਕਰਨਾ। ਹੁਣ ਵਾਈਂਡ ਅਪ ਕਰੀਏ, ਕਿਉਂਕਿ ਗੱਲਾਂ ਤਾਂ ਬਹੁਤ ਹੈ ਪਰ ਆਪਾਂ ਬਚਾ ਕੇ ਰੱਖਣੀਆਂ, ਕਿਉਂਕਿ ਆਹ ਗੱਲਬਾਤ ਸਿਰਫ ਸਟੂਡੀਓ ਹੋਈ ਆ, ਉਸ ਤੋਂ ਬਾਅਦ ਅਸੀਂ ਲੋਕਾਂ ਦੇ ਵਿੱਚ ਜਾਣਾ। ਦੇਖੋ ਜਿੰਨੀਆਂ ਵੀ ਵੀਡੀਓਜ਼ ਹੋਣਗੀਆਂ ਹੁਣ ਲੋਕਾਂ ਦੇ ਵਿੱਚ ਹੋਣ। ਦੇਖੋ ਗੱਲ ਏਦਾਂ, ਤੁਹਾਨੂੰ ਮੌਕਾ ਦੇ ਤਾਂ ਤੁਸੀਂ ਬੜਾ ਮੰਗਦੇ ਸੀ, ਮੌਕਾ ਚਾਹੀਦਾ ਮੈਨੂੰ ਇੱਕ ਵਾਰੀ। ਮੈਂ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ, ਜੋ ਵੀ ਮੇਰੇ ਅੰਦਰ ਹੈ ਮੈਂ ਬੋਲਣਾ, ਮੈਂ ਤੁਹਾਨੂੰ ਖੁੱਲਾ ਟਾਈਮ ਦੇ ਦਿੱਤਾ। ਹੁਣ ਅਗਲੀ ਵਾਰੀ ਅਸੀਂ ਲੋਕਾਂ 'ਚ ਜਾਣਾ। ਦੇਖੋ ਮੈਂ ਤੁਹਾਡੇ ਚੈਨਲ ਦੇ ਦਰਸ਼ਕਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦੇਣਾ। ਮੈਂ ਨਹੀਂ ਕਹਿੰਦਾ ਤੁਸੀਂ ਮੈਨੂੰ ਬਾਰ-ਬਾਰ ਮੌਕੇ ਦਿਓ, ਸਿਰਫ ਇੱਕ ਮੌਕਾ। ਤੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰੂੰਗਾ। ਜੇ ਮੇਰੀ ਗੱਲ ਗਲਤ ਨਿਕਲੇ ਪੈਸੇ ਵਾਪਸ ਲੈ ਜਿਓ, ਠੀਕ ਆ। ਤੇ ਮੈਂ ਦਰਸ਼ਕਾਂ ਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ, ਮੇਰਾ YouTube ਚੈਨਲ ਆ ਕਰਮ ਦਰਸ਼ਨ ਦੇ ਨਾਂ 'ਤੇ, ਮੇਰਾ ਫੇਸਬੁੱਕ ਪੇਜ ਕਰਮ ਦਰਸ਼ਨ ਦੇ ਨਾਂ 'ਤੇ, ਮੇਰਾ ਇੰਸਟਾਗ੍ਰਾਮ ਪੇਜ ਕਰਮ ਦਰਸ਼ਨ ਦੇ ਨਾਂ 'ਤੇ, ਮੇਰੀ ਵੈਬਸਾਈਟ ਕਰਮ ਦਰਸ਼ਨ ਦੇ ਨਾਂ 'ਤੇ, ਮੇਰੀ ਪਾਰਹਿਤ ਟਰਸਟ ਦਾ ਵੈਬਸਾਈਟ ਬਣੀ ਹੋਈ ਆ। ਤੁਸੀਂ ਸਰ YouTube 'ਤੇ ਕੁਮਾਰ ਅਸ਼ਵਨੀ ਪਾਓ, ਤੁਹਾਨੂੰ ਦੂਜਾ ਬੰਦਾ ਨਹੀਂ ਮਿਲੂਗਾ ਫੇਸ ਰੀਡਿੰਗ ਵਾਲਾ, ਫਿੰਗਰਪ੍ਰਿੰਟ ਵਾਲਾ। ਮੇਰੇ ਕਿੰਨੇ ਵੀਡੀਓ ਆ ਜਾਣੇ ਆ, ਤੁਸੀਂ ਮੇਰਾ ਕੋਈ ਵੀਡੀਓ ਚੱਕ ਕੇ ਦੇਖ ਲਓ। ਦੇਖੋ ਪਹਿਲੇ ਮੇਰੇ ਬਾਰੇ ਸਰਚ ਕਰੋ ਵੀ ਮੇਰੇ ਕੋਲ ਕੀ ਹੈਗਾ, ਉਸ ਤੋਂ ਬਾਅਦ ਮੈਨੂੰ ਅਪਰੋਚ ਕਰੋ, ਤੇ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਤੁਹਾਨੂੰ ਨਿਰਾਸ਼ ਨਹੀਂ ਕਰੂੰਗਾ। ਪੱਕੀ ਗੱਲ। ਤੁਸੀਂ ਖੁਸ਼ ਹੋ ਕੇ ਜਾਓਗੇ ਮੇਰੇ ਤੋਂ, ਤੇ ਤੁਸੀਂ ਮੈਨੂੰ ਦੁਆਵਾਂ ਦੇ ਕੇ ਜਾਓਗੇ। ਨਾਲੇ ਵੀ ਗੱਲ ਕਹਿ ਰਿਹਾ, ਦੁਆਵਾਂ ਦੇ ਕੇ। ਮੈਂ ਲੋਕਾਂ ਕੋਲ ਭਾਜੀ ਦੁਆਵਾਂ ਲੈਤੀਆਂ,
ਲੋਕੀ ਜਦੋਂ ਕਹਿੰਦੇ ਨਾ ਤੁਹਾਡੇ ਮਿਲਣ ਤੋਂ ਬਾਅਦ ਸਾਡੇ ਕੰਮ ਬਣੇ, ਸਾਡੇ ਨੁਕਸਾਨ ਹੋਣੇ ਬਚ ਗਏ। ਕਿਉਂਕਿ ਤੁਹਾਨੂੰ ਇੱਕ ਗੱਲ ਦੱਸਾਂ ਵੀ ਮੈਂ ਇਹਨਾਂ ਚੀਜ਼ਾਂ ਤੇ ਯਕੀਨ ਨਹੀਂ ਰੱਖਦਾ। ਤੁਹਾਡੇ ਨਾਲ ਮੇਰੀ, ਕਿਉਂਕਿ ਤੁਹਾਡੇ ਪੋਡਕਾਸਟ ਤੋਂ ਬਾਅਦ ਜਾਂ ਤੁਹਾਡੇ ਇੰਟਰਵਿਊਜ਼ ਤੋਂ ਬਾਅਦ ਮੈਨੂੰ ਕਿੰਨੇ ਜਾਣੇ ਨੇ ਅਪਰੋਚ ਕੀਤਾ। ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਕਹੀ, ਮੈਂ ਕਿਹਾ ਕੁਮਾਰ ਅਸ਼ਵਨੀ ਲੋਕਾਂ ਦੇ ਵਿੱਚ ਆ ਕੇ ਗੱਲਬਾਤ ਕਰਦੇ ਆ, ਦਮ ਮੈਂ ਕਹਤਾ ਲੋਕਾਂ ਦੇ ਵਿੱਚ ਆਓ। ਤੇ ਕਿ ਅੱਜ ਤੱਕ ਜਿੰਨੇ ਵੀ ਟੀਵੀ ਤੇ ਜੋਸ਼ੀਆਂ ਦੇ ਸ਼ੋਅ ਹੈਗੇ ਆ, ਕਿਸੇ ਨੇ ਆਮ ਪਬਲਿਕ 'ਚ ਆ ਕੇ ਲੋਕਾਂ ਨਾਲ ਗੱਲ ਕੀਤੀ ਹੈ? ਇੱਕ ਵੀ ਮੈਨੂੰ ਐਪੀਸੋਡ ਦਿਖਾ ਦਿਓ, ਇੱਕ ਵੀ, ਪੂਰੀ ਦੁਨੀਆ 'ਚ, ਪੂਰੀ ਦੁਨੀਆ 'ਚ। ਭਾਜੀ ਲੋਕਾਂ 'ਚ ਜਾਣ ਲਈ ਦਮ ਚਾਹੀਦਾ। ਦਮ ਤਾਂ ਅੰਦਰ ਆਊਗਾ ਜੇ ਤੁਹਾਡੇ ਅੰਦਰ ਸੱਚ ਆ। ਜੇ ਤੁਹਾਡੇ ਅੰਦਰ ਝੂਠ ਆ ਨਾ, ਤੁਸੀਂ ਲੋਕਾਂ 'ਚ ਜਾਣ ਤੋਂ ਡਰੋਗੇ। ਜੇ ਤੁਹਾਡੇ ਅੰਦਰ ਸੱਚ ਆ ਨਾ, ਦਮ ਆ, ਤੇ ਤੁਸੀਂ ਲੋਕਾਂ 'ਚ ਜਾਣ ਤੋਂ ਡਰੋਗੇ ਨਹੀਂ। ਤੇ ਮੈਨੂੰ ਕੋਈ ਡਰ ਨਹੀਂ ਭਾਜੀ, ਕਿਉਂਕਿ ਮੈਨੂੰ ਪਤਾ ਮੇਰੇ ਕੋਲ ਕੀ ਹੈਗਾ, ਮੇਰੇ ਕੋਲ ਸੱਚ ਆ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ।